ਤਰ੍ਹਾਂ ਦੇ ਇੱਕ ਪ੍ਰਚਾਰਕ ਆਪਾਂ ਅਖੌਤੀ ਪ੍ਰਚਾਰਕ ਕਵਾਂਗੇ ਉਹ ਨੇ ਜੀ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਸੰਤ ਨੇ, ਭਾਈ ਨੇ ਜਾਂ ਕੀ ਨੇ, ਜਾਂ ਫਿਰ ਉਹ ਕਦੀ ਇਹ ਵੀ ਕਹਿ ਜਾਂਦੇ ਆ ਕਿ ਸਿੱਖ ਇੱਕ ਧਰਮ ਹੀ ਹੈ ਨਹੀਂ। ਸੋ ਪਿਛਲੇ ਦਿਨੀ ਉਹਨਾਂ ਦੇ ਨਾਲ ਇੱਕ ਵਿਵਾਦ ਜੁੜਿਆ ਉਸ ਵੇਲੇ ਜਦੋਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਨਹੀਂ ਹੈ, ਮਤਲਬ ਗੁਰੂ ਨਾਨਕ ਸਾਹਿਬ ਨੇ ਇਹ ਧਰਮ ਨਹੀਂ ਚਲਾਇਆ। ਪਰ ਉਹਨਾਂ ਨੇ ਜਿਹੜੇ ਸ਼ਬਦ ਜਿਹੜੇ ਅਸੀਂ ਭੱਦੀ ਸ਼ਬਦਾਵਲੀ ਵਰਤੀ ਹੈ, ਸੋ ਉਹ ਕਿਤੇ ਉਹਨਾਂ ਨੂੰ ਸ਼ੌਭਦੀ ਹੈ। ਹੁਣ ਇਹਦਾ ਸ਼ੁਰੂ ਤੋਂ ਏਜੰਡਾ ਇਹ ਰਿਹਾ ਕਿ ਮੈਂ ਇਹਨਾਂ ਦੇ ਵਿੱਚੋਂ ਦੀ ਨਿਕਲ ਕੇ ਤੇ ਮੈਂ ਲਾਸਟ ਮੰਜ਼ਿਲ ਮੇਰੀ ਇਹ ਹੈਗੀ ਗੌਡਮੈਨ ਦੀ। ਗੌਡਮੈਨ ਜਿਵੇਂ ਰਾਧਾ ਸੁਆਮੀ, ਜਿਵੇਂ ਸਰਸੇ ਵਾਲਾ ਸਾਧ ਰਾਮ ਰਹੀਮ। ਮੈਂ ਦਲਜੀਤ ਜੀ ਇਹ ਗੱਲ ਪਿਛਲੇ ਲੰਮੇ ਸਮੇਂ ਤੋਂ 2017 ਚ ਕਹਿਤੀ ਸੀ, ਜਦੋਂ ਸਭ ਤੋਂ ਪਹਿਲੀ ਵਾਰ ਇਸ ਬੰਦੇ ਨੇ ਇੱਕ ਜਿਹੜਾ ਨਿਊਜ਼ੀਲੈਂਡ ਦੀ ਇੱਕ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਮਹਿਸੂਸ ਨਹੀਂ ਕਰਦਾ ਕਿ ਉਹਨਾਂ ਦਾ ਨਾਂ ਜਿਹੜਾ ਸਾਨੂੰ ਕਿਤੇ ਮੀਡੀਆ ਦੇ ਲੈਣ ਦੀ ਲੋੜ ਹੈ, ਪਰ ਮੈਂ ਇਸ਼ਾਰਾ ਜ਼ਰੂਰ ਕਰ ਦਿੱਤਾ। ਜਿਹੜੀ ਗੱਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੰਬੰਧ ਵਿੱਚ ਜਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਸੰਬੰਧ ਵਿੱਚ ਉਹਨਾਂ ਦੀ ਦੂਰਦਰਸ਼ਤਾ ਤੇ ਉਹਨਾਂ ਦੀ ਗੱਦੀ ਤੇ ਸਵਾਲੀਆ ਚਿੰਨ੍ਹ ਖੜਾ ਕੀਤਾ ਸੀ, ਤੇ ਉਦੋਂ ਸਵਾਲ ਪੁੱਛਿਆ ਸੀ ਮੈਂ ਸਾਰੇ ਪ੍ਰਚਾਰਕਾਂ ਨੂੰ, ਤੇ ਇਹਨੂੰ ਵੀ ਨਾਲ ਸਾਰੇ ਪ੍ਰਚਾਰਕਾਂ ਨੇ ਜਵਾਬ ਦਿੱਤੇ ਕਿ ਇਹ ਗੱਲ ਗਲਤ ਹੈ। ਅਸੀਂ ਬਾਰ-ਬਾਰ ਇਹਨੂੰ ਪੁੱਛਦੇ ਰਹੇ। ਪਹਿਲਾਂ ਗੱਲ ਅਸੀਂ ਬੇਨਤੀਆਂ ਕੀਤੀਆਂ, ਮੇਰੇ ਪ੍ਰੋਗਰਾਮ ਦੇਖ ਲਓ ਪਿਛਲੇ ਜਾ ਕੇ, ਤੁਸੀਂ ਇਹਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਆਪਣਾ ਪੱਖ ਰੱਖੋ ਵੀ ਇਸ ਗੱਲ ਬਾਰੇ ਤੁਹਾਡਾ ਕੀ ਵਿਚਾਰ ਹੈ, ਤੁਸੀਂ ਬੋਲੇ ਕਿਉਂ। ਫਿਰ ਅਸੀਂ ਸਵਾਲੀਆ ਚਿੰਨ੍ਹ ਲਾਇਆ। ਸਵਾਲੀਆ ਚਿੰਨ੍ਹ ਤਕਰੀਬਨ ਉਹ 6-7 ਮਹੀਨੇ ਤਕਰੀਬਨ ਅਸੀਂ ਉਹ ਪ੍ਰੋਗਰਾਮ ਚੱਲਦੇ ਰਹੇ। ਵਿੱਚੋਂ ਜੇ ਇਹਨੇ ਬਹਿ ਕੇ ਮਸਲਾ ਸੁਲਝਾਉਣ ਦਾ ਇੱਕ ਪ੍ਰੋਮਿਸ ਵੀ ਕੀਤਾ, ਫਿਰ ਦੌੜਿਆ, ਮੈਂ ਫਿਰ ਪ੍ਰੋਗਰਾਮ ਸ਼ੁਰੂ ਕੀਤੇ। ਉਹ ਸਿਲਸਿਲਾ 1.5-2 ਸਾਲ ਲਗਾਤਾਰ ਚੱਲਿਆ। ਇਹ ਸਵਾਲ ਇਹ ਆਉਂਦਾ ਵਿਰੋਧ ਕਿਉਂ ਕਰਦੇ। ਮੈਂ ਬਾਰ-ਬਾਰ ਇਹੋ ਵਾਪਸ ਹੀ ਸਵਾਲ ਉਹਨਾਂ ਨੂੰ ਕਰਦਾ ਕਿ ਜੇ ਉਹ ਸੰਤ ਨਹੀਂ ਹੈ, ਅਖੌਤੀ ਸੰਤ ਨਹੀਂ ਹੈ, ਜੇ ਉਹ ਅਖੌਤੀ ਬਾਬਾ ਨਹੀਂ ਹੈ, ਤੇ ਉਹਦੀ ਵਿਵਸਥਾ ਕਿਉਂ ਨਹੀਂ ਬਦਲੀ। ਜਦੋਂ ਡੇਰਾ ਨਾਲ ਆਇਆ, ਜੇ ਉਹ ਡੇਰੇ ਦਾ ਸਾਰਾ ਪ੍ਰਬੰਧ ਨਾਲ ਆਇਆ, ਤੇ ਉਹ ਪ੍ਰਚਾਰਕ ਕਿਵੇਂ ਬਣ ਗਿਆ। ਟਾਈਟਲ ਬਦਲ ਗਿਆ, ਸੰਤ ਤੋਂ ਟਾਈਟਲ ਭਾਈ ਦਾ ਆ ਗਿਆ। ਭਾਈ ਦਾ ਮਤਲਬ ਹੁੰਦਾ, ਇਹ ਗੱਲ ਧਿਆਨ 'ਚ ਰੱਖਿਓ, ਭਾਈ ਦਾ ਮਤਲਬ ਹੁੰਦਾ ਕਨਸੈਪਟ ਆਫ ਬ੍ਰਦਰਹੁੱਡ, ਜਿਹੜਾ ਭਰਾਤਰਤਾ ਭਾਵ ਦਾ ਸੰਕਲਪ ਹੈ। ਇਹ ਸਿੱਖੀ ਨੇ ਦਿੱਤਾ ਹੈ। ਨਹੀਂ ਤੇ ਇੱਕ ਰਾਮ ਚੇਲਾ ਤੇ ਪੈਦਾ ਕਰਦਾ ਹੈ, ਭਾਈ ਨਹੀਂ ਪੈਦਾ ਕਰਦਾ। ਕੌਮ ਦੀ ਜਿਹੜੀ ਫਾਈਨੈਂਸ਼ੀਅਲ ਸਾਡੇ ਰਿਸੋਰਸਸ ਨੇ, ਜਿਹੜੇ ਅਸੀਂ ਆਪਣੇ ਮਸਲੇ ਹੱਲ ਕਿਸੇ ਢਾਂਚੇ ਨੂੰ ਖੜੇ ਕਰਨ ਦੇ ਵਿੱਚ ਵਰਤ ਸਕਦੇ ਸੀ, ਜੇ ਇਹੋ ਜਿਹੇ ਲੋਕ ਮਿਸਯੂਜ਼ ਨਾ ਕਰਦੇ। ਉਹ ਜਿਹੜਾ ਵਾ ਸਾਰਾ ਮਿਸਯੂਜ਼ ਹੋ ਰਹੇ ਨੇ, ਉਹ ਸਿਰਫ ਇਹਦੇ ਸ਼ੌਂਕ, ਇਹਦੀ ਅਯਾਸ਼ੀ ਪੂਰੀ ਕਰਨ ਵਾਸਤੇ ਲੱਗ ਰਹੇ ਨੇ। ਤੇ ਹਿੰਦੀ ਦੇ ਵਿੱਚ ਇੱਕ ਵੀਡੀਓ ਉਹਨਾਂ ਦੀ ਆਉਂਦੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਨਹੀਂ ਹੈਗਾ, ਇਹ ਇੱਕ ਲਹਿਰ ਹੈ। ਤੇ ਉਸ ਤੋਂ ਬਾਅਦ ਇਹ ਜਿਹੜਾ ਵਿਵਾਦ ਹੈਗਾ ਸ਼ੁਰੂ ਹੋਇਆ, ਤੁਸੀਂ ਉਹਦਾ ਜਵਾਬ ਜਿਹੜਾ ਹੈਗਾ ਦਿੱਤਾ। ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਨਾਨਕ ਨੇ, ਮੈਂ ਮਾਨਤਾ ਹੂੰ ਕਿ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਇਹ ਗੱਲ ਇੱਕ ਰਾ ਨਹੀਂ ਕਹੀ, ਇਹਨੇ ਦੋਹਰ ਪਾਈ ਹੈ ਇਸ ਗੱਲ ਦੀ। ਉਹ ਇਹਦੀ ਹਿੰਦੀ ਵਾਲੀ ਵੀਡੀਓ ਸੁਣਦੇ, ਖਾਸ ਕਰਕੇ ਜਦੋਂ ਤੁਸੀਂ RSS ਦੀ ਗੱਲ ਕਰਦੇ ਜੇ, ਇਸ ਹੋਂਦ ਨੂੰ, ਇਸ ਟਾਈਟਲ ਨੂੰ ਹੀ ਤੁਹਾਡੇ ਕੋਲੋਂ ਖੋਣਾ ਚਾਹੁੰਦੇ ਨੇ। ਤੁਸੀਂ ਬ੍ਰਿਜ ਭੂਸ਼ਣ ਦਾ ਬਿਆਨ ਸੁਣ ਲਓ, ਪੰਜਾਬ ਦਾ RSS ਦਾ ਜਿਹੜਾ ਮੁਖੀ ਸੀ, ਬ੍ਰਿਜ ਭੂਸ਼ਣ ਦਾ ਬਿਆਨ ਸੁਣਦੇ ਜੋ ਵੀ ਕਹਿੰਦਾ ਸਿੱਖ ਧਰਮ ਨਹੀਂ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਅਸੀਂ ਵੱਖ-ਵੱਖ ਦਰਪੇਸ਼ ਆਏ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਹਾਂ, ਤੁਸੀਂ ਜਾਣਦੇ ਹੋ। ਸੋ ਇੱਕ ਐਸਾ ਮਸਲਾ ਸਾਡੀ ਕੌਮ ਦੇ ਦਰਪੇਸ਼ ਆਇਆ ਹੋਇਆ, ਜਿਸ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਮਸਲਾ ਇਸ ਤਰੀਕੇ ਦੇ ਨਾਲ ਜਦੋਂ ਗੁੰਮਰਾਹਕੁਨ ਹੋ ਜਾਂਦਾ ਹੈ, ਮਤਲਬ ਕਿ ਕੌਮ ਨੂੰ ਗੁੰਮਰਾਹ ਕਰਨਾ। ਜਦੋਂ ਸਿੱਖ ਕੌਮ ਦੀ ਗੱਲ ਕਰਦੇ ਆ ਤਾਂ ਬੜੇ ਲੰਬੇ ਸਮੇਂ ਤੋਂ ਬੜੇ ਲੋਕ ਜਿਹੜੇ ਨੇ ਐਸੇ ਗੁੰਮਰਾਹ ਕਰਦੇ ਵੀ ਆਏ ਆ, ਜਿਹਦੇ ਨਾਲ ਕੌਮ ਦਾ ਨੁਕਸਾਨ ਹੁੰਦਾ, ਸਿੱਖਾਂ ਦਾ ਨੁਕਸਾਨ ਹੁੰਦਾ। ਸੋ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਸਿੱਖ ਕੌਮ ਦੇ ਵਿੱਚ ਐਸੇ ਪ੍ਰਚਾਰਕ ਵੀ ਪੈਦਾ ਹੋ ਗਏ ਜਿਹੜੇ ਕੌਮ ਨੂੰ ਗੁੰਮਰਾਹ ਵੀ ਕਰ ਰਹੇ ਨੇ। ਮਤਲਬ ਕਿ ਜੇ ਕਹੀਏ ਕਿ ਮੂਲ ਸਿਧਾਂਤਾਂ ਨਾਲੋਂ ਤੋੜ ਕੇ ਤੇ ਦੂਸਰੇ ਪਾਸੇ ਨੂੰ ਧੱਕ ਰਹੇ ਨੇ, ਯਾਨੀ ਕਿ ਆਮ ਲੋਕਾਂ ਵਾਂਗ ਜਿਵੇਂ ਕਹਿ ਦਈਏ। ਸੋ ਇਸ ਤਰ੍ਹਾਂ ਦੇ ਇੱਕ ਪ੍ਰਚਾਰਕ ਆਪਾਂ ਅਖੌਤੀ ਪ੍ਰਚਾਰਕ ਕਵਾਂਗੇ, ਉਹ ਨੇ ਜੀ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ। ਸੰਤ ਨੇ, ਭਾਈ ਨੇ ਜਾਂ ਕੀ ਨੇ, ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਪਰ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵਿਵਾਦਿਤ ਬਿਆਨ ਜਾਂ ਫਿਰ ਆਪਣੇ ਜਦੋਂ ਉਹ ਦੀਵਾਨ ਲਾਉਂਦੇ ਨੇ, ਬੜਾ ਕੁਝ ਐਸਾ ਕਹਿ ਜਾਂਦੇ ਆ
ਕਿ ਜਿਸ ਦਾ ਵਿਵਾਦ ਬਣ ਜਾਂਦਾ ਹੈ। ਮਤਲਬ ਕਿ ਆਪਾਂ ਇਹ ਕਹੀਏ ਕਿ ਬਹੁਤ ਵਾਰ ਤਾਂ ਐਸਾ ਹੋ ਜਾਂਦਾ ਕਿ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਜਿੱਥੋਂ ਆਪਾਂ ਗੱਲ ਕਰਦੇ ਹਾਂ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ, ਜਾਂ ਆਪਾਂ ਕਹਿ ਦਈਏ ਵੀ ਇੱਕ ਐਸਾ ਮੁਕੱਦਸ ਸਥਾਨ, ਉਹਦੇ ਬਾਰੇ ਵੀ ਟਿੱਪਣੀਆਂ ਕਰ ਜਾਂਦੇ ਨੇ, ਜਾਂ ਫਿਰ ਉਹ ਕਦੇ ਇਹ ਵੀ ਕਹਿ ਜਾਂਦੇ ਆ ਕਿ ਸਿੱਖ ਇੱਕ ਧਰਮ ਹੀ ਹੈ ਨਹੀਂ। ਮਤਲਬ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਸੀਆਂ ਉਹਨਾਂ ਦੀਆਂ ਜਿਹੜੀਆਂ ਵਿਵਾਦਿਤ ਟਿੱਪਣੀਆਂ ਜਿਹੜੀਆਂ ਨੇ, ਉਹ ਸਿੱਖ ਹੋ ਕੇ, ਮਤਲਬ ਕਿ ਸਿੱਖਾਂ ਦੇ ਪ੍ਰਚਾਰਕ ਹੋ ਕੇ ਸਿੱਖਾਂ ਦੇ ਖਿਲਾਫ ਹੀ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ। ਸੋ ਪਿਛਲੇ ਦਿਨੀ ਉਹਨਾਂ ਦੇ ਨਾਲ ਇੱਕ ਵਿਵਾਦ ਜੁੜਿਆ ਉਸ ਵੇਲੇ, ਜਦੋਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਨਹੀਂ ਹੈ। ਮਤਲਬ ਗੁਰੂ ਨਾਨਕ ਸਾਹਿਬ ਨੇ ਇਹ ਧਰਮ ਨਹੀਂ ਚਲਾਇਆ, ਮਤਲਬ ਕਿ ਸਿੱਖ ਜਿਹੜਾ ਧਰਮ ਹੈਗਾ ਉਹਨੂੰ ਇਹ ਕਹਿ ਦਿੱਤਾ ਵੀ ਇਹ ਧਰਮ ਹੈ ਹੀ ਨਹੀਂ ਹੈ। ਸੋ ਉਸ ਤੋਂ ਬਾਅਦ ਵਿਵਾਦ ਵੱਧ ਗਿਆ। ਵਿਵਾਦ ਵਧਣ ਤੋਂ ਬਾਅਦ ਉਹਨਾਂ ਨੂੰ ਜਵਾਬ ਦਿੱਤਾ ਗਿਆ ਇੱਕ ਐਸੀ ਸ਼ਖਸੀਅਤ ਵੱਲੋਂ ਜੋ ਸਿੱਖ ਸਕਾਲਰ ਨੇ, ਉਹਨਾਂ ਵੱਲੋਂ ਜਦੋਂ ਜਵਾਬ ਦਿੱਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਇਹ ਵਿਵਾਦ ਹੋਰ ਵਧਿਆ। ਫਿਰ ਇੱਕ ਦੂਸਰੇ ਨੂੰ ਰਿਪਲਾਈਜ਼ ਦੇਣੀਆਂ, ਜਾਣੀ ਕਿ ਵੀਡੀਓ ਰਾਹੀਂ ਜਵਾਬਦੇਹੀ ਕਰਨੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਜਿਹੜੇ ਭਾਈ ਜਾਂ ਫਿਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ, ਉਹ ਐਸੀ ਬੋਲੀ ਦੇ ਉੱਤੇ ਆ ਜਾਂਦੇ ਨੇ, ਐਸੇ ਸ਼ਬਦ ਵਰਤਣ ਲੱਗਦੇ ਨੇ ਜਿਨ੍ਹਾਂ ਦੀ ਕਦੇ ਆਸ ਨਹੀਂ ਸੀ ਕੀਤੀ ਜਾ ਸਕਦੀ। ਮਤਲਬ ਕਿ ਉਹ ਹਮੇਸ਼ਾ ਕਹਿੰਦੇ ਨੇ ਵਿਚਾਰ ਦਾ ਸਮਾਂ ਹੈ, ਮਤਲਬ ਕਿ ਜ਼ਮਾਨਾ ਜਿਹੜਾ ਵਿਚਾਰ ਦਾ ਹੈਗਾ, ਹਰ ਕੋਈ ਵਿਚਾਰ ਕਰੇ, ਵਿਚਾਰ ਦੇ ਨਾਲ ਮਸਲੇ ਜਿਹੜੇ ਉਹ ਹੱਲ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਦਾ ਉਹ ਆਪਣੇ ਦੀਵਾਨਾਂ ਦੇ ਵਿੱਚ ਕਹਿੰਦੇ ਆਏ ਨੇ। ਪਰ ਉਹਨਾਂ ਨੇ ਜਿਹੜੇ ਸ਼ਬਦ ਜਿਹੜੇ ਅਸੀਂ ਭੱਦੀ ਸ਼ਬਦਾਵਲੀ ਵਰਤੀ ਹੈ, ਸੋ ਉਹ ਕਿਤੇ ਉਹਨਾਂ ਨੂੰ ਸ਼ੋਭਦੀ ਹੈ, ਜਾਂ ਫਿਰ ਆਮ ਜਿਹੜੇ ਸਿੱਖ ਨੇ ਜਿਹੜੇ ਉਹਨਾਂ ਨੂੰ ਸੁਣਦੇ ਨੇ, ਜਾਂ ਉਹਨਾਂ ਦੇ ਆਪਾਂ ਕਹਿ ਲਈਏ ਵੀ ਫੈਨ ਫੋਲੋਇੰਗ ਆਪਾਂ ਇਹ ਸ਼ਬਦ ਵਰਤਦੇ ਹਾਂ, ਸੋ ਉਹਨਾਂ ਨੂੰ ਕਿਤੇ ਸ਼ੋਭਦੀ ਹੈ। ਕਿਹੋ ਜਿਹੇ ਉਹ ਸ਼ਬਦ ਵਰਤ ਰਹੇ ਨੇ, ਕਿਹੋ ਜਿਹੀ ਸ਼ਬਦਾਵਲੀ ਵਰਤ ਰਹੇ ਨੇ, ਸੋ ਇਹਦੇ ਉੱਤੇ ਆਪਾਂ ਗੱਲ ਕਰਨੀ ਹੈ। ਸਾਡੇ ਨਾਲ ਖਾਸ ਤੌਰ ਦੇ ਉੱਤੇ ਸਰਦਾਰ ਪ੍ਰਭਦੀਪ ਸਿੰਘ ਜੀ ਜੁੜੇ ਹੋਏ ਨੇ ਇਸ ਪ੍ਰੋਗਰਾਮ ਦੇ ਵਿੱਚ। ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਇਸ ਮਸਲੇ ਦੇ ਬਾਰੇ, ਪਰ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਵਾਂਗੇ ਤੇ ਫਿਰ ਗੱਲਬਾਤ ਅੱਗੇ ਸ਼ੁਰੂ ਕਰਾਂਗੇ। ਸਰਦਾਰ ਪ੍ਰਭਦੀਪ ਸਿੰਘ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੀ ਆਇਆਂ ਨੂੰ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਬਲਜੀਤ ਸਿੰਘ ਜੀ, ਮੈਨੂੰ ਆਪਣੇ ਸ਼ੋਅ ਵਿੱਚ ਲੈਣ ਵਾਸਤੇ ਤੁਹਾਡਾ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਦਰਸ਼ਕਾਂ ਵਾਸਤੇ ਕੱਢਿਆ। ਵੈਸੇ ਤਾਂ ਹੁਣ ਜਦੋਂ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕਰੀਏ ਕਿ ਵਿਵਾਦਤ ਉਹ ਸੰਤ ਨੇ, ਉਹ ਭਾਈ ਨੇ, ਇਹਦੇ ਬਾਰੇ ਤੁਸੀਂ ਵੀ ਜਾਣਦੇ ਹੋ, ਤੁਸੀਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋਗੇ ਆਉਣ ਵਾਲੇ ਟਾਈਮ ਦੇ ਵਿੱਚ। ਪਰ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਵਿਵਾਦ ਕੀ ਹੋਇਆ, ਕਿਵੇਂ ਦਾ ਵਿਵਾਦ ਹੈ, ਪਹਿਲਾਂ ਆਪਾਂ ਢੱਡਰੀਆਂ ਵਾਲਿਆਂ ਦੀ ਸ਼ਖਸੀਅਤ ਬਾਰੇ ਗੱਲ ਕਰੀਏ। ਕਿਹੋ ਜਿਹੇ ਇਨਸਾਨ ਨੇ, ਮਤਲਬ ਕਿ ਉਹ ਜੋ ਕਰ ਰਹੇ ਨੇ ਉਹ ਸਹੀ ਨੇ ਜਾਂ ਗਲਤ ਹੈ, ਮਤਲਬ ਇਹਦੇ ਬਾਰੇ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ। ਬਹੁਤ ਵਧੀਆ ਸਵਾਲ ਹੈ ਤੁਹਾਡਾ। ਵਿਵਾਦ ਦੀ ਤੁਸੀਂ ਗੱਲ ਕੀਤੀ ਹੈ। ਸਭ ਤੋਂ ਪਹਿਲਾਂ ਦਲਜੀਤ ਜੀ ਇਹ ਸਮਝੀਏ ਕਿ ਵਿਵਾਦ ਤੇ ਸੰਵਾਦ, ਇਹਨਾਂ ਦੋਨਾਂ ਗੱਲਾਂ ਦੇ ਵਿੱਚ ਫਰਕ ਹੈ ਜੀ। ਸਾਡੇ ਵੱਲੋਂ ਹਮੇਸ਼ਾ ਸੰਵਾਦ ਦੀ ਪਹੁੰਚ ਅਪਣਾਈ ਗਈ ਹੈ। ਵਿਵਾਦ ਉੱਥੇ ਪੈਦਾ ਹੁੰਦਾ ਹੈ ਜਿੱਥੇ ਸੰਵਾਦੀ ਪਹੁੰਚ ਖਤਮ ਹੋ ਜਾਂਦੀ ਹੈ, ਜਿੱਥੇ ਗੱਲਬਾਤ ਡਾਇਲੌਗ ਖਤਮ ਹੁੰਦਾ ਹੈ, ਉੱਥੇ ਫਿਰ ਇਹ ਵਿਵਾਦ ਜਿਹੜਾ ਉੱਥੋਂ ਵਿਵਾਦ ਨਿਕਲਦਾ, ਉਹ ਵਿਵਾਦ ਫਿਜ਼ੀਕਲ ਰੂਪ 'ਚ ਵੀ ਹੋ ਸਕਦਾ ਹੈ, ਉਹ ਵਿਵਾਦ ਵਰਬਲ ਰੂਪ 'ਚ ਵੀ ਹੋ ਸਕਦਾ ਵੀ ਬੰਦਾ ਗਾਲੀ ਗਲੋਚ ਤੇ ਤੁਰ ਆਉਂਦਾ ਹੈ, ਜਾਂ ਫਿਜ਼ੀਕਲ ਰੂਪ ਦੇ ਵਿੱਚ ਜਦੋਂ ਸੰਵਾਦ ਮੁੱਕਦਾ ਹੈ ਤੇ ਬੰਦਾ ਅਟੈਕ ਕਰਦਾ ਹੈ ਜੀ। ਉਹ ਜਿੱਥੋਂ ਤੱਕ ਸਾਡਾ ਸੰਬੰਧ ਰਿਹਾ ਹੈ, ਅਸੀਂ ਹਮੇਸ਼ਾ ਸੰਵਾਦ ਦੀ ਗੱਲ ਕਰਦੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਸਾਨੂੰ ਸੰਵਾਦ ਸਿਖਾਉਂਦੇ ਨੇ। ਅਸੀਂ ਸੰਵਾਦ ਹੀ ਸਿੱਖਿਆ ਹੈ, ਵਿਵਾਦ ਨਹੀਂ ਸਿੱਖਿਆ। ਅਸੀਂ ਤੇ ਜਦੋਂ ਸਿੱਧਾਂ ਨੂੰ ਮਿਲਦੇ ਹਾਂ ਜਾ ਕੇ, ਤੇ ਸਿੱਧਾਂ ਦੇ ਨਾਲ ਵੀ ਜਾ ਕੇ ਸੰਵਾਦ ਕਰਦੇ, ਭਾਵੇਂ ਉਹ ਸਾਨੂੰ ਬਾਲੇ ਹੀ ਆਖਦੇ ਨੇ ਕਿ ਤੁਸੀਂ ਬਾਲੇ ਕਿੱਥੋਂ ਆਏ, ਤੇ ਗੁਰੂ ਨਾਨਕ ਸਾਹਿਬ ਉੱਥੇ ਵੀ ਸੰਵਾਦ ਕਰਦੇ ਨੇ। ਅਸੀਂ ਨਾਨਕ ਦੇ ਗੁਰੂ ਸਾਹਿਬਾਨ ਦੇ ਬੱਚੇ ਹੋਣ ਦੇ ਨਾਤੇ ਉਸੇ ਟ੍ਰੈਡੀਸ਼ਨ ਨੂੰ ਫੋਲੋ ਕਰਦੇ, ਉਸੇ ਟ੍ਰੈਡੀਸ਼ਨ ਨੂੰ ਕੈਰੀ ਕਰਦੇ ਆ ਵੀ ਸੰਵਾਦ ਹੀ ਹਰ ਮਸਲੇ ਦਾ ਹੱਲ ਹੁੰਦਾ ਹੈ, ਵਿਵਾਦ ਨਹੀਂ। ਵਿਵਾਦਾਂ 'ਚ ਕੌਮਾਂ, ਵਿਵਾਦਾਂ 'ਚ ਘਰ ਪਰਿਵਾਰ, ਵਿਵਾਦਾਂ ਦੇ ਵਿੱਚ ਸਮਾਜ, ਉਹਨਾਂ ਦਾ ਵਿਨਾਸ਼ ਹੁੰਦਾ ਹੈ, ਕਦੇ ਵੀ ਹੱਲ ਨਹੀਂ ਨਿਕਲਦਾ। ਸੋ ਇਸ ਕਰਕੇ ਸਾਡੇ ਵੱਲੋਂ ਤਾਂ ਸੰਵਾਦ ਹੈ ਜੀ। ਸੰਵਾਦ ਅਸੀਂ ਕਦੋਂ ਦੇਖਦੇ ਹਾਂ ਕਿ ਸੰਵਾਦ ਹੋਣਾ ਚਾਹੀਦਾ? ਸੰਵਾਦ ਹਮੇਸ਼ਾ ਕਿਸੇ ਠੋਸ ਜਿਹੜਾ ਆਈਡੀਓਲੋਜੀ ਹੁੰਦੀ ਹੈ ਉਹਦੇ ਉੱਤੇ ਉਹਨੂੰ ਮੁੱਖ ਰੱਖ ਕੇ ਹੁੰਦਾ ਹੈ। ਉਹ ਉਦੋਂ ਹੁੰਦਾ ਹੈ ਜਦੋਂ ਦੋ ਧਿਰਾਂ ਦੇ ਵਿਚਾਰ ਵੱਖੋ ਵੱਖਰੇ ਹੋਣ ਜੀ। ਬਿਲਕੁਲ। ਹੁਣ ਫਾਰ ਐਗਜ਼ਾਮਪਲ ਵੀ ਜਦੋਂ ਤੁਸੀਂ ਅਖੌਤੀ ਸੰਤ, ਕਿਉਂਕਿ ਸੰਤ ਸ਼ਬਦ ਬੜਾ ਪਵਿੱਤਰ ਹੈ ਤੇ ਰਿਜ਼ਰਵ ਹੈ। ਭਾਗ ਹੋਆ ਗੁਰ ਸੰਤ ਮਿਲਾਇਆ, ਗੁਰੂ ਨੇ ਮੈਨੂੰ ਸੰਤ ਮਿਲਾਇਆ। ਸੰਤ ਮਤਲਬ ਰੱਬ, ਭਾਗ ਹੋਆ ਗੁਰ ਸੰਤ ਮਿਲਾਇਆ। ਫਿਰ ਸਤਿਗੁਰ ਸੰਤ ਮਿਲੇ ਸ਼ਾਂਤ ਪਾਈਏ, ਸੰਤ ਮਤਲਬ ਗੁਰੂ ਜੀ। ਫਿਰ ਸੰਤ ਸ਼ਬਦ ਆਉਂਦਾ ਹੈ ਸੰਗਤ ਵਾਸਤੇ, ਆਮ ਸੰਗਤ ਵਾਸਤੇ।
ਜਿਹੜੀ ਜਿਹਨੂੰ ਅਸੀਂ ਸੰਤ ਜਨ ਕਹਿ ਦਿੰਦੇ ਆ। ਜੀ ਸੋ ਸੰਤ ਸ਼ਬਦ ਰਿਜ਼ਰਵ ਹੈ, ਇਹਨੂੰ ਨਿੱਜੀ ਤੌਰ ਤੇ ਨਿੱਜ ਦੇ ਲੈਵਲ ਤੇ ਐਜ਼ ਐਨ ਐਡਜੈਕਟਿਵ ਨਹੀਂ ਵਰਤਿਆ ਜਾ ਸਕਦਾ। ਬੇਸ਼ੱਕ ਅੰਗਰੇਜ਼ਾਂ ਦਾ ਕਲਚਰ ਤੇ ਹੈ, ਇੱਥੇ ਤੁਹਾਨੂੰ 4 ਪ੍ਰਮੁੱਖ ਸੇਂਟ ਮਿਲ ਜਾਂਦੇ ਨੇ, ਇੱਥੇ ਸੇਂਟ ਦੇ ਨਾਮ ਤੇ ਗਲੀਆਂ ਨੇ। ਅੰਗਰੇਜ਼ ਇੱਥੋਂ ਦਾ ਵੈਸਟ ਦਾ ਕਲਚਰ ਤੇ ਹੈ ਸੇਂਟ ਐਜ਼ ਐਨ ਐਡਜੈਕਟਿਵ, ਜੀ ਐਜ਼ ਅ ਪ੍ਰੀਫਿਕਸ ਅੰਗਰੇਜ਼ਾਂ ਦਾ ਕਲਚਰ ਤੇ ਹੈ ਵੀ ਤੁਹਾਡੇ ਨਾਮ ਤੋਂ ਪਹਿਲਾਂ ਸੇਂਟ ਲਾਇਆ ਜਾ ਸਕਦਾ। ਪਰ ਜਦੋਂ ਤੁਸੀਂ ਸਿੱਖੀ ਦੇ ਦਾਇਰੇ ਦੀ ਗੱਲ ਕਰਦੇ ਜੋ ਉੱਥੇ ਇੱਕ ਸੰਤ ਗੁਣ ਬਣਦਾ ਹੈ, ਜਾਂ ਜਦੋਂ ਇਹ ਐਡਜੈਕਟਿਵ ਦੇ ਰੂਪ ਚ ਆਉਂਦਾ ਹੈ ਤੇ ਕੇਵਲ ਗੁਰੂ ਤੇ ਉਸ ਰੱਬ ਦੇ ਰੂਪ ਚ ਆਉਂਦਾ ਹੈ। ਸੋ ਇਹ ਇੱਕ ਅਖੌਤੀ ਮਤਲਬ ਸੋ ਕਾਲਡ ਸੰਤ ਹੈ ਜੋ ਤੁਰਿਆ ਆਪਣੇ ਗਲਾਂ ਦੇ ਵਿੱਚ ਮੁੰਦੀਆਂ ਤੇ ਕੋਕੇ ਪਵਾਉਣ ਤੋਂ ਸੀ। ਤੁਸੀਂ ਬਹੁਤ ਪੁਰਾਣੀ ਗੱਲ ਮੈਂ ਕਰ ਰਿਹਾ, ਸਾਡਾ ਉਸ ਟਾਈਮ ਤੋਂ ਹੀ ਇਹਦੇ ਨਾਲ ਅਸੀਂ ਇਹਨੂੰ ਰਿਬਟਲ ਦਿੰਦੇ ਰਹੇ ਹਾਂ। ਬੇਸ਼ੱਕ ਉਸ ਟਾਈਮ ਤੇ ਅਜੇ ਗਾਲਾਂ ਨਹੀਂ ਸੀ ਕੱਢਦਾ, ਹੁਣ ਤੇ ਗਾਲਾਂ ਤੱਕ ਚਲਾ ਗਿਆ। ਉਸ ਟਾਈਮ ਤੇ ਇਹਨੂੰ ਰਿਬਟਲ ਪੇਸ਼ ਕਰਦੇ ਰਹੇ ਹਾਂ ਜਦੋਂ ਇਹ ਮੁੰਦੀਆਂ ਛੱਲੇ ਪਾਉਂਦਾ ਸੀ। ਉਦੋਂ ਇੱਕ ਕਵਿਤਾ ਦੇ ਰੂਪ ਦੇ, ਅੱਜ ਤੋਂ ਮੈਂ ਤਕਰੀਬਨ 12 ਸਾਲ ਪਹਿਲਾਂ ਦੀ ਗੱਲ ਕਰਨ ਡਿਆ, ਵੀ ਮੇਰਾ ਵੀ ਦਿਲ ਸੰਤ ਬਣਨ ਨੂੰ ਕਰਦਾ ਹੈ। ਉਸ ਟਾਈਮ ਇੱਕ ਕਵਿਤਾ ਲਿਖੀ ਸੀ, ਉਹ ਕਵਿਤਾ ਅੱਜ ਵੀ YouTube ਤੇ ਪਈ। ਉਦੋਂ YouTube ਦਾ ਕੇਵਲ 10 ਮਿੰਟ ਦਾ ਸਲੋਟ ਹੁੰਦਾ ਸੀ। ਸੋ ਉਸ ਟਾਈਮ ਦੇ ਅਸੀਂ ਇਹਨੂੰ ਰਿਬਟਲ ਦਿੰਦੇ ਆ। ਤੇ ਉਸ ਤੋਂ ਬਾਅਦ ਇਹਦੇ ਕਈ ਰੂਪ ਬਦਲੇ ਨੇ। ਕਦੀ ਇਹ ਨਾਨਕਸਰੀਆ ਹੁੰਦਾ ਹੈ, ਕਦੀ ਰੂਪ ਬਦਲ ਕੇ ਟਕਸਾਲ ਵਾਲਾ ਹੋ ਜਾਂਦਾ ਹੈ। ਇਹ ਵੇਖਦਾ ਵੀ ਹਵਾ ਕਿੱਧਰ ਚੱਲਦੀ ਹੈ। ਫਿਰ ਇਹ ਰੂਪ ਬਦਲਦਾ ਹੈ ਤੇ ਅਖੰਡ ਕੀਰਤਨੀ ਹੋ ਜਾਂਦਾ ਹੈ। ਫਿਰ ਅਖੰਡ ਕੀਰਤਨੀ ਤੋਂ ਬਾਅਦ ਸਿੱਧਾ ਹੀ ਇਹ ਆ ਜਾਂਦਾ ਹੈ ਇੱਕ ਰੂਪ ਬਦਲ ਕੇ ਮਿਸ਼ਨਰੀ। ਹੁਣ ਇਹਨੇ ਵੇਖਿਆ ਵੀ ਚਾਰੇ ਤੇ ਵੇਖ ਲਏ ਨੇ, ਅੱਗੇ ਕੀ ਕੀਤਾ ਜਾਵੇ। ਜਿਹੜੇ ਕਹਿੰਦੇ ਨੇ ਨਾ ਅੱਗੇ 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 ਜਾਣਾ, ਅੱਗੇ ਅੱਗੇ ਤੇ ਗਾਂ ਤੇ ਫਿਰ ਟੋਏ ਹੀ ਹੁੰਦੇ ਨੇ, ਮੱਕਿਓਂ ਗਾਂ ਕੀ ਹੁੰਦਾ ਹੁੰਦੇ ਜਾੜ। ਜੀ ਬੇਸ਼ੱਕ ਜਿੰਨੀਆਂ ਸੰਸਥਾਵਾਂ ਨੇ ਸਿੱਖੀ ਦੇ ਅੰਦਰ ਸਕੂਲ ਆਫ ਥਾਟ ਨੇ, ਭਾਵੇਂ ਟਕਸਾਲ ਹੈ, ਅਖੰਡ ਕੀਰਤਨੀ ਹੈ, ਸਾਡੇ ਉਹਨਾਂ ਨਾਲ ਵਿਚਾਰਕ ਮਤਭੇਦ ਹੈ ਨੇ, ਪਰ ਫਿਰ ਵੀ ਜਦੋਂ ਅਸੀਂ ਕੌਮੀ ਲੈਵਲ ਤੇ ਵਿਚਰਦੇ ਹਾਂ, ਜਦੋਂ ਕੌਮੀ ਸ਼ਕਤੀ ਦੇ ਰੂਪ ਚ ਵਿਚਰਨਾ ਵਾ ਅਸੀਂ, ਉੱਥੇ ਕੁਝ ਐਸੇ ਐਕਸ਼ਨ ਸਾਨੂੰ ਲੈਣੇ ਪੈਂਦੇ ਨੇ ਜਿਹੜੇ ਵਿਚਾਰਕ ਮਤਭੇਦ ਤੋਂ ਉੱਤੇ ਜਾ ਕੇ ਲੈਣੇ ਪੈਂਦੇ ਨੇ। ਜਿੱਥੇ ਕੌਮੀ, ਜਦੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਜਦੋਂ 84 ਦਾ ਦਿੱਲੀ ਦੇ ਵਿੱਚ ਕਤਲੇਆਮ ਸ਼ੁਰੂ ਹੁੰਦਾ ਹੈ, ਉੱਥੇ ਤੇ ਉਹ ਕਾਮਰੇਡ ਵੀ ਨਹੀਂ ਛੱਡਦੇ, ਸੁਰਜੀਤ ਸਿੰਘ ਕਾਮਰੇਡ ਵਰਗੇ। ਉੱਥੇ ਤੇ ਉਹ ਵੀ ਭੱਜ ਕੇ, ਜਿਹਦੇ ਸਿਰ ਤੇ ਪੱਗ ਹੈ ਉਹਨੂੰ ਉਸ ਭੀੜ ਕੋਲੋਂ ਭੱਜ ਕੇ ਜਾਨ ਬਚਾਉਣੀ ਪਈ। ਸੋ ਜਿਹੜਾ ਆਹ ਵਿਰੋਧ ਹੈ ਸਾਡਾ ਆਪਣੇ ਲੈਵਲ ਤੱਕ ਰਿਹਾ। ਜਿਹੜਾ ਵਿਚਾਰਕ ਮਤਭੇਦ ਹੈ ਇਹ ਸਾਡਾ ਆਪਣੇ ਲੈਵਲ ਤੱਕ ਰਿਹਾ, ਤੇ ਆਪਣੇ ਲੈਵਲ ਤੱਕ ਹੀ ਰਿਬਟਲ ਦਿੰਦੇ ਆ। ਇਹਨੂੰ ਅਸੀਂ ਕਿਸੇ ਬਾਹਰੀ ਏਜੰਸੀ ਨੂੰ, ਕਿਸੇ ਬਾਹਰੀ ਧਿਰ ਨੂੰ ਫਾਇਦਾ ਨਹੀਂ ਉਠਾਉਣ ਦਿੰਦੇ। ਤੇ ਇਹੀ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਹਾਂ। ਜਿੱਥੋਂ ਤੱਕ ਇਹਦੀ ਤੁਸੀਂ ਗੱਲ ਕਰਦੇ, ਜੇ ਇਹਨੇ ਸਾਰੇ ਰੂਪ ਬਦਲ ਲਏ, ਫਿਰ ਇਹਨੇ ਵੇਖਿਆ ਵੀ ਹੁਣ ਕੀ ਕੀਤਾ ਜਾਵੇ। ਅਖੀਰ ਇਹਦੀ ਮੰਜ਼ਿਲ, ਕਿਉਂਕਿ ਜਿਸ ਬੰਦੇ ਨੂੰ ਪੂਜਾ ਕਰਾਉਣ ਦਾ ਭੁੱਸ ਹੋਵੇ, ਜਿਸ ਬੰਦੇ ਨੂੰ ਵਿਹਲੀਆਂ ਖਾਣ ਦਾ, ਅਯਾਸ਼ੀ ਕਰਨ ਦਾ ਭੁੱਸ ਹੋਵੇ, ਉਹ ਪ੍ਰਚਾਰਕ ਨਹੀਂ ਬਣ ਸਕਦਾ। ਇਹ ਗੱਲ ਧਿਆਨ ਚ ਰੱਖਿਓ। ਠੀਕ ਹੈ। ਉਹਨੇ ਵੇਖਿਆ ਵੀ ਇੱਧਰ ਤੇ ਕੰਮ ਭੁੱਖੇ ਮਰਨ ਵਾਲਾ ਵਾ, ਕਿਉਂਕਿ ਜਦੋਂ ਤੁਸੀਂ ਇਹਨਾਂ ਮਿਸ਼ਨਰੀ ਪ੍ਰਚਾਰਕਾਂ ਦੀ, ਜਾਂ ਜਿੰਨੇ ਵੀ ਪ੍ਰਚਾਰਕ ਨੇ ਸਾਡੇ ਵਿਚਰਦੇ ਨੇ ਤਕਰੀਬਨ ਹੀ, ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ ਜੀ, ਉਹ ਤੇ ਆਪਣਾ ਪ੍ਰਚਾਰ ਕਰਦੇ ਨੇ ਗੁਰਦੁਆਰੇ ਦੇ ਵਿੱਚ, ਤੇ ਪ੍ਰਬੰਧਕਾਂ ਨੇ ਕਿਹਾ ਪਿੱਛੇ ਜੇ ਕਮਰਾ ਬਣਾਇਆ ਹੁੰਦਾ ਉਹਦੇ ਚ ਸੁੱਤੇ ਹੁੰਦੇ ਨੇ, ਸਵੇਰੇ ਉੱਠ ਕੇ ਫੇਰ ਚਲੇ ਜਾਂਦੇ ਨੇ ਪ੍ਰਚਾਰ ਕਰਨ। ਤੇ ਸ਼ਾਮ ਤੱਕ ਸਾਰਾ ਹਫ਼ਤਾ ਕਥਾ ਇੰਗਲੈਂਡ ਚ ਕਰਦੇ ਨੇ, ਤੇ 200, 300, 250 ਪਾਉਂਡ ਨਹੀਂ ਇਹਨਾਂ ਨੂੰ ਹੁੰਦਾ। ਹਾਲਾਂਕਿ ਇਹ ਗਲਤ ਗੱਲ ਹੈ। ਜਿਹੜਾ ਪ੍ਰਬੰਧਕੀ ਢਾਂਚਾ ਹੈ ਉਹ ਸਰਾਸਰ ਇੱਕ ਇਹ ਮਿਸਯੂਜ਼ ਕਰ ਰਿਹਾ ਇਸ ਕਲਾਸ ਨੂੰ। ਗੱਲ ਗਲਤ ਹੈ। ਮੈਂ ਗੱਲ ਕਰ ਰਿਹਾ ਵੀ ਇਹ ਹਾਲਾਤ ਨੇ। ਹੁਣ ਦੱਸੋ ਵੀ ਇਹਨਾਂ ਹਾਲਾਤਾਂ ਚ ਇਹ ਜਿਹਨੇ ਪੂਜਾ ਕਰਾਈ ਹੈ ਉਹ ਕਿਵੇਂ ਰਹਿ ਸਕਦਾ ਹੈ? ਬਿਲਕੁਲ। ਹੁਣ ਇਹਦਾ ਸ਼ੁਰੂ ਤੋਂ ਏਜੰਡਾ ਇਹ ਰਿਹਾ ਵੀ ਮੈਂ ਇਹਨਾਂ ਦੇ ਵਿੱਚੋਂ ਦੀ ਨਿਕਲ ਕੇ, ਤੇ ਮੈਂ ਲਾਸਟ ਮੰਜ਼ਿਲ ਮੇਰੀ ਇਹ ਹੈਗੀ ਗੌਡਮੈਨ ਦੀ। ਗੌਡਮੈਨ ਜਿਵੇਂ ਰਾਧਾ ਸੁਆਮੀ, ਜਿਵੇਂ ਸਰਸੇ ਵਾਲਾ ਸਾਧ ਰਾਮ ਰਹੀਮ, ਜਿਵੇਂ ਰਾਮ ਰਹੀਮ ਤੁਸੀਂ ਜ਼ਿਕਰ ਕੀਤਾ, ਰਾਮ ਰਹੀਮ ਸਰਸੇ ਵਾਲਾ, ਇਹ ਉਹ ਨੇ ਜਿਨ੍ਹਾਂ ਨੇ ਆਪਣੇ ਲੈਵਲ ਤੇ ਆਪਣੇ ਆਪ ਨੂੰ ਰੱਬ ਘੋਸ਼ਿਤ ਕੀਤਾ ਸੀ। ਇਹ ਗੱਲ ਮੈਂ ਦਲਜੀਤ ਜੀ, ਇਹ ਗੱਲ ਪਿਛਲੇ ਲੰਮੇ ਸਮੇਂ ਤੋਂ 2017 ਚ ਕਹਿਤੀ ਸੀ, ਜਦੋਂ ਸਭ ਤੋਂ ਪਹਿਲੀ ਵਾਰ ਇਸ ਬੰਦੇ ਨੇ ਇੱਕ ਜਿਹੜਾ ਨਿਊਜ਼ੀਲੈਂਡ ਦੀ ਇੱਕ, ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਮਹਿਸੂਸ ਨਹੀਂ ਕਰਦਾ ਕਿ ਉਹਨਾਂ ਦਾ ਨਾਂ ਜਿਹੜਾ ਸਾਨੂੰ ਕਿਤੇ ਮੀਡੀਆ ਦੇ ਲੈਣ ਦੀ ਲੋੜ ਹੈ, ਪਰ ਮੈਂ ਇਸ਼ਾਰਾ ਜ਼ਰੂਰ ਕਰ ਦਿੱਤਾ ਹੈ। ਜੀ ਬਿਲਕੁਲ। ਜਦੋਂ ਉਸ ਬੰਦੇ ਨੇ ਇਹ ਗੱਲ ਕਹੀ ਸੀ
ਜਿਹੜੀ ਗੱਲ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸੰਬੰਧ ਵਿੱਚ ਜਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਸੰਬੰਧ ਵਿੱਚ ਉਹਨਾਂ ਦੀ ਦੂਰਦਰਸ਼ਤਾ ਤੇ ਉਹਨਾਂ ਦੀ ਗੱਦੀ ਤੇ ਸਵਾਲੀਆ ਚਿੰਨ੍ਹ ਖੜਾ ਕੀਤਾ ਸੀ, ਤੇ ਉਦੋਂ ਸਵਾਲ ਪੁੱਛਿਆ ਸੀ ਮੈਂ ਸਾਰੇ ਪ੍ਰਚਾਰਕਾਂ ਨੂੰ, ਤੇ ਇਹਨੂੰ ਵੀ ਨਾਲ ਸਾਰੇ ਪ੍ਰਚਾਰਕਾਂ ਨੇ ਜਵਾਬ ਦਿੱਤੇ ਵੀ ਇਹ ਗੱਲ ਗਲਤ ਹੈ, ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਗਲਤ ਹੈ। ਸਿਧਾਂਤਕ ਤੌਰ ਤੇ ਪ੍ਰਚਾਰਕ ਦਾ ਫਰਜ਼ ਹੈ, ਸਾਨੂੰ ਪੁੱਛਣ ਦੀ ਲੋੜ ਨਹੀਂ ਹੈ ਕਿਸੇ ਨੂੰ, ਹਰ ਪ੍ਰਚਾਰਕ ਦਾ ਫਰਜ਼ ਹੈ, ਕੋਈ ਵੀ ਪ੍ਰਚਾਰਕ ਹੋਵੇ ਜੀ। ਪਰ ਇਹਨੇ ਮੂੰਹ ਬੰਦ ਰੱਖਿਆ। ਜਦੋਂ ਇਹਨੇ ਮੂੰਹ ਬੰਦ ਰੱਖਿਆ ਸਾਨੂੰ ਪਤਾ ਲੱਗਾ ਵੀ ਗੇਮ ਪੈ ਗਈ ਹੈ, ਇਹ ਹੁਣ ਕੋਈ ਨਾ ਕੋਈ ਕੁੰਡੀ ਅੜ ਗਈ ਉਧਰਲੇ ਬੰਨੇ। ਅਸੀਂ ਬਾਰ-ਬਾਰ ਇਹਨੂੰ ਪੁੱਛਦੇ ਰਹੇ। ਪਹਿਲਾਂ ਗੱਲ ਅਸੀਂ ਬੇਨਤੀਆਂ ਕੀਤੀਆਂ, ਮੇਰੇ ਪ੍ਰੋਗਰਾਮ ਦੇਖ ਲਓ ਪਿਛਲੇ ਜਾ ਕੇ ਤੁਸੀਂ ਜੀ, ਇਹਨੂੰ ਬੇਨਤੀ ਕੀਤੀ ਭਾਈ ਸਾਹਿਬ ਜੀ ਆਪਣਾ ਪੱਖ ਰੱਖੋ ਵੀ ਇਸ ਗੱਲ ਬਾਰੇ ਤੁਹਾਡਾ ਕੀ ਵਿਚਾਰ ਹੈ, ਤੁਸੀਂ ਬੋਲੇ ਕਿਉਂ ਨਹੀਂ ਬੋਲਿਆ ਜੀ। ਫਿਰ ਅਸੀਂ ਬੇਨਤੀ ਤੋਂ ਬਾਅਦ ਸਲਾਹ ਤੇ ਆਏ, ਕਿਉਂਕਿ ਬੇਨਤੀ ਜਦੋਂ ਨਹੀਂ ਕੋਈ ਮੰਨਦਾ ਫਿਰ ਸਲਾਹ ਦੇ ਸਕਦੇ ਅਗਲੇ ਨੂੰ ਆਪਾਂ ਵੀ ਆਹ ਹੁਣ ਤੈਨੂੰ ਸਲਾਹ ਵਾ ਸਾਡੀ। ਬਿਲਕੁਲ ਇਹਨੇ ਸਲਾਹ ਨਹੀਂ ਮੰਨੀ, ਅਸੀਂ ਸਲਾਹ ਤੋਂ ਬਾਅਦ ਫਿਰ ਸਵਾਲੀਆ ਚਿੰਨ੍ਹ ਤੇ ਆਏ ਵੀ ਜੇ ਸਲਾਹ ਨਹੀਂ ਮੰਨੀ ਤੇ ਫਿਰ ਹੁਣ ਸਵਾਲ ਕਰਨਾ ਪਏਗਾ ਸਾਨੂੰ। ਫਿਰ ਅਸੀਂ ਸਵਾਲੀਆ ਚਿੰਨ੍ਹ ਲਾਇਆ। ਸਵਾਲੀਆ ਚਿੰਨ੍ਹ ਤਕਰੀਬਨ ਉਹ 6-7 ਮਹੀਨੇ ਤਕਰੀਬਨ ਅਸੀਂ ਉਹ ਪ੍ਰੋਗਰਾਮ ਚੱਲਦੇ ਰਹੇ। ਵਿੱਚੋਂ ਜੇ ਇਹਨੇ ਬਹਿ ਕੇ ਮਸਲਾ ਸੁਲਝਾਉਣ ਦਾ ਇੱਕ ਪ੍ਰੋਮਿਸ ਵੀ ਕੀਤਾ, ਫਿਰ ਦੌੜਿਆ, ਮੈਂ ਫਿਰ ਪ੍ਰੋਗਰਾਮ ਸ਼ੁਰੂ ਕੀਤੇ। ਉਹ ਸਿਲਸਿਲਾ 1.5-2 ਸਾਲ ਲਗਾਤਾਰ ਚੱਲਿਆ। ਠੀਕ ਹੈ, ਜਿਹੜਾ ਅਸੀਂ ਇਹਦੇ ਤੇ ਬਾਰ-ਬਾਰ ਸਵਾਲੀਆ ਚਿੰਨ੍ਹ ਲਾਇਆ। ਫਿਰ ਅਖੀਰ ਜਿਹੜੀ ਗੱਲ ਅਸੀਂ ਉਦੋਂ ਕਹਿੰਦੇ ਸੀ ਵੀ ਇਹਦੀ ਤੇ ਉਹਦੀ ਆਪਸ ਦੇ ਵਿੱਚ ਇੱਕ ਗੱਲ ਹੈ, ਅੱਜ ਸਾਰੇ ਲੋਕਾਂ ਦੇ ਸਾਹਮਣੇ ਪ੍ਰਗਟ ਹੈ। ਉਦੋਂ ਮੇਰੇ ਖਿਲਾਫ ਚੰਗੇ ਭਲੇ ਬੰਦੇ, ਮੈਂ ਪੰਜਾਬ ਤੋਂ, ਮੈਂ ਈਵਨ ਇੱਕ ਵਾਰ ਜਰਮਨ ਗਿਆ, ਉੱਥੇ ਵੀ ਕੁਝ ਮੇਰੇ ਆਪਣੇ ਸੱਜਣ ਜਿਹੜੇ ਆ ਮੇਰੇ ਨਾਲ ਔਖੇ ਹੋਈ ਜਾਣ ਵੀ ਇਹ ਕੀ ਤੁਸੀਂ ਸ਼ੁਰੂ ਕਰ ਲਿਆ। ਚੰਗੇ ਭਲੇ ਬੰਦੇ ਜਿਹੜੇ ਸੀ ਉਹ ਸਾਡਾ ਵਿਰੋਧ ਕਰਨਾ ਸ਼ੁਰੂ ਕਰ ਗਏ ਸਨ ਵੀ ਇਹ ਤੁਸੀਂ ਕੀ ਕਰਨਾ ਸ਼ੁਰੂ ਕਰ ਲਿਆ ਜੀ, ਉਹ ਤੇ ਪ੍ਰਚਾਰਕ ਬਣਿਆ ਏ, ਉਹ ਤੇ ਜਿਹੜਾ ਸੰਤ ਪਾਦਿਆ ਛੱਡ ਕੇ ਆਇਆ। ਬਾਰ-ਬਾਰ ਇਹੋ ਸਵਾਲ ਕਰਦਾ ਕਿਉਂ ਕਰਦੇ ਹੋ ਤੁਸੀਂ ਜੀ, ਸਵਾਲ ਇਹ ਆਉਂਦਾ ਵਿਰੋਧ ਕਿਉਂ ਕਰਦੇ। ਮੈਂ ਬਾਰ-ਬਾਰ ਇਹੋ ਵਾਪਸ ਹੀ ਸਵਾਲ ਉਹਨਾਂ ਨੂੰ ਕਰਦਾ ਵੀ ਜੇ ਉਹ ਸੰਤ ਨਹੀਂ ਹੈ, ਅਖੌਤੀ ਸੰਤ ਨਹੀਂ ਹੈ, ਜੇ ਉਹ ਅਖੌਤੀ ਬਾਬਾ ਨਹੀਂ ਹੈ ਤੇ ਉਹਦੀ ਵਿਵਸਥਾ ਕਿਉਂ ਨਹੀਂ ਬਦਲੀ। ਜਦੋਂ ਡੇਰਾ ਨਾਲ ਆਇਆ ਜੀ, ਜੇ ਉਹ ਡੇਰੇ ਦਾ ਸਾਰਾ ਪ੍ਰਬੰਧ ਨਾਲ ਆਇਆ ਤੇ ਉਹ ਪ੍ਰਚਾਰਕ ਕਿਵੇਂ ਬਣ ਗਿਆ? ਕੀ ਪ੍ਰਚਾਰਕ ਆਪਾਂ ਸਵਾਲ ਵੀ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਨੇ ਆ। ਚਲੋ ਤੁਹਾਡੇ ਜਿਹੜੇ ਸਾਥੀ ਜਾਂ ਆਪਾਂ ਕਹਿ ਲਈਏ ਵੀ ਆਮ ਸਵਾਲ ਹੈ ਭਈ ਕਿਉਂ ਵਿਰੋਧ ਹੈਗਾ ਉਹਨਾਂ ਦਾ, ਤੇ ਜੇ ਉਹ ਕਹਿੰਦੇ ਵੀ ਮੈਂ ਸੰਤ ਤੋਂ ਭਾਈ ਬਣ ਗਿਆ, ਮਤਲਬ ਕਿ ਤੁਸੀਂ ਇਹ ਕਹਿੰਦੇ ਹੋ ਵੀ ਸਾਰਾ ਕੁਝ ਨਾਲ ਆਇਆ, ਕਿਵੇਂ ਮਤਲਬ ਤੁਹਾਨੂੰ ਲੱਗਦਾ ਵੀ ਉਹ ਬਦਲੇ ਨਹੀਂ ਹੈਗੇ, ਸਾਰਾ ਕੁਝ ਉਹ ਪਹਿਲੇ ਵਰਗਾ ਚੱਲ ਰਿਹਾ? ਸੋ ਗੱਲ ਸਵਾਲ ਫਿਰ ਉੱਥੇ ਆਉਂਦਾ ਨਾ ਵੀ ਜਦੋਂ ਵਿਵਸਥਾ ਉਹ ਹੈ ਤੇ ਕੇਵਲ ਟਾਈਟਲ ਬਦਲਣ ਨਾਲ ਪ੍ਰਚਾਰਕ ਕਿਵੇਂ ਬਣ ਗਿਆ? ਵੀ ਮੈਂ ਟਾਈਟਲ ਬਦਲਣਾ, ਮੈਂ ਹੁਣ ਫਾਰ ਐਗਜ਼ਾਮਪਲ ਕਰਨੀ ਮੈਂ ਚੋਰੀ, ਮਾਰਨੀ ਮੈਂ ਠੱਗੀ ਹੈ ਜੀ, ਤੇ ਟਾਈਟਲ ਦੇ ਤੌਰ ਤੇ ਮੈਂ ਚੋਰ ਤੇ ਠੱਗੀ ਦਾ ਜਿਹੜਾ ਉਹਨੂੰ ਟਾਈਟਲ ਨੂੰ ਸਾਈਡ ਤੇ ਕਰਕੇ ਤੇ ਮੈਂ ਅਗਲੇ ਬੰਨੇ ਇੰਸਪੈਕਟਰ ਲਿਖ ਲਾਂ ਜਾਂ ਆਪਣੇ ਅਗਲੇ ਬੰਨੇ ਐਡਵੋਕੇਟ ਲਾ ਲਾਂ, ਕੀ ਮੈਂ ਏਦਾਂ ਵਕੀਲ ਬਣ ਜਾਵਾਂਗਾ? ਹੁਣ ਟਾਈਟਲ ਬਦਲ ਗਿਆ, ਸੰਤ ਤੋਂ ਟਾਈਟਲ ਭਾਈ ਦਾ ਆ ਗਿਆ। ਭਾਈ ਦਾ ਮਤਲਬ ਹੁੰਦਾ ਏ, ਗੱਲ ਧਿਆਨ 'ਚ ਰੱਖਿਓ, ਭਾਈ ਦਾ ਮਤਲਬ ਹੁੰਦਾ ਕਨਸੈਪਟ ਆਫ ਬ੍ਰਦਰਹੁੱਡ, ਜਿਹੜਾ ਭਰਾਤਰਤਾ ਭਾਵ ਦਾ ਸੰਕਲਪ ਹੈ ਜੀ, ਇਹ ਸਿੱਖੀ ਨੇ ਦਿੱਤਾ ਹੈ। ਨਹੀਂ ਤੇ ਇੱਕ ਰਾਮ ਚੇਲਾ ਤੇ ਪੈਦਾ ਕਰਦਾ ਹੈ, ਭਾਈ ਨਹੀਂ ਪੈਦਾ ਕਰਦਾ। ਤੁਸੀਂ ਕੋਈ ਵੀ ਸੰਕਲਪ ਵੇਖ ਲਓ, ਉਹਦੇ ਵਿੱਚ ਚੇਲਾ ਤੇ ਨਿਕਲੂਗਾ, ਭਾਈ ਨਹੀਂ ਨਿਕਲੂਗਾ। ਮੁਹੰਮਦ ਵੀ ਲਾਸਟ ਪੈਗੰਬਰ ਨੇ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾਹ, ਲਾਸਟ ਪੈਗੰਬਰ ਹੈ ਵੀ ਮੁਹੰਮਦ ਜਿਹੜਾ ਉਹ ਲਾਸਟ ਪੈਗੰਬਰ ਹੈ। ਮੁਹੰਮਦ ਹੀ ਉਹਦਾ ਅੱਲਾਹ ਦਾ ਰਸੂਲ ਹੈ ਜੀ, ਉਹਦੇ ਦਰ ਤੇ ਉਹੀ ਕਬੂਲ ਹੈ, ਇਸ ਤੋਂ ਬਾਅਦ ਕੁਛ ਨਹੀਂ। ਹੁਣ ਜਦੋਂ ਸਿੱਖੀ ਦੀ ਗੱਲ ਕਰਦੇ ਜੇ, ਗੁਰੂ ਗੁਰਬਾਣੀ ਭਾਈ 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 ਕਰਕੇ ਆਵਾਜ਼ਾਂ ਮਾਰਦੀ ਹੈ। ਤੁਸੀਂ ਵੇਖੋ ਵੀ ਜਦੋਂ, ਕਿਉਂਕਿ ਜਦੋਂ ਸਿੱਖ ਜਿਹੜੀ ਪਾਪੂਲੇਸ਼ਨ ਹੈ ਉਹ ਨੀਚਾਂ ਅੰਦਰ ਨੀਚ ਜਾਤ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਇੱਥੇ ਮਲਕ ਭਾਗੋ ਨਹੀਂ, ਇੱਥੇ ਲਾਲੋ ਇਕੱਠੇ ਹੋਏ ਨੇ ਤੇ ਸਿੱਖੀ ਦਾ ਇੱਕ ਜਿਹੜਾ ਵਾ ਰਸਤਾ ਤਿਆਰ ਹੋਇਆ, ਪੰਥ ਤਿਆਰ ਹੋਇਆ, ਤੇ ਉਸ ਪੰਥ ਦੀ ਜਿਹੜੀ ਮੰਜ਼ਿਲ ਸੀ ਉਹ ਧਰਮ ਸੀ ਜੀ ਜੀ। ਹੁਣ ਇੱਥੇ ਉਹ ਜਿਹੜੇ ਸਮਾਜ ਨੇ ਨੀਚ ਬਣਾ ਦਿੱਤੇ ਸਨ, ਧੱਕ ਦਿੱਤੇ ਸਨ, ਉਹਨਾਂ 'ਚ ਜੱਟ ਵੀ ਨੇ, ਕਿਉਂਕਿ ਜੱਟ ਵੀ ਜਿਹੜੀ ਉਹ ਨੀਚਾਂ ਦੀ ਜਮਾਤ ਹੈ। ਉਹਦੇ 'ਚ ਹੋਰ ਜਿੰਨੀਆਂ ਵੀ ਜਾਤੀਆਂ ਨੇ ਜੋ ਪ੍ਰਚਲਿਤ ਨੇ, ਇਹ ਉਹ ਸਨ ਜਿਹੜੇ ਗੁਰੂ ਨੇ ਸਾਡੇ ਤੇ ਮਿਹਰ ਕਰਕੇ ਸਾਨੂੰ ਚੱਕਿਆ, ਚੱਕ ਕੇ ਤੇ ਸਾਨੂੰ ਸਰਦਾਰ ਬਣਾਤਾ। ਹੁਣ ਉਹਨਾਂ ਨੀਚਾਂ 'ਚੋਂ ਨਿਕਲ ਕੇ ਅਸੀਂ ਆਏ ਆ ਤੇ ਸਾਨੂੰ ਗੁਰੂ ਨੇ ਨੀਚਾਂ 'ਚੋਂ ਉੱਤੇ ਚੱਕ ਕੇ ਸਾਡੇ ਤੇ ਇਹ ਵੀ ਨੇ ਸਾਡੀ ਮਾਈਂਡ ਦੇ ਵਿੱਚ ਕੋਈ ਰਹਿਣ ਦਿੱਤਾ ਵੀ ਸਾਡੇ ਤੇ ਗੁਰੂ ਨੇ ਅਹਿਸਾਨ ਕੀਤਾ। ਉਹ ਕਹਿੰਦਾ ਨਹੀਂ, ਤੁਸੀਂ ਮੇਰੇ ਭਾਈ ਜੇ ਜੀ। ਹੁਣ ਭਾਈ ਦਾ ਮਤਲਬ ਹੈ ਬਰਾਬਰਤਾ ਦਾ ਲੈਵਲ,
ਬਿਲਕੁਲ। ਜਦੋਂ ਗੁਰੂ ਭਾਈ ਕਹਿੰਦਾ ਹੈ ਤਾਂ ਤੁਸੀਂ ਦੱਸੋ ਵੀ ਮੇਰੇ ਵਰਗਾ ਉੱਥੇ ਜਿਹੜਾ ਕੋਈ ਨੀਚ ਜਾਤ ਵਾਲਾ ਹੋਏਗਾ ਉਹਦੇ ਅੰਦਰ ਕਿਹੋ ਜਿਹੀ ਫੀਲਿੰਗ ਆਉਂਦੀ ਹੋਏਗੀ। ਉਹਦੇ ਅੰਦਰ ਇੱਕਦਮ ਜਦੋਂ ਮਹਿਸੂਸ ਕਰਦਾ ਹੈ ਕਿ ਮੈਂ ਗੁਰੂ ਦਾ ਭਾਈ ਹਾਂ ਜੀ, ਕਿਆ ਮੇਰੀ ਗੁਰੂ ਨੇ ਰਿਸਪੈਕਟ ਮੈਨੂੰ ਦਿੱਤੀ। ਉਹ ਸੀ ਭਾਈ। ਬਿਲਕੁਲ ਬਿਲਕੁਲ। ਭਾਈ ਸਾਹਿਬ ਜਦੋਂ ਅਸੀਂ ਕਹਿੰਦੇ ਆ ਬੜਾ ਵੱਡਾ ਸੰਕਲਪ ਹੈ। ਇਹ ਐਵੇਂ ਨਹੀਂ ਆ ਵੀ ਲਫ਼ਜ਼ੀ ਭਾਈ ਸਾਹਿਬ ਆ ਗਏ, ਭਾਈ ਸਾਹਿਬ ਚਲੇ ਗਏ, ਜਿਵੇਂ ਕਹਿੰਦਾ ਵੀ ਇਹ ਭਾਈ ਬਣ ਗਿਆ। ਜਦੋਂ ਇਹਨੇ ਬਹਿਣਾ ਸੋਫੇ ਤੇ ਹੈ, ਮੇਰਾ ਸਵਾਲ ਨਾਲ ਹੀ ਰਿਬਟਲ ਲੈ ਲਿਓ ਵੀ ਜਦੋਂ ਇਹਨੇ ਬਹਿਣਾ ਸੋਫੇ ਤੇ ਉਹਦੇ ਥੱਲੇ ਚਿੱਟਾ ਕੱਪੜਾ ਵਿਛਣਾ। ਜੀ, ਜਦੋਂ 5 ਕੌਲੀਆਂ ਦੇ ਵਿੱਚ ਜਿਵੇਂ ਮਲਕ ਭਾਗੋ ਨੇ ਭੇਜੀ ਸੀ ਵੀ ਲੈ ਪੂੜੀਆਂ, ਲੈ ਗੁਰੂ ਨਾਨਕ ਲੈ ਪੂੜੀਆਂ, ਐ ਗੁਰੂ ਨਾਨਕ ਸਾਹਿਬ ਇਹਦੇ ਨਾਲ ਦੀ ਤੈਨੂੰ ਹਲਵਾ ਨਹੀਂ ਲੱਭਣਾ ਕਿਤੇ। ਜਦੋਂ ਖਾਣਾ ਮਲਕ ਭਾਗੋ ਵਾਲਾ ਹੋਣਾ ਤੇ ਲਾਲੋ ਦੇ ਲੈਵਲ ਤੇ ਵਿਚਰ ਕੇ ਨਾਨਕ ਦਾ ਭਾਈ ਕਿਵੇਂ ਹੋ ਗਿਆ। ਸਵਾਲ ਇਹ ਹੈ ਵੀ ਜਦੋਂ ਸ਼ੌਂਕ ਸਾਰੇ ਮਲਕ ਭਾਗੋ ਵਾਲੇ ਨੇ ਜੀ ਤੇ ਫਿਰ ਇਹ ਭਾਈ ਕਿਵੇਂ ਬਣ ਗਿਆ ਜੀ। ਠੀਕ ਹੈ। ਸੋ ਇਹ ਗੱਲਾਂ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਵੀ ਭਾਈ ਵੀ ਜੇਕਰ ਦੇਖੀਏ ਤਾਂ ਉਹ ਵੀ ਉਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਸੰਤ ਤੋਂ ਭਾਈ ਬਣਨ ਵਾਲਾ ਤੇ ਜਾਂ ਭਾਈ ਵਾਲਾ ਪਹਿਰਾਵਾ ਵੀ ਨਹੀਂ ਹੈਗਾ। ਜੇ ਉਹਨਾਂ ਦੇ ਕੱਪੜਿਆਂ ਦੀ ਜਾਂ ਫਿਰ ਬੂਟਾਂ ਤੱਕ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਕੋਈ ਆਪਾਂ ਆਮ ਨਹੀਂ ਆਪਾਂ ਸਮਝ ਸਕਦੇ। ਸੋ ਜਿਸ ਤਰ੍ਹਾਂ ਉਹ ਵਿਚਰਦੇ ਹੈਗੇ ਆ ਵੀ ਉਹ ਵੀ ਉਹ ਤਰੀਕੇ ਦੇ ਨਾਲ ਨਹੀਂ ਹੈਗਾ। ਤੁਸੀਂ ਗੱਲ ਬੂਟਾਂ ਦੀ ਕੀਤੀ ਹੈ, ਮੈਂ ਇਹਨੂੰ ਠੇਠ ਪੰਜਾਬੀ ਛਿੱਤਰ ਕਹਿ ਲੈਣਾ ਜੀ। ਜਦੋਂ ਕੌਮ ਆਪਣੀ ਗਿਆਨ ਵਿਜ਼ਡਮ ਛੱਡ ਕੇ, ਕਿਤਾਬਾਂ ਛੱਡ ਕੇ ਜੁੱਤੀਆਂ ਖਰੀਦਣ 'ਚ ਚਲੇ ਜਾਏ ਨਾ ਤੇ ਯਾਦ ਰੱਖਿਓ ਜੁੱਤੀਆਂ ਹੀ ਵਾਪਸ ਆਉਣੀਆਂ ਨੇ ਸਾਨੂੰ। ਤੇ ਜੇ ਕੌਮ ਤੋਂ ਅਲੱਗਾ ਕਰਕੇ ਅਸੀਂ ਇਹ ਨਿੱਜ ਦੇ ਲੈਵਲ ਤੇ ਸੋਚ ਲਈਏ ਵੀ ਕੋਈ ਬੰਦਾ ਜੀ ਬਹੁਤਾ ਜੁੱਤੀਆਂ ਦਾ ਸ਼ੌਕੀਨ ਹੈ ਤੇ ਯਾਦ ਰੱਖਿਓ ਫਿਰ ਉਹ ਜੁੱਤੀਆਂ ਦਾ ਰਿਟਰਨ ਜੁੱਤੀਆਂ ਹੀ ਹੁੰਦੀਆਂ ਨੇ। ਠੀਕ ਹੈ। ਜਿਹੋ ਜੀ ਲਾਅ ਆਫ ਅਟਰੈਕਸ਼ਨ ਹੈ ਨਾ, ਤੁਸੀਂ ਇੱਥੇ ਇਹਨਾਂ ਦੇਸ਼ਾਂ 'ਚ ਰਹਿੰਦੇ ਜੇ, ਇੱਥੇ ਜਦੋਂ ਅਸੀਂ ਲਾਅ ਆਫ ਅਟਰੈਕਸ਼ਨ ਦੀ ਗੱਲ ਕਰਦੇ ਹਾਂ, ਲਾਅ ਆਫ ਅਟਰੈਕਸ਼ਨ ਇਹੋ ਹੀ ਹੈ ਕਿ ਜਿਹੜੀ ਚੀਜ਼ ਨੂੰ ਤੁਸੀਂ ਅਟਰੈਕਟ ਕਰਦੇ ਜੇ ਉਹ ਯੂਨੀਵਰਸ ਉਹਦੇ ਅਕਾਰਡਿੰਗ ਕੰਮ ਕਰਦੀ, ਅੰਗਰੇਜ਼ ਕਹਿੰਦੇ ਨੇ। ਕਿਉਂਕਿ ਮੈਂ ਅੰਗਰੇਜ਼ਾਂ ਦੀ ਨਾਲ ਜਿਹੜੀ ਰੈਫਰੈਂਸ ਇਸ ਕਰਕੇ ਲੈ ਰਿਹਾ ਵੀ ਅੰਗਰੇਜ਼ ਬਹੁਤੇ ਪਸੰਦ ਨੇ ਭਾਈ ਸਾਹਿਬ ਨੂੰ ਜੀ। ਵੀ ਅੰਗਰੇਜ਼ ਇਹ ਕਹਿੰਦੇ ਨੇ ਲਾਅ ਆਫ ਅਟਰੈਕਸ਼ਨ ਦੇ ਵਿੱਚ ਵੀ ਜਿਹੜੀ ਚੀਜ਼ ਨੂੰ ਅਟਰੈਕਟ ਕਰਦੇ ਜੇ ਫਿਰ ਉਹ ਚੀਜ਼ ਤੁਹਾਡੇ ਕੋਲ ਤੁਹਾਨੂੰ ਮਿਲਦੀ ਹੈ। ਜਿਸ ਚੀਜ਼ ਉਹ ਤੁਹਾਡੇ ਸੁਪਨਿਆਂ 'ਚ ਆਉਂਦੀ ਹੈ ਉਹ ਤੁਹਾਡਾ ਜੀਵਨ ਬਣ ਜਾਂਦਾ। ਜੀ 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 ਜੀ। ਹੁਣ ਮੈਂ ਨਾਲ ਹੀ ਆਪਣੀ ਕੌਮ ਵਾਸਤੇ ਵੀ ਇਹ ਗੱਲ ਕਰ ਦੇਣਾ ਚਾਹੁੰਦਾ ਵੀ ਯਾਦ ਰੱਖਿਓ ਸਾਡਾ ਫੈਸ਼ਨ ਤੇ ਬੇਸ਼ਰਮੀ ਜੀ, ਇਹਨਾਂ ਦੋਨਾਂ ਗੱਲਾਂ 'ਚ ਫਰਕ ਹੈ। ਅਸੀਂ ਦੁਨੀਆ ਦੇ ਨਾਲ ਰਹਿਣਾ ਹੈ, ਨੋ ਡਾਊਟ, ਪਰ ਇਹ ਵੇਖਣਾ ਹੈ ਵੀ ਦੁਨੀਆ ਦੇ ਨਾਲ ਰਹਿੰਦੇ ਰਹਿੰਦੇ ਜਿਵੇਂ ਫਰੀਦ ਜੀ ਕਹਿੰਦੇ ਨੇ ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੀ ਬਿਲਕੁਲ। ਵੀ ਦੁਨੀਆ ਦੇ ਨਾਲ ਰਹਿਣਾ ਹੈ, ਨਾਲ ਇਹ ਵੀ ਵੇਖਣਾ ਹੈ ਵੀ ਰਿਸੋਰਸਸ ਕੀ ਨੇ, ਜਿਹੜੇ ਸ਼ੌਂਕ ਮੈਂ ਪੂਰੇ ਕਰਨਾ ਚਾਹੁੰਦਾ ਵੀ ਉਹ ਸ਼ੌਂਕ ਪੂਰੇ ਕਰ ਸਕਦਾ। ਜੀ ਜੀ। ਜੇ ਤਾਂ ਮੈਂ ਨਿੱਜ ਦੇ ਲੈਵਲ ਤੇ ਕਰ ਸਕਦਾ ਤੇ ਕਰ ਭਾਈ। ਤੇ ਜਦੋਂ ਤੂੰ ਕੌਮੀ ਲੈਵਲ ਤੇ ਵਿਚਰਦਾ ਹੈ, ਤੇਰਾ ਆਪਣਾ ਰਿਸੋਰਸਸ ਕੋਈ ਨਹੀਂ, ਪੈਸੇ ਤੂੰ ਬਾਹਰੋਂ ਮੰਗਣੇ ਆ ਸਾਰੇ ਜੀ। ਉਦਾਂ ਇਹ ਕਹਿੰਦੇ ਬਾਹਰਲੇ ਲੋਕ ਪੁਜਾਰੀ ਨੇ। ਮੈਂ ਤੁਹਾਨੂੰ ਦੱਸ ਦਿੰਦਾ ਵੀ ਦੁਨੀਆ ਦਾ ਇਸ ਲੈਵਲ ਦਾ ਪੁਜਾਰੀ ਵੈਸੇ ਸ਼ਬਦ ਬੜਾ ਪਵਿੱਤਰ ਹੈ। ਪੁਜਾਰੀ ਸ਼ਬਦ ਪ੍ਰੋਹਿਤ ਤਾਂ ਕਹਿ ਸਕਦੇ ਅਸੀਂ, ਪੁਜਾਰੀ ਨਹੀਂ। ਪੁਜਾਰੀ ਮਤਲਬ ਠਾਕਰ ਦਾ ਸੇਵਕ ਸਦਾ ਪੁਜਾਰੀ, ਜਿਹੜਾ ਠਾਕਰ ਦਾ ਸੇਵਕ ਉਹਨੂੰ ਪੁਜਾਰੀ ਕਹਿੰਦੇ ਨੇ ਜੀ। ਹਾਂ, ਜਦੋਂ ਪੁਜਾਰੀ ਨਾਲ ਸ਼ਬਦ ਵਾਦ ਆ ਜਾਂਦਾ ਹੈ, ਵਾਦ ਜੀ, ਜਿਹਨੂੰ ਅਸੀਂ ਇਜ਼ਮ ਕਹਿੰਦੇ ਆ ਜੀ। ਇਜ਼ਮ ਸ਼ਬਦ ਜਿਹੜਾ ਹੈ ਉਹ ਖਤਰਨਾਕ ਹੈ। ਜਦੋਂ ਕੋਈ ਚੀਜ਼ ਵਾਦ 'ਚ ਆ ਜਾਂਦੀ ਹੈ ਫਿਰ ਉਹ ਖਤਰਨਾਕ ਹੋ ਜਾਂਦੀ ਹੈ। ਸੋ ਪੁਜਾਰੀ ਵੈਸੇ ਸ਼ਬਦ ਪਵਿੱਤਰ ਹੈ, ਪਰ ਮੈਂ ਇਹਨਾਂ ਦੀ ਗੱਲ ਲੈ ਕੇ ਗੱਲ ਕਰਦਾ ਵੀ ਮੰਨ ਲਓ ਵੀ ਇਹ ਕਹਿੰਦੇ ਨੇ ਪੁਜਾਰੀ, ਹੁਣ ਇਹਦੇ ਤੋਂ ਵੱਡਾ ਪੁਜਾਰੀ ਨਹੀਂ ਫਿਰ ਕੋਈ। ਅੱਛਾ ਜੀ। ਇਹਨੇ ਲੋਕਾਂ ਤੋਂ ਲੱਖਾਂ ਰੁਪਈਆ ਰੋਜ਼ ਮੰਗਦਾ ਹੈ, ਆਨਲਾਈਨ ਅਕਾਊਂਟ ਨੇ ਇਹਦੇ, ਫਿਰ ਕਦੀ ਸੋਲਰ ਸਿਸਟਮ ਚਾਹੀਦਾ ਹੈ, ਕਦੀ ਬਾਥਰੂਮ ਚਾਹੀਦਾ ਹੈ, ਕਦੀ ਮੱਝਾਂ ਮਰ ਗਈਆਂ ਭੁੱਖੀਆਂ ਮਰ ਗਈਆਂ ਤੂੜੀ ਲਾਇਓ ਜੀ, ਕਦੀ ਕੁਝ ਲਾਇਓ, ਤੇ ਜੁੱਤੀਆਂ ਦੇ ਸ਼ੌਂਕ, ਇਹ ਸਾਰਾ ਕੌਮੀ ਰਿਸੋਰਸਸ ਤੋਂ ਪੂਰੇ ਹੋ ਰਹੇ ਨੇ। ਕੌਮ ਦੀ ਜਿਹੜੀ ਫਾਈਨੈਂਸ਼ੀਅਲ ਸਾਡੇ ਰਿਸੋਰਸਸ ਨੇ, ਜਿਹੜੇ ਅਸੀਂ ਆਪਣੇ ਮਸਲੇ ਹੱਲ ਕਿਸੇ ਢਾਂਚੇ ਨੂੰ ਖੜੇ ਕਰਨ ਦੇ ਵਿੱਚ ਵਰਤ ਸਕਦੇ ਸੀ, ਜੇ ਇਹੋ ਜਿਹੇ ਲੋਕ ਮਿਸਯੂਜ਼ ਨਾ ਕਰਦੇ, ਉਹ ਜਿਹੜਾ ਵਾ ਸਾਰਾ ਮਿਸਯੂਜ਼ ਹੋ ਰਹੇ ਨੇ, ਉਹ ਸਿਰਫ ਇਹਦੇ ਸ਼ੌਂਕ, ਇਹਦੀ ਅਯਾਸ਼ੀ ਪੂਰੀ ਕਰਨ ਵਾਸਤੇ ਲੱਗ ਰਹੇ ਨੇ।
ਸਰਦਾਰ ਪ੍ਰਭਜੀਤ ਸਿੰਘ ਜੀ, ਇੱਕ ਤਾਂ ਚਲੋ ਇਹ ਮੰਨ ਲਈ ਆਪਾਂ ਗੱਲ ਵੀ ਇਹ ਸੰਤ ਤੋਂ ਭਾਈ ਬਣਨਾ, ਪਰ ਕਾਰਨਾਮੇ ਸਾਰੇ ਉਹੋ ਹੀ, ਸਾਰਾ ਕੁਝ ਠੀਕ ਹੈ, ਪਹਿਰਾਵਾ ਹੋ ਗਿਆ ਜਾਂ ਕੌਮ ਨੂੰ ਆਰਥਿਕ ਤੌਰ ਦੇ ਉੱਤੇ ਆਪਾਂ ਕਹੀਏ ਵੀ ਲੁੱਟਣਾ ਵੀ ਮੰਨ ਲੈਂਦੇ ਆ। ਪਰ ਹੁਣ ਇਤਰਾਜ਼ ਕਿੱਥੇ ਹੈਗਾ? ਉਹ ਤਾਂ ਕਹਿੰਦੇ ਵੀ ਜਿਹੜੀ ਮੈਂ ਆਈਡੀਓਲੋਜੀ ਲੈ ਕੇ ਆਇਆ, ਜਿਹੜਾ ਆਪਾਂ ਨਵੇਂ ਤਰੀਕੇ ਦੇ ਨਾਲ ਵਿਚਰਨਾ ਸ਼ੁਰੂ ਕੀਤਾ ਵੀ ਸਿੱਖਾਂ ਨੂੰ ਅਪਗ੍ਰੇਡ ਕਰ ਦੇਣਾ ਹੈ, ਮਤਲਬ ਕਿ ਸਿੱਖ ਪਹਿਲਾਂ ਤਾਂ ਇਹ ਆਪਾਂ ਕਹਿੰਦੇ ਵਹਿਮਾਂ ਭਰਮਾਂ 'ਚ ਫਸੇ ਹੋਏ ਨੇ, ਆਪਾਂ ਜਾਦੂ ਟੂਣਿਆਂ 'ਚ ਫਸੇ ਹੋਏ ਆ, ਉਹ ਹੋਰ ਤਰੀਕੇ ਦੇ ਨਾਲ ਰੱਬ ਨੂੰ ਦੇਖਦੇ ਨੇ। ਜੋ ਮੈਂ ਲੈ ਕੇ ਆਇਆ ਇਹ ਨਵੀਂ ਚੀਜ਼ ਹੈ, ਮਤਲਬ ਉਹਨਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ, ਫਿਰ ਇਤਰਾਜ਼ ਕਿੱਥੇ ਹੈਗਾ? ਕੀ ਗਲਤ ਕੀ ਕਰ ਰਹੇ ਨੇ? ਦੇਖੋ, ਗੱਲ ਇਹ ਹੈਗੀ ਹੈ ਵੀ ਜੋ ਮੈਂ ਲਿਆਂਦੀ ਹੈ ਉਹਨੂੰ ਮੈਂ ਦੇ ਲੈਵਲ ਤੇ ਪ੍ਰਗਟ ਕਰੋ। ਠੀਕ ਹੈ। ਇੱਕ ਤੇ ਉਹ ਫਲਸਫਾ ਹੈ ਜਿਹੜਾ ਇਹਨੇ ਨਹੀਂ ਲਿਆਂਦਾ, ਉਹ ਲਿਆਂਦਾ ਮੇਰੇ ਗੁਰੂ ਨੇ ਜੀ। ਤੇ ਗੁਰੂ ਇਹ ਮੈਂ ਲਾ ਕੇ ਪ੍ਰਗਟ ਕਰਦੇ ਨੇ ਉਸ ਗੱਲ ਨੂੰ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਵੀ ਜਿਹੜੀ ਖਸਮੀ ਬਾਣੀ ਮੈਨੂੰ ਆਈ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ, ਮੈਂ ਵਿੱਚ ਆ ਨਾ, ਭਾਵ ਗੁਰੂ ਗਵਾਹੀ ਭਰਦੇ ਨੇ, ਸਾਖੀ ਭਰਦੇ ਨੇ ਕਿ ਮੈਂ ਵਿੱਚ ਆ, ਮੈਨੂੰ ਜੈਸੀ ਆਈ ਮੈਂ ਐਸਾ ਬਿਆਨ ਕਰ ਦਿੱਤਾ, ਜਿਹੜੀ ਮੇਰੀ ਜੋ ਮੈਨੂੰ ਆਈ ਵੈਸਾ ਹੀ ਮੈਂ ਤੁਹਾਨੂੰ ਬਿਆਨ ਰਿਹਾ, ਤੁਹਾਨੂੰ ਦੱਸ ਰਿਹਾ। ਹੁਣ ਇਹ ਜੇ ਤੇ ਮੈਂ ਆਈ ਹੈ, ਇਹਨੂੰ ਵੀ ਉਹਨੂੰ ਆਪਣੇ ਲੈਵਲ ਤੇ ਪ੍ਰਗਟ ਕਰੇ, ਲਿਖੇ, ਦੁਨੀਆ ਦੇ ਸਾਹਮਣੇ ਲਿਆਵੇ, ਦੱਸੇ ਇਹਦੀ ਵਿਚਾਰ ਕੀ ਹੈ। ਤੇ ਜੋ ਕੁਝ ਇਹ ਚੁੱਕੀ ਫਿਰਦਾ, ਜੇ ਅਸੀਂ ਇਹਦੇ ਕੋਲ ਵੇਖੀਏ ਵੀ ਇਹਦਾ ਸਮਾਨ ਕੀ ਹੈ, ਜੋ ਕੁਝ ਇਹ ਚੁੱਕੀ ਫਿਰਦਾ ਉਹ ਪਹਿਲਾਂ ਹੀ ਹੈ ਸਿੱਖੀ, ਉਹ ਸਿੱਖੀ ਦੇ ਵਿਹੜੇ 'ਚ ਨਹੀਂ ਹੈ। ਸਿੱਖੀ ਦੇ ਵਿੱਚ ਤੇ ਜਿਵੇਂ ਇਹਨੇ ਗੱਲ ਕੀਤੀ ਹੈ ਅਕਾਲ ਪੁਰਖ ਦੀ, ਤੇ ਇਹਨੇ ਕਿਹਾ ਵੀ ਕੁਦਰਤ ਹੀ ਸਭ ਕੁਝ ਹੈ। ਬਿਲਕੁਲ ਉਹ ਕਹਿੰਦੇ। ਜਦੋਂ ਇਹਦਾ ਰਿਬਟਲ ਪੇਸ਼ ਕੀਤਾ ਮੈਂ ਇਧਰੋਂ, ਇਹ ਕਾਫੀ ਪੁਰਾਣੀ ਗੱਲ ਹੈ, ਇਹ ਤਕਰੀਬਨ 3 ਸਾਲ ਪਹਿਲਾਂ ਦੀ ਗੱਲ ਹੈ, ਉਹਦੇ ਤੇ 2 ਸ਼ੋਅ ਸਿੰਘਨਾਦ ਰੇਡੀਓ ਉਦੋਂ ਹੁੰਦਾ ਸੀ। ਅੱਛਾ ਜੀ। ਜਦੋਂ ਅਸੀਂ ਰਿਬਟਲ ਦਿੱਤਾ ਇਹਦਾ ਕਿ ਕੁਦਰਤ ਹੀ ਸਭ ਕੁਝ ਨਹੀਂ ਹੈ, ਕੁਦਰਤ ਕੇਵਲ ਉਹਦੀ ਕ੍ਰੀਏਸ਼ਨ ਹੈ, ਕ੍ਰੀਏਟਰ ਦੀ ਕ੍ਰੀਏਸ਼ਨ ਹੈ, ਪਰ ਕ੍ਰੀਏਸ਼ਨ ਅਲਟੀਮੇਟ ਨਹੀਂ ਹੈ। ਤੁਸੀਂ ਗੁਰਬਾਣੀ ਪੜ੍ਹਦੇ ਜੇ, ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੇ ਚੇਤੋਂ ਚਿਤਕਾਰੀ। ਉਸਨੇ ਇੱਕ ਭਾਰੀ ਚਿੱਤਰ ਰਚਿਆ ਹੈ, ਚਿੱਤਰ ਜੋ ਸਾਨੂੰ ਨਜ਼ਰ ਆਉਂਦਾ ਹੈ, ਪਰ ਤੂੰ ਇਸ ਚਿੱਤਰ ਨੂੰ ਛੱਡ ਕੇ ਉਸ ਚਿਤਕਾਰੀ ਨੂੰ ਦੇਖਣਾ ਹੈ। ਠੀਕ ਹੈ। ਕਰਤਾ ਪੁਰਖ ਨਾ ਚੇਤਿਓ, ਕੀਤੇ ਨੂੰ ਕਰਤਾ ਕਰ ਜਾਣੇ। ਜਿਹੜਾ ਕੀਤੇ ਨੂੰ ਹੀ ਕਰਤਾ ਮੰਨ ਲੈਂਦਾ ਹੈ ਉਹ ਬੇਵਕੂਫ ਹੈ, ਮੂਰਖ ਹੈ। ਇਹ ਕਹਿੰਦਾ ਕੁਦਰਤ ਹੀ ਸਭ ਕੁਝ ਹੈ। ਮੈਂ ਇਹਨੂੰ ਰਿਬਟਲ ਉਸ ਟਾਈਮ ਤੇ ਜਿਹੜਾ ਅਸੀਂ ਪੇਸ਼ ਕੀਤਾ, ਹੋਰ ਵੀ ਸੱਜਣਾ ਨੇ, ਗੁਰਮੁਖ ਸੱਜਣਾ ਨੇ ਅੱਜ ਤੋਂ 3 ਸਾਲ ਪਹਿਲਾਂ ਜਿਹੜੇ ਲਿਖ ਕੇ ਬੋਲ ਕੇ ਗੱਲਬਾਤ ਕੀਤੀ, ਉਹਨਾਂ ਵੀ ਆਪਣਾ ਜ਼ੋਰ ਲਾਇਆ, ਪਰ ਮੈਂ ਕਿਉਂਕਿ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਸੀ, ਮੈਂ ਆਪਣੀ ਗੱਲ ਕਰ ਰਿਹਾ ਜੀ। ਉਸ ਟਾਈਮ ਤੇ ਜਿਹੜਾ ਇਹਨੂੰ ਰਿਬਟਲ ਪੇਸ਼ ਕੀਤਾ, ਉਹਦੇ ਚ ਮੈਂ ਦੱਸਿਆ ਵੀ ਭਾਈ ਤੂੰ ਇਹ ਗੱਲ ਗੁਰੂ ਨਾਨਕ ਸਾਹਿਬ ਦੇ ਮੂੰਹ ਚ ਨਾ ਪਾ। ਗੁਰੂ ਨਾਨਕ ਸਾਹਿਬ ਜਾਂ ਗੁਰੂ ਗ੍ਰੰਥ ਦੀ ਬਾਣੀ ਤੇ ਕਹਿੰਦੀ ਹੈ ਵੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ। ਹੁਣ ਮੈਨੂੰ ਦੱਸੋ ਵੀ ਆ ਦੂਈ ਸ਼ਬਦ ਨੂੰ ਸਮਝਣਾ ਕਿੰਨਾ ਔਖਾ ਹੈ। 1 ਦੂਣੀ ਦੂਣੀ, 2 ਦੂਣੀ 4, ਦੂਈ ਮਤਲਬ 2, ਵੀ ਦੂਈ ਕੁਦਰਤ ਹੈ, ਦੂਜੇ ਨੰਬਰ ਤੇ ਕੁਦਰਤ ਹੈ ਜੀ। ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਗੁਰਬਾਣੀ ਤੇ ਸਪਸ਼ਟ ਕਰਦੀ ਹੈ ਵੀ ਦੂਈ ਕੁਦਰਤ ਹੈ। ਇਹ ਕਹਿੰਦਾ ਨਹੀਂ, ਦੂਈ ਨਹੀਂ ਹੈ, ਪਹਿਲੀ ਕੁਦਰਤ ਹੈ, ਮਤਲਬ ਸਭ ਕੁਝ ਹੀ ਕੁਦਰਤ ਹੈ ਜੀ। ਮਤਲਬ ਸਭ ਕੁਝ ਕੁਦਰਤ ਹੈ। ਹੁਣ ਇਹ ਗੱਲ ਕੀ ਸੀ ਵੀ ਇਹ ਕੀ ਕਰਦਾ ਵਾ, ਇਹਦੀ ਵਿਚਾਰੇ ਦੀ ਆਪਣੀ ਕੋਈ ਕਾਮਨ ਸੈਂਸ ਨਹੀਂ ਹੈ, ਨਾ ਇਹਦੀ ਕੋਈ ਆਪਣਾ ਇਹਦਾ ਕੋਈ ਆਪਣਾ ਗਿਆਨ ਹੈ। ਇਹ ਚੁੱਕਦਾ ਹੈ ਬਸ, ਜੋ ਕਿਤੇ ਬਾਹਰੋਂ ਮਿਲਦਾ, ਕਿਤੇ ਤੁਰਿਆ ਫਿਰਦਾ ਚੁੱਕਦਾ ਹੈ ਤੇ ਉਹਨੂੰ ਕਾਪੀ ਪੇਸਟ ਕਰਕੇ ਤੇ ਪਾਉਂਦਾ ਹੈ ਗੁਰੂ ਨਾਨਕ ਸਾਹਿਬ ਦੇ ਮੂੰਹ 'ਚ। ਉਹੀ ਪੈਸੇ ਉਥੋਂ ਦੀਆਂ ਚੁੱਕ ਲਿਆ, ਜੇ ਕਿਤੇ ਹੋਰ ਕਿਤੇ ਗਏ ਤੇ ਉਹ ਚੁੱਕ ਲਿਆ। ਬਸ ਇਹਨਾਂ ਦਾ ਕੰਮ ਹੈ, ਇਹ ਇੱਧਰ ਨੂੰ ਜਿੱਧਰ ਨੂੰ ਤੁਰ ਪਏ ਉਧਰੋਂ ਚੁੱਕ ਲੈਂਦੇ ਨੇ, ਉਹ ਪਾ ਦਿੰਦੇ ਨੇ ਆਣ ਕੇ ਗੁਰੂ ਸਾਹਿਬ ਦੇ ਮੂੰਹ 'ਚ ਵੀ ਗੁਰੂ ਏਦਾਂ ਕਹਿੰਦਾ। ਹੁਣ ਇਹ ਕੰਮ ਜਿਹੜਾ ਏਦਾਂ ਤੇ ਅਸੀਂ ਹੋਣ ਨਹੀਂ ਦਿੰਦੇ ਵੀ ਗੁਰੂ ਜੋ ਕਹਿੰਦਾ ਏ, ਅਸੀਂ ਤਾਂ ਗੁਰੂ ਦੇ ਪੋਸਟ ਮਾਸਟਰ ਆ, ਅਸੀਂ ਉਹ ਤੇ ਡਾਕੀ ਆ, ਅਸੀਂ ਤੇ ਉਹ ਗੱਲ ਪਹੁੰਚਾਉਣੀ ਹੈ, ਸਾਡਾ ਫਰਜ਼ ਹੈ ਜੀ। ਬਿਲਕੁਲ। ਹੁਣ ਜਿਹੜੀ ਗੱਲ ਇਹਨੇ ਕਹੀ ਹੈ ਉਹ ਤੇ ਸ਼ਾਂਖ ਸ਼ਾਸਤਰ ਕਹਿੰਦਾ ਹੈ, ਸ਼ਾਂਖਿਆ ਸ਼ਾਸਤਰ ਹੈ ਕਪਲ ਮੁਨੀ ਦਾ, ਜਿਹਦੇ 25 ਤੱਤਵ ਨੇ। ਉਹਦਾ ਜਿਹੜਾ ਪਹਿਲਾ ਤੱਤਵ ਹੈ ਉਹ ਕੁਦਰਤ ਹੈ। ਕੁਦਰਤ ਜਿਹੜਾ ਵਾ ਉਹ ਕਪਲ ਮੁਨੀ ਮੰਨਦਾ ਹੈ ਵੀ ਕੁਦਰਤ ਜਿਹੜਾ ਵਾ ਉਹਦਾ ਵਿਸਥਾਰ ਆਪਣੇ ਆਪ ਤੋਂ ਹੋਇਆ। ਠੀਕ ਹੈ, ਠੀਕ ਹੈ। ਹਰ ਇੱਕ ਚੀਜ਼ ਕੁਦਰਤ ਤੋਂ ਬਣੀ ਹੈ ਤੇ ਕੁਦਰਤ ਵੀ ਆਪਣੇ ਆਪ ਤੋਂ ਹੈ। ਹੁਣ ਅੱਗੇ ਆ ਜਾਓ। ਓਕੇ।
ਜਿਹੜੀ ਦਇਆਨੰਦੀ ਪਹੁੰਚ ਹੈ, ਜਿਹੜਾ ਡੀਏਵੀ ਕਾਲਜ ਸਕੂਲ ਤੁਹਾਨੂੰ ਪੰਜਾਬ ਦੇ ਵਿੱਚ ਭਾਰਤ ਚ ਮਿਲਦੇ, ਸਵਾਮੀ ਦਇਆਨੰਦ ਸਰਸਵਤੀ ਜੀ, ਸਤਿਆਰਥ ਪ੍ਰਕਾਸ਼ ਉਹਦੀ ਕਿਤਾਬ ਹੈ। ਉਹਨੇ ਵੀ ਜਿੱਦਾਂ ਇਹ ਸਵਾਲ ਕਰਦਾ, ਉਹਨੇ ਵੀ ਐਸੇ ਹੀ ਸਵਾਲ ਗੁਰੂ ਨਾਨਕ ਸਾਹਿਬ ਤੇ ਸਵਾਲੀਆ ਚਿੰਨ੍ਹ ਲਾਏ ਸਨ ਵੀ ਗੁਰੂ ਨਾਨਕ ਨੇ ਕਿਹੜਾ ਧਰਮ ਚਲਾਇਆ, ਵੀ ਇੱਕ ਉਧਰੋਂ ਲੈਣ ਦਾ ਸ਼ਬਦ ਇੱਕ ਉਧਰੋਂ ਲੈਣ ਦਾ, ਤੇ ਕਰਕੇ ਇਕੱਠਾ ਕਰ ਦਿੱਤਾ, ਜਿਹਨੂੰ ਗਿਆਨੀ ਦਿੱਤ ਸਿੰਘ ਨੇ 3 ਵਾਰਾਂ ਬਹਿਸ ਚ ਭਜਾਇਆ। ਅੱਛਾ, ਐਸੀ ਗੱਲ ਦਇਆਨੰਦ ਕਹਿੰਦਾ ਹੈ, ਦਇਆਨੰਦ ਕਹਿੰਦਾ ਵੀ ਤੱਤ ਵੀ ਅਨਾਦੀ ਨੇ। ਹੁਣ ਉਹ ਗੱਲ ਇਹ ਕਰਨ ਡਿਆ, ਮੈਨੂੰ ਦੱਸੋ ਵੀ ਇਹ ਕਪਲ ਮੁਨੀ, ਅੱਜ ਦਾ ਕਪਲ ਮੁਨੀ ਤੇ ਦਇਆਨੰਦ ਨਾ ਹੋਇਆ। ਜਦੋਂ ਮੈਂ ਆ 2 ਸ਼ਬਦ ਵਰਤੇ ਨੇ ਨਾ, ਇਹਦੇ ਚ ਇੱਜ਼ਤ ਸਮਝ ਲਿਓ, ਕਿਉਂਕਿ ਕਪਲ ਮੁਨੀ ਹੋਣਾ ਨੇ ਕੁਝ ਖੋਜ ਕੇ ਲਿਆਂਦਾ ਹੈ, ਕਿਸੇ ਸ਼ਾਸਤਰ ਤੇ ਕੰਮ ਕੀਤਾ ਹੈ। ਦਇਆਨੰਦ ਨੇ ਵੀ ਸਤਿਆਰਥ ਪ੍ਰਕਾਸ਼ ਲਿਖੀ ਹੈ, ਲੰਮਾ ਪ੍ਰਚਾਰ ਕੀਤਾ ਹੈ। ਦਇਆਨੰਦ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਵੀ ਜਦੋਂ ਉਹ ਪੰਜਾਬ ਚ ਆਉਂਦਾ ਹੈ, ਪੰਜਾਬ ਜਾਣ ਕੇ ਵੇਖਦਾ ਵੀ ਇੱਥੇ ਹਿੰਦੂ ਵੀ ਜਪਜੀ ਪੜ੍ਹਦੇ ਨੇ, ਸੁਖਮਨੀ ਪੜ੍ਹਦੇ ਨੇ, ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਅੱਛਾ, ਇਸੇ ਕਰਕੇ ਉਹ ਜਿਹੜਾ ਹਿੰਦੀ ਦਾ ਪ੍ਰਚਾਰ ਵੱਧ ਤੋਂ ਵੱਧ ਜਿਹੜਾ ਵਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਉਹਨਾਂ ਸਮਿਆਂ ਦੇ ਦੌਰਾਨ। ਹੁਣ ਇਹ ਕਪਲ ਮੁਨੀ ਤੇ ਦਇਆਨੰਦ ਦਾ ਜਿਹੜਾ ਵਾ ਇੱਕ ਬਦਲਵਾਂ ਸਿੱਖੀ ਦੇ ਅੰਦਰ ਰੂਪ ਹੈ। ਪਰ ਮੈਂ ਇਹਨੂੰ ਨਾਲ ਹੀ ਵੀ ਕਹਿ ਦੇਣਾ ਚਾਹੁੰਦਾ ਵਾਂ ਵੀ ਇਹਨੂੰ ਇੱਜ਼ਤ ਨਾ ਜਾਣੇ, ਕਿਉਂਕਿ ਉਹਨਾਂ ਨੇ ਤਾਂ ਕੰਮ ਕੀਤਾ ਹੈ ਜੀ। ਉਹ ਤੇ ਵਿਦਵਾਨ ਸਨ, ਫਿਰ ਵੀ ਆਪਣੇ ਜਿੱਥੋਂ ਬਿਲੋਂਗ ਕਰਦੇ ਨੇ ਉੱਥੋਂ ਦੇ ਤਾਂ ਵਿਦਵਾਨ ਹੀ ਸਨ ਨਾ ਉਹ। ਇਹਦੇ ਪੱਲੇ ਵਿਚਾਰੇ ਤੇ ਇੰਨਾ ਕੁਝ ਵੀ ਨਹੀਂ ਹੈਗਾ। ਪਰ ਹੁਣ ਸਾਨੂੰ ਗੱਲ ਸਮਝਾਉਣ ਵਾਸਤੇ ਕਹਿਣੀ ਪੈਂਦੀ ਹੈ ਵੀ ਕਪਲ ਮੁਨੀ ਤੇ ਦਇਆਨੰਦੀ ਪਹੁੰਚ ਇਹ ਚੁੱਕੀ ਫਿਰਦਾ ਹੈ। ਜੀ 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 ਜੀ, ਬਿਲਕੁਲ ਬਿਲਕੁਲ। ਸੋ ਹੁਣ ਜੇ ਆਪਾਂ ਅੱਜ ਦੇ ਵਿਵਾਦ ਦੀ ਗੱਲ ਕਰੀਏ, ਜਿੱਥੋਂ ਆ ਪਿਛਲੇ ਦਿਨਾਂ ਤੋਂ ਲੈ ਕੇ ਵਿਵਾਦ ਵਧਿਆ ਹੋਇਆ, ਮਤਲਬ ਕਿ ਤੁਹਾਡੇ ਵੱਲੋਂ ਇੱਕ ਵੀਡੀਓ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ, ਸੋ ਉਹਨਾਂ ਦਾ ਵੀ ਰਿਪਲਾਈ ਆਉਂਦਾ, ਉਸ ਤੋਂ ਬਾਅਦ ਤੁਹਾਡੀਆਂ ਵੀ ਕਿਸ਼ਤਾਂ ਜਿਹੜੀਆਂ ਕਹਿ ਲਈਏ ਕਿ ਉਹਨਾਂ ਦੀ ਵੀਡੀਓ ਦੇ ਉੱਤੇ ਚੱਲ ਰਹੀਆਂ। ਮਤਲਬ ਇਹ ਵਿਵਾਦ ਜਿਹੜਾ ਹੈ ਉਹ ਸ਼ੁਰੂ ਹੋਇਆ ਸੀਗਾ, ਜੋ ਮੈਂ ਸਮਝਿਆ ਕਿ ਹਿੰਦੀ ਦੇ ਵਿੱਚ ਇੱਕ ਵੀਡੀਓ ਉਹਨਾਂ ਦੀ ਆਉਂਦੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਨਹੀਂ ਹੈਗਾ, ਇਹ ਇੱਕ ਲਹਿਰ ਹੈ। ਤੇ ਉਸ ਤੋਂ ਬਾਅਦ ਇਹ ਜਿਹੜਾ ਵਿਵਾਦ ਹੈਗਾ ਸ਼ੁਰੂ ਹੋਇਆ, ਤੁਸੀਂ ਉਹਦਾ ਜਵਾਬ ਜਿਹੜਾ ਹੈਗਾ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਕੁਝ ਐਸੀ ਸ਼ਬਦਾਵਲੀ ਵਰਤੀ ਜਿਹੜੀ ਇੱਕ ਪ੍ਰਚਾਰਕ ਨੂੰ ਸ਼ੋਭਦੀ ਨਹੀਂ ਹੈਗੀ। ਮਤਲਬ ਕਿ ਇੱਕ ਆਪਾਂ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਸ਼ਬਦ ਦੀ ਗੱਲ ਕਰਦੇ ਆ, ਸੰਵਾਦ ਦੀ ਗੱਲ ਕਰਦੇ ਆ, ਤੇ ਜਿਹੜੇ ਉਹਨਾਂ ਵੱਲੋਂ ਸ਼ਬਦ ਵਰਤੇ ਗਏ ਆ ਉਹ ਕਿਤੇ ਵੀ ਸ਼ੋਭਦੇ ਨਹੀਂ। ਮੈਂ ਚਾਹੁੰਦਾ ਹੁਣ ਇਸ ਵਿਵਾਦ ਬਾਰੇ ਗੱਲ ਕਰੀਏ। ਉਹਨਾਂ ਦਾ ਇਹ ਕਹਿਣਾ ਵੀ ਸਿੱਖ ਧਰਮ ਨਹੀਂ ਹੈਗਾ ਇੱਕ, ਮਤਲਬ ਫਿਰ ਆਪਾਂ ਕੀ ਕੌਣ ਹਾਂ ਜੇ ਆਪਾਂ ਕਹੀਏ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਨ ਵਾਲੇ ਸਾਡੇ ਗੁਰਦੁਆਰੇ ਨੇ, ਸਾਡਾ ਇਤਿਹਾਸ ਹੈਗਾ, ਸਾਡੇ ਯੋਧੇ ਹੋਏ ਨੇ, ਸੋ ਅਸੀਂ ਕੌਣ ਆ ਫਿਰ ਜੇ ਅਸੀਂ ਧਰਮ ਨਹੀਂ ਆ ਜਾਂ ਸਿੱਖ ਧਰਮ ਨਹੀਂ ਹੈਗਾ? ਬਹੁਤ ਵਧੀਆ ਤੁਹਾਡਾ ਸਵਾਲ ਹੈ। ਇਹੋ ਹੀ ਸਵਾਲ ਮੈਂ ਐਕਸਪੈਕਟ ਕਰ ਰਿਹਾ ਸੀ ਵੀ ਇਹ ਸਵਾਲ ਹੋਣਾ ਚਾਹੀਦਾ ਹੈ ਜੀ। ਸਿੱਖ ਬਿਲਕੁਲੋਂ ਇੱਕ ਧਰਮ ਹੈ। ਇਹ ਗੱਲ ਮੈਂ ਫੇਰ ਕਹਿ ਦਿਆਂ ਵੀ ਸਿੱਖ ਇੱਕ ਧਰਮ ਹੈ। ਠੀਕ ਹੈ। ਹੁਣ ਗੱਲ ਵੀ ਜਿਹੜੀ ਇਹਨੇ ਕੀਤੀ ਵੀ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਨਾਨਕ ਨੇ, ਮੈਂ ਮਾਨਤਾ ਹੂੰ ਕਿ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਇਹ ਗੱਲ ਇੱਕ ਵਾਰ ਨਹੀਂ ਕਹੀ, ਇਹਨੇ ਦੋਹਰ ਪਾਈ ਹੈ ਇਸ ਗੱਲ ਦੀ। ਉਹ ਇਹਦੀ ਹਿੰਦੀ ਵਾਲੀ ਵੀਡੀਓ ਸੁਣ ਲਿਓ ਜੀ। ਉਸ ਤੋਂ ਬਾਅਦ ਇਹਦਾ ਮੈਂ ਜਵਾਬ ਦਿੱਤਾ। ਫੇਰ ਇਹਦੀ ਜਿਹੜੀ ਵੀਡੀਓ ਜਿਹਦੇ ਵਿੱਚ ਮੇਰੇ ਲਈ ਗਾਲੀ ਗਲੋਚ ਵਾਲੀ ਭਾਸ਼ਾ ਵਰਤੀ ਹੁੰਦੀ ਹੈ, ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਹੁਣ ਮੈਂ ਦੱਸੋ ਵੀ ਇਹਦੀ ਮੰਨਾਂ ਕਿ ਆਪਣੇ ਬਾਬੇ ਦੀ ਮੰਨਾਂ? ਮੈਨੂੰ ਮੇਰਾ ਗੁਰੂ ਇਹ ਕਹਿੰਦਾ ਏ, ਜਦੋਂ ਮੈਂ ਜਪਜੀ ਪੜ੍ਹਦਾ, ਉੱਥੇ ਧਰਮ ਨੂੰ ਡਿਫਾਈਨ ਵੀ ਧੌਲ ਧਰਮ ਦਇਆ ਕਾ ਭੂਤ। ਬਿਲਕੁਲ। ਜੇ ਮੈਂ ਜਪਜੀ ਚ ਅੱਗੇ ਵੱਧ ਜਾਂਦਾ ਵਾ ਤੇ ਉੱਥੇ ਮੈਨੂੰ ਆਹ ਧਰਤੀ ਵੀ ਧਰਮਸ਼ਾਲਾ ਦੇ ਰੂਪ ਚ ਮਿਲ ਜਾਂਦੀ ਹੈ। ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਜਦੋਂ ਗੁਰੂ ਧਰਤੀ ਵੱਲ ਵੇਖਦਾ ਤੇ ਉਹਨੂੰ ਵੀ ਧਰਮ ਦੇ ਰੂਪ ਚ ਵੇਖਦਾ। ਜਦੋਂ ਗੁਰੂ ਸਰੀਰ ਵੱਲ ਵੇਖਦਾ ਹੈ, ਇਹ ਸਰੀਰ ਸਭ ਧਰਮ ਹੈ, ਉਹ ਸਰੀਰ ਨੂੰ ਵੀ ਧਰਮ ਰੂਪ ਚ ਵੇਖਦਾ ਹੈ। ਬਿਲਕੁਲ। ਹੁਣ ਮੈਨੂੰ ਦੱਸੋ ਵੀ ਇਹਦੀ ਮੰਨੀਏ ਕਿ ਗੁਰੂ ਦੀ ਮੰਨੀਏ? ਗੁਰੂ ਤੇ ਇਹ ਕਹਿੰਦਾ ਲੈਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਵੀ ਲੈਣੇ ਨੇ ਪੰਥ ਧਰਮ ਦਾ ਪੰਥ ਕੀਤਾ। ਇੱਕ ਜਦੋਂ ਅਸੀਂ ਕੱਲਾ ਕਹਿੰਦੇ ਨਾ ਪੰਥ ਚਲਾਇਆ, ਪੰਥ ਕਰੀ ਜਾਂਦੇ ਅਸੀਂ, ਇਹ ਇੱਕ ਸਾਡੀ ਸਿਧਾਂਤਕ ਕਤਾਈ ਹੈ। ਪੰਥ ਦਾ ਸਿੰਪਲੀ ਮੀਨਸ ਰਸਤਾ ਹੁੰਦਾ। ਸਾਡੇ ਇਤਿਹਾਸਕਾਰਾਂ ਨੇ ਪੰਥ ਸ਼ਬਦ ਨੂੰ ਇੰਸਟੀਟਿਊਸ਼ਨ ਦੇ ਰੂਪ ਚ ਵਰਤਿਆ ਹੈ ਕਈ ਥਾਂ ਤੇ, ਜਿਹੜੀ ਕਿ ਗੱਲ ਠੀਕ ਨਹੀਂ ਹੈ ਪੂਰੀ ਤਰ੍ਹਾਂ। ਅੱਛਾ ਜੀ। ਪੰਥ ਦਾ ਮਤਲਬ ਹੈ ਰਸਤਾ। ਜਦੋਂ ਅਸੀਂ ਪੰਥ ਸ਼ਬਦ ਕਹਿਣਾ ਹੈ, ਜੇ ਤੇ ਪੰਥ ਕਹਿੰਦੇ ਆ ਸਾਡੀ ਮਾਨਸਿਕਤਾ ਚ ਧਰਮ ਹੈ, ਫੇਰ ਠੀਕ ਹੈ। ਫੇਰ ਅਸੀਂ ਕਿਸੇ ਵੇਲੇ ਕਹਿ ਦਿੰਦੇ ਆ ਵੀ ਇੱਕ ਨਾਮ ਹੁੰਦਾ ਹੈ, ਪੰਜਾਬੀ ਦੀ ਜਿਹੜੀ ਗ੍ਰਾਮਰ, ਇੱਕ ਨਾਮ ਹੁੰਦਾ ਹੈ, ਇੱਕ ਪੜਨਾਮ ਹੁੰਦਾ ਹੈ। ਇੱਕ ਅਸੀਂ ਕਹਿੰਦੇ ਆ ਵੀ ਰਾਮ ਜਾਂ
ਤੁਸੀਂ ਚਲੋ ਆਪਣੀ ਗੱਲ ਕਰ ਲਓ, ਮੈਂ ਤੇ ਪੰਜਾਬ ਪੁਰਾਣੀ ਗ੍ਰਾਮਰ ਜਿਹੜੀ ਪੜ੍ਹੀ ਉਹ ਮੇਰੇ ਦਿਮਾਗ ਦੇ ਵਿੱਚ ਨੇ, ਆਪਾਂ ਆਪਣੀ ਗੱਲ ਕਰ ਲਈ। ਹਰਭਜਨ ਸਿੰਘ ਜਾ ਰਿਹਾ ਹੈ, ਹੁਣ ਦੂਸਰੀ ਵਾਲਾ ਜਦੋਂ ਅਸੀਂ ਕਹਿਣਾ ਉੱਥੇ ਹਰਭਜਨ ਸਿੰਘ ਕਹਿਣ ਦੀ ਲੋੜ ਨਹੀਂ, ਉੱਥੇ ਅਸੀਂ ਉਹ ਹੀ ਕਹਿ ਦਿੰਦੇ ਆ ਬਿਲਕੁਲ ਜੀ ਕਿ ਉਹ ਕਿੱਥੇ ਜਾ ਰਿਹਾ ਹੈ, ਉਹ ਇਸ ਕੰਮ ਵਾਸਤੇ ਜਾ ਰਿਹਾ ਹੈ। ਹੁਣ ਹਰਭਜਨ ਸਿੰਘ ਨਾਮ ਹੈ, ਉਹ ਪੜਨਾਮ ਹੈ। ਜਦੋਂ ਤੇ ਪੰਥ ਪੜਨਾਮ ਰੂਪ ਚ ਵਰਤਦੇ ਜੇ, ਪ੍ਰਨਾਉਨ ਦੇ ਰੂਪ ਦੇ ਵਿੱਚ, ਤੇ ਪਿੱਛੇ ਨਾਮ ਧਰਮ ਹੈ, ਭਾਵ ਮੇਨ ਜਿਹੜਾ ਸਾਡਾ ਪਾਰਟ ਉਹ ਮਿਸਿੰਗ ਨਹੀਂ ਹੈ, ਫੇਰ ਠੀਕ ਹੈ। ਜਦੋਂ ਅਸੀਂ ਕੱਲਾ ਪੰਥ ਕਰੀ ਜਾਂਦੇ ਆ, ਫਿਰ ਪੰਥ ਕਈ ਤਰ੍ਹਾਂ ਦਾ ਵਾ ਗੁਰਬਾਣੀ ਚ। ਪੰਥ ਦੇਹੇਲਾ ਵੀ ਹੁੰਦਾ ਹੈ, ਪੰਥ ਸਹੇਲਾ ਵੀ ਹੁੰਦਾ ਹੈ, ਪੰਥ ਵਡਭਾਗੀ ਸਤਿਗੁਰ ਪਾਇਆ ਜਿਹਨੇ ਜਮ ਕਾ ਪੰਥ ਮਟਾਇਆ, ਪੰਥ ਤੇ ਜਮਾ ਦਾ ਵੀ ਹੁੰਦਾ ਹੈ। ਸੋ ਪਹਿਲੀ ਜਿਹੜੀ ਗੱਲ ਇਹਨੇ ਕਹੀ ਵੀ ਪੰਥ ਹੈ, ਉੱਥੇ ਮੇਰਾ ਸਵਾਲ ਇਹ ਸੀ ਇਹਨੂੰ ਵੀ ਪੰਥ ਤੇ ਕਈ ਤਰ੍ਹਾਂ ਦਾ, ਪੰਥ ਤੇ ਜਮਾ ਦਾ ਵੀ ਹੈ। ਹੁਣ ਦੱਸ ਵੀ ਇਹ ਕਿਹੜਾ ਪੰਥ ਹੈ? ਫਿਰ ਜਦੋਂ ਅਸੀਂ ਭਾਈ ਗੁਰਦਾਸ ਦੀ ਗੱਲ ਕਰਦੇ ਤਾਂ ਉਹਦੇ ਚ ਵੀ ਇਕੱਲਾ ਪੰਥ ਨਹੀਂ, ਨਿਰਮਲ ਪੰਥ ਹੈ ਜੀ ਜੀ। ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ, ਉਹ ਚ ਇਕੱਲਾ ਪੰਥ ਨਹੀਂ ਲੈਣਾ, ਨਿਰਮਲ ਪੰਥ ਲੈਣਾ ਵਾ। ਨਿਰਮਲ ਭਾਵ ਮਲ ਰਹਿਤ, ਤੇ ਮਲ ਰਹਿਤ ਕਿਹੜੀ ਚੀਜ਼ ਕਰਦੀ ਹੈ? ਧਰਮ ਕਰਦੀ ਹੈ। ਧਰਮ ਦੇ ਅੰਦਰ ਸ਼ਕਤੀ ਹੈ ਸਾਨੂੰ ਮਲ ਰਹਿਤ ਕਰਨ ਦੀ। ਨਿਰਮਲ ਪੰਥ ਭਾਵ ਧਰਮ ਦਾ ਪੰਥ ਲੈਣੇ, ਪੰਥ ਧਰਮ ਕਾ ਕੀ ਆ। ਸੋ ਸਿੱਖ ਗੁਰੂ ਨਾਨਕ ਸਾਹਿਬ ਦੇ ਵਿਜ਼ਨ ਅਨੁਸਾਰ ਸਿੱਖ ਇੱਕ ਧਰਮ ਹੈ। ਗੁਰੂ ਸਾਹਿਬ ਨੇ ਇੱਥੋਂ ਤੱਕ ਦਹਾਈ ਪਾਈ ਵੀ ਸ਼ਰਮ ਧਰਮ ਕਾ ਡੇਰਾ ਦੂਰ ਜੀ, ਨਾਨਕ ਕੂੜ ਰਿਹਾ ਭਰਪੂਰ। ਵੀ ਸ਼ਰਮ ਧਰਮ ਦਾ ਡੇਰਾ ਦੂਰ ਹੋ ਗਿਆ, ਭਾਵ ਧਰਮ ਗਵਾਚ ਚੁੱਕਾ, ਉਹਦਾ ਡੇਰਾ ਦੂਰ ਹੋ ਚੁੱਕਾ ਵਾ। ਉਹ ਡੇਰਾ ਸਥਾਪਿਤ ਕਰਨਾ ਚਾਹੁੰਦੇ ਨੇ ਧਰਮ ਦਾ। ਇਸੇ ਕਰਕੇ ਧਰਤੀ ਧਰਮਸ਼ਾਲਾ, ਸਰੀਰ ਧਰਮ ਹੈ। ਜਿੱਧਰ ਵੇਖਦੇ ਨੇ ਧਰਮ ਦੇ ਰੂਪ ਚ ਵੇਖਦੇ ਨੇ। ਉਹਨਾਂ ਦਾ ਵਿਜ਼ਨ ਹੀ ਇਹ ਹੈ ਵੀ ਜਿੱਧਰੋਂ ਦੇਖਦੇ ਨੇ ਉੱਥੇ ਹੀ ਧਰਮ ਪ੍ਰਗਟ ਕਰਦੇ ਨੇ, ਵੀ ਸਰੀਰ ਚੋਂ ਵੀ ਧਰਮ ਪ੍ਰਗਟ ਹੋਣਾ ਚਾਹੀਦਾ ਹੈ, ਧਰਤੀ ਚੋਂ ਵੀ ਧਰਮ ਪ੍ਰਗਟ ਹੋਣਾ ਚਾਹੀਦਾ ਹੈ। ਈਵਨ ਜਿਹੜੀ ਟਰਮਨੋਲੋਜੀ ਅੱਜ ਅਸੀਂ ਵਰਤਦੇ ਹਾਂ ਗੁਰਦੁਆਰਾ, ਇਹ ਗੁਰਦੁਆਰਿਆਂ ਨੂੰ ਵੀ ਧਰਮਸ਼ਾਲਾ ਹੀ ਕਹਿੰਦੇ ਸਨ ਪੰਜਵੀਂ ਪਾਤਸ਼ਾਹੀ ਤੱਕ। ਅੱਛਾ, ਇਹ ਗੁਰਦੁਆਰਾ ਵੀ ਧਰਮਸ਼ਾਲਾ ਸੀ, ਭਾਵ ਧਰਮ ਕਮਾਉਣ ਵਾਸਤੇ। ਹੁਣ ਗੁਰੂ ਸਾਹਿਬ ਉਸ ਛੁਪੇ ਹੋਏ ਧਰਮ ਨੂੰ ਇੱਕ ਸਵਾਲ ਕਰਦੇ ਨੇ ਵੀ ਧਰਮ ਪਹਿਲਾਂ ਨਹੀਂ ਸੀ ਗੁਰੂ ਨਾਨਕ ਸਾਹਿਬ ਤੋਂ? ਤੇ ਮੈਂ ਅੱਗੇ ਵੀ ਕਿਹਾ ਕਿ ਨਾ ਸੀ, ਪਰ ਕੀ ਸੀ ਵੀ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ। ਲਾ ਲਓ ਵੀ ਧਰਮ ਤੇ ਸੀ, ਕਿਉਂਕਿ ਧਰਮ ਤੇ ਨਾਮ ਹੈ, ਸਭ ਕੁੱਲ ਉਧਰੀ ਇੱਕ ਨਾਮ ਧਰਮ ਜੀ। ਧਰਮ ਤੇ ਉਹ ਅਕਾਲੀ ਹੈ, ਉਹ ਤਾਂ ਮੌਜੂਦ ਸੀ, ਪਰ ਉਹ ਧਰਮ ਦੀ ਗੱਤ ਰਹਿ ਗਈ ਸੀ, ਉਹ ਧਰਮ ਦਾ ਡੇਰਾ ਦੂਰ ਹੋ ਗਿਆ ਸੀ, ਉਹ ਧਰਮ ਛੱਪ ਖਲੋਇਆ ਸੀ। ਉਸ ਧਰਮ ਨੂੰ ਛੱਪ ਖਲੋਏ ਨੂੰ, ਉਸ ਧਰਮ ਨੂੰ ਜਿਹਦਾ ਡੇਰਾ ਦੂਰ ਸੀ, ਉਸ ਧਰਮ ਨੂੰ ਗੁਰੂ ਨਾਨਕ ਨੇ ਚਲਾਇਆ। ਤੇ ਜਿਹੜਾ ਉਸ ਧਰਮ ਨੂੰ ਚਲਾਉਣ ਦਾ ਨਾਮਕਰਨ ਸੀ ਜਾਂ ਨਿਸ਼ਾਨਦੇਹੀ ਸੀ ਜਿਹੜੀ, ਉਹ ਸਿੱਖ ਧਰਮ ਸੀ ਜੀ। ਕਿਉਂਕਿ ਜਦੋਂ ਸਿੱਖੀ ਦੀ ਗੱਲ ਕਰਦੇ ਜੇ, ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੀ ਗੁਰੂ ਦੀ ਵਿਚਾਰ ਹੈ ਉਹ ਸਿੱਖਿਆ, ਉਹੋ ਹੀ ਸਾਡਾ ਸਿੱਖ ਧਰਮ ਆ, ਜਿਹਨੂੰ ਅਸੀਂ ਆਪਣਾ ਧਰਮ ਮੰਨਦੇ ਆ ਜੀ। ਬਿਲਕੁਲ। ਸੋ ਇਹ ਇੱਕ ਬੜਾ ਜਿਹੜਾ ਇੱਕ ਹਾਸੋਹੀਣਾ ਬਿਆਨ, ਅਗਿਆਨਤਾ ਚੋਂ ਨਿਕਲਿਆ ਹੋਇਆ ਬਿਆਨ ਵੀ ਸਿੱਖ ਇੱਕ ਧਰਮ ਨਹੀਂ। ਇਹਦੇ ਨਾਲ ਹੀ ਵੀ ਸਿੱਖ ਇੱਕ ਲਹਿਰ ਹੈ। ਬਿਲਕੁਲ। ਮੈਂ ਹੈਰਾਨ ਹੋ ਜਾਣਾ ਵੀ ਇਹਨਾਂ ਬੰਦਿਆਂ ਨੂੰ ਜਿਹੜੀ ਲਫ਼ਜ਼ੀ ਭੇਦ ਹੈ ਉਹ ਵੀ ਨਹੀਂ ਪਤਾ। ਬੜੀ ਸਤਹੀ ਲੈਵਲ ਦੀ ਗੱਲ, ਸਰਫਸ ਲੈਵਲ ਦੀ ਗੱਲ ਇਹ ਲੋਕ ਕਰਦੇ ਨੇ ਵੀ ਲਹਿਰ ਹੈ। ਹੁਣ ਲਹਿਰ ਇੰਡੀਪੈਂਡੈਂਟ ਨਹੀਂ ਹੁੰਦੀ, ਲਹਿਰ ਡਿਪੈਂਡੈਂਟ ਹੈ ਜੀ। ਲਹਿਰ ਡਿਪੈਂਡੈਂਟ ਹੈ, ਕਿਸੇ ਦੇ ਨਾਲ ਸੰਬੰਧਿਤ ਹੈ। ਹੁਣ ਜਿਹਦੇ ਨਾਲ ਸੰਬੰਧਿਤ ਹੈ ਉਹ ਸਾਗਰ ਹੈ ਜਾਂ ਸਮੁੰਦਰ ਹੈ। ਹੁਣ ਜੇ ਸਿੱਖ ਲਹਿਰ ਹੈ ਤੇ ਸਮੁੰਦਰ ਕੀ ਸੀ ਫਿਰ? ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਸਿੱਖ ਜਿਹੜਾ ਵਾ ਧਰਮ ਰੂਪੀ ਸਮੁੰਦਰ ਹੈ, ਇਹਦੇ ਵਿੱਚੋਂ ਲਹਿਰਾਂ ਨਿਕਲੀਆਂ ਨੇ। ਨਿਰੰਕਾਰੀ ਲਹਿਰ, ਇਹਦੇ ਚੋਂ ਨਾਮਧਾਰੀ ਲਹਿਰ, ਇਹਦੇ ਚੋਂ ਬੱਬਰ ਅਕਾਲੀ ਲਹਿਰ ਜੀ, ਇਹਦੇ ਚੋਂ ਧਰਮ ਯੁੱਧ ਮੋਰਚੇ ਵਾਲੀ ਲਹਿਰ। ਇਹ ਲਹਿਰਾਂ ਪੈਦਾ ਤੇ ਕਰਦਾ ਏ, ਪਰ ਲਹਿਰ ਫਾਰ ਐਗਜ਼ਾਮਪਲ ਕਿਸੇ ਸਮੇਂ ਤੇ ਜਾ ਕੇ ਉਹਦੇ ਚ ਖੜੋਤ ਵੀ ਆਉਂਦੀ ਹੈ, ਲਹਿਰ ਖਤਮ ਵੀ ਹੋ ਜਾਂਦੀ। ਇਹਦਾ ਮਤਲਬ ਇਹ ਨਹੀਂ ਵੀ ਲਹਿਰ ਦੇ ਨਾਲ ਧਰਮ ਖਤਮ ਹੋ ਗਿਆ ਜੀ ਜੀ। ਜੇ ਤਾਂ ਸਿੱਖੀ ਕੇਵਲ ਇੱਕ ਲਹਿਰ ਹੈ, ਤੇ ਲਹਿਰ ਦੀ ਇੱਕ ਸੀਮਾ ਹੈ, ਉਹ ਇੱਕ ਜਗ੍ਹਾ ਤੋਂ ਤੁਰਦੀ ਹੈ। ਜੇ ਸਮੁੰਦਰ ਦੇ ਐਪੀ ਸੈਂਟਰ ਚੋਂ ਨਿਕਲੀ ਹੈ ਤੇ ਕਿਨਾਰੇ ਤੇ ਆਣ ਕੇ ਖਤਮ ਹੈ। ਇਹ ਮੰਨ ਲਈਏ ਵੀ ਸਿੱਖੀ ਜਿਹੜੀ ਹੈ, ਜਿਹੜੀ ਹੁਣ ਤੁਰੀ ਜਾਂਦੀ ਹੈ, ਕਿਤੇ ਜਾ ਕੇ ਖਤਮ ਹੀ ਹੋ ਜਾਣਾ ਇਹ ਧਰਮ। ਮਤਲਬ ਜੇ ਲਹਿਰ ਹੀ ਹੈ ਤੇ ਫਿਰ ਖਤਮ ਹੀ ਹੁੰਦਾ। ਲਹਿਰ ਨੇ ਤੇ ਖਤਮ ਹੋਣਾ ਹੈ, ਡਿਸੋਲਵ ਹੋਣਾ ਹੈ। ਜੇ ਕੇਵਲ ਲਹਿਰ ਹੈ,
ਤੇ ਇਹਦਾ ਮਤਲਬ ਹੈ ਵੀ ਇਹ ਫਿਰ ਟਾਈਮ ਲਾਈਨ ਦੇ ਵਿੱਚ ਹੈ। ਫਿਰ ਮੈਨੂੰ ਦੱਸੋ ਵੀ ਜਿਹੜਾ ਤੁਹਾਡੇ ਬਾਬੇ ਦਾ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਜੀ ਨਾਨਕ ਹੋਸੀ ਵੀ ਸੱਚ ਵਾਲਾ ਜਿਹੜਾ ਫਲਸਫਾ ਹੈ, ਧਰਮੀ ਫਲਸਫਾ, ਜੀ, ਉਹਦੀ ਮਿਆਦ ਫਿਰ ਕਿੰਨੀ ਕੁ ਜੇ ਇੱਕ ਲਹਿਰ ਹੈ ਤੇ ਕੇਵਲ ਲਹਿਰ ਹੈ। ਇਹ ਤੇ ਲਹਿਰਾਂ ਦੀ ਪੈਦਾਇਸ਼ ਕਰਦਾ, ਜੀ ਇਹ ਤੇ ਧਰਮ ਦਾ ਪੰਥ ਹੈ। ਹੂੰ, ਇਹਦੇ ਵਿੱਚੋਂ ਇੱਕ ਨਾਲ ਹੀ ਇਹਦੇ ਹੋਰ ਇਨਸਾਨੀਅਤ ਇਨਸਾਨੀਅਤ ਕਰੀ ਜਾਂਦੇ ਨੇ, ਇਨਸਾਨੀਅਤ ਧਰਮ, ਇਨਸਾਨੀਅਤ ਧਰਮ। ਬਿਲਕੁਲ ਇਹ ਬਹੁਤ ਵੱਡੀ ਚੀਜ਼ ਲਿਆਂਦੀ ਹੋਈ ਹੈ। ਇਹਨੂੰ ਕਰ ਕਰਕੇ ਤੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਵੀ ਇਨਸਾਨੀਅਤ ਹੀ ਸਭ ਕੁਝ। ਇਹ ਨਾ ਸਾਡੇ ਅੰਦਰੋਂ ਅੰਦਰ ਇੱਕ ਜਿਹੜੇ ਖਾਸ ਕਰਕੇ ਪੜ੍ਹਿਆ ਲਿਖਿਆ ਵਰਗ ਉਹਦੇ ਅੰਦਰ ਬਿਮਾਰੀ ਪਈ ਸੀ ਇਹ ਥੋੜੀ ਜੀ। ਕਾਰਨ ਕੀ ਹੋਇਆ ਦਲਜੀਤ ਜੀ, ਜਿਹੜਾ ਧਰਮ ਸ਼ਬਦ ਹੈ ਨਾ, ਧਰਮ ਸ਼ਬਦ ਦੇ ਅਸੀਂ ਅਰਥ ਨਹੀਂ ਸਪਸ਼ਟ ਕਰ ਪਾਏ। ਇਹ ਚੰਗੇ ਭਲੇ ਪ੍ਰਚਾਰਕਾਂ ਨੇ ਵੀ ਇਸ ਧਰਮ ਸ਼ਬਦ ਨੂੰ ਵਰਤਣ ਤੋਂ ਅੰਗਰੇਜ਼ ਕੀਤਾ ਜੀ। ਤੇ ਫਿਰ ਜੇ ਅਸੀਂ ਆਪਣੇ ਆਪ ਨੂੰ ਥੋੜਾ ਪੜਾਕੂ, ਥੋੜਾ ਐਡਵਾਂਸ ਸ਼ੋ ਕਰਨਾ ਹੁੰਦਾ ਕਿਤੇ, ਤੇ ਫਿਰ ਅਸੀਂ ਇਨਸਾਨੀਅਤ ਧਰਮ ਦੀ ਗੱਲ ਕਰਦੇ ਹਾਂ। ਹੁਣ ਮੈਨੂੰ ਇਹ ਦੱਸੋ ਵੀ ਇਨਸਾਨੀਅਤ ਚੋਂ ਧਰਮ ਨਿਕਲਦਾ ਕਿ ਧਰਮ ਚੋਂ ਇਨਸਾਨੀਅਤ ਨਿਕਲਦੀ ਹੈ? ਸਵਾਲ ਇਹ ਵੀ ਇਨਸਾਨੀਅਤ ਚੋਂ ਧਰਮ ਨਿਕਲਦਾ ਹੈ ਕਿ ਧਰਮ ਚੋਂ ਇਨਸਾਨੀਅਤ? ਜੇ ਤੁਸੀਂ ਇਨਸਾਨੀਅਤ ਚੋਂ ਧਰਮ ਨਿਕਲਦਾ ਜੇ ਤੇ ਫਿਰ ਇਨਸਾਨ ਅਲਟੀਮੇਟ ਹੈ, ਬਿਲਕੁਲ ਇਨਸਾਨ ਅਖੀਰ ਹੈ। ਤੇ ਇਨਸਾਨ ਦੀ ਮਿਆਦ ਕੀ ਹੈ? ਠੀਕ ਹੈ ਜੀ। ਇਨਸਾਨ ਦੇ ਅੰਦਰੋਂ ਸਾਰੇ ਰਸਾਇਣਕ ਇਹਦੇ ਤੱਤ ਕੱਢ ਲਓ, 7000 ਦਾ ਨਹੀਂ ਬਣਦਾ ਇਹ। ਇੱਕ 7000 ਦੀ ਵੈਲਿਊ ਵਾਲਾ ਇਨਸਾਨ, ਉਹਦੇ ਸਿਰ ਦੇ ਉੱਤੇ ਹੀ ਧਰਮ ਖੜਾ ਕਰਦੀ ਹੈ ਵੀ ਇਨਸਾਨੀਅਤ ਧਰਮ, ਇਨਸਾਨੀਅਤ ਧਰਮ ਜੀ। ਇਹ ਇੱਕ ਹਾਸੋਹੀਣੀ ਗੱਲ ਹੈ। ਇਹ ਕੇਵਲ ਕੁਝ ਸ਼ਬਦ ਇਦਾਂ ਦੇ ਹੁੰਦੇ ਨੇ ਵੀ ਨਾ ਉਹਨਾਂ ਤੇ ਅਸੀਂ ਸੋਚੀਏ, ਨਾ ਉਹਨਾਂ ਤੇ ਗੱਲ ਕਰੀਏ, ਫਿਰ ਇਦਾਂ ਹੀ ਪ੍ਰਚਲਿਤ ਹੋ ਜਾਂਦੇ ਨੇ। ਇਨਸਾਨੀਅਤ ਧਰਮ ਨਹੀਂ, ਧਰਮ ਚੋਂ ਇਨਸਾਨੀਅਤ ਹੈ। ਇਨਸਾਨੀਅਤ ਨਿਕਲੀ। ਹੁਣ ਢੱਡਰੀਆਂ ਵਾਲੇ ਕਹਿੰਦੇ ਨੇ ਵੀ ਇਹ ਲਹਿਰ ਹੈ। ਹੁਣ ਮੈਂ ਇੱਕ ਆਮ ਤੌਰ ਤੇ ਇੱਕ ਐਜ਼ ਏ ਸਿੱਖ ਕਹਿ ਲਈਏ ਜਾਂ ਫਿਰ ਆਮ ਇਨਸਾਨ ਦੇ ਤੌਰ ਤੇ ਮੈਂ ਇੱਕ ਗੱਲ ਕਰਾਂ ਕਿ ਹੁਣ ਜਿਹੜੇ ਬੱਚੇ ਸਾਡੇ ਵਿਦੇਸ਼ਾਂ ਦੇ ਵਿੱਚ ਜੰਮੇ ਹੈ, ਉਹਨਾਂ ਨੂੰ ਅਸੀਂ ਸ਼ੁਰੂ ਤੋਂ ਲੈ ਕੇ ਜਦੋਂ ਉਹਨਾਂ ਦੀ ਪਰਵਰਿਸ਼ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਆ ਵੀ ਤੂੰ ਸਿੱਖ ਹੈ, ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ, ਸਾਡੇ 10 ਗੁਰੂ ਸਾਹਿਬਾਨ ਨੇ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੈ। ਸੋ ਜੇ ਅੱਜ ਢੱਡਰੀਆਂ ਵਾਲੇ ਕਹਿੰਦੇ ਵੀ ਮੈਨੂੰ ਕੈਨੇਡਾ ਤੋਂ ਇੱਕ ਬੀਬੀ ਦਾ ਫੋਨ ਆਇਆ ਵੀ ਜੇ ਸਿੱਖ ਇਦਾਂ ਦੇ ਨੇ ਤਾਂ ਫਿਰ ਮੈਂ ਤਾਂ ਨਹੀਂ ਬਣਾਉਣਾ। ਸੋ ਜੇ ਲਹਿਰ ਵਾਲੀ ਗੱਲ ਜੇ ਉਹ ਬੱਚਿਆਂ ਨੂੰ ਦੱਸ ਦਿੱਤੀ ਜਾਏ ਭਾਈ ਇੱਕ ਲਹਿਰ ਦੇ ਵਿੱਚੋਂ ਤੁਸੀਂ ਨਿਕਲੇ ਹੋ ਤੇ ਇਹ ਲਹਿਰ ਹੀ ਹੋ, ਤੁਸੀਂ ਕੋਈ ਸਿੱਖ ਨਹੀਂ ਹੈਗਾ, ਫਿਰ ਤਾਂ ਮੈਨੂੰ ਲੱਗਦਾ ਨਹੀਂ ਕਿ ਉਹ ਲਹਿਰ ਦੇ ਨਾਲ ਰਹਿਣਗੇ। ਉਹ ਤਾਂ ਕਹਿਣਗੇ ਫਿਰ ਗੋਰੇ ਸਹੀ ਹੈ ਕਿਉਂਕਿ ਉਹਨਾਂ ਦਾ ਕ੍ਰਿਸਚੀਅਨ ਧਰਮ ਸੰਪੂਰਨ ਹੈ, ਜਾਂ ਕੁਝ ਵੀ ਕਹਿ ਸਕਦੇ ਹੋ ਮੁਸਲਿਮ ਨੇ, ਜਾਂ ਉਹ ਮੁਸਲਿਮ ਬਣ ਜਾਣ ਜਾਂ ਕੋਈ ਹੋਰ ਧਰਮ ਅਪਣਾ ਲੈਣ, ਕਿਉਂਕਿ ਲਹਿਰ ਦੇ ਨਾਲ ਜੁੜੇ ਰਹਿਣਾ ਤਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਨਹੀਂ ਪੋਸੀਬਲ ਹੋਊਗਾ। ਨਾਲੇ ਦਲਜੀਤ ਜੀ ਇੱਕ ਗੱਲ ਹੋਰ ਧਿਆਨ ਚ ਰੱਖੋ, ਮਸਲਾ ਕੇਵਲ ਆਈਡੀਓਲੋਜੀਕਲ ਨਹੀਂ ਹੈ ਇੱਥੇ, ਕੇਵਲ ਵਿਚਾਰਧਾਰਕ ਨਹੀਂ ਹੈ ਵੀ ਉਹਨੇ ਕਹਿਤਾ ਧਰਮ ਨਹੀਂ ਹੈ ਤੇ ਅਸੀਂ ਕੇਵਲ ਇਸ ਗੱਲ ਨੂੰ ਸਾਬਤ ਕਰਨਾ ਵੀ ਧਰਮ ਹੈ ਜੀ। ਮਸਲਾ ਵੱਡਾ ਇਹ ਹੈ ਵੀ ਗੁਰੂ ਕੀ ਕਹਿੰਦਾ, ਸਭ ਤੋਂ ਵੱਡਾ ਮਸਲਾ। ਦੂਸਰਾ ਜੀ ਕਿ ਸਾਡੀ ਧਰਮ ਦੇ ਤੌਰ ਤੇ ਇੱਕ ਐਗਜ਼ਿਸਟੈਂਸ ਹੈ ਜਿੱਥੇ ਅਸੀਂ ਰਹਿੰਦੇ ਹਾਂ। ਇਹ ਹੋਂਦ ਜਿਹੜੀ ਹੈ ਨਾ, ਤੁਹਾਡੀ ਐਗਜ਼ਿਸਟੈਂਸ ਜਿਹੜੀ ਹੈ, ਇਸ ਹੋਂਦ ਨੂੰ ਹੀ ਜਿਹੜੀਆਂ ਦੂਸਰੀਆਂ ਤਾਕਤਾਂ ਨੇ, ਖਾਸ ਕਰਕੇ ਜਦੋਂ ਤੁਸੀਂ RSS ਦੀ ਗੱਲ ਕਰਦੇ ਜੇ, ਇਸ ਹੋਂਦ ਨੂੰ, ਇਸ ਟਾਈਟਲ ਨੂੰ ਹੀ ਤੁਹਾਡੇ ਕੋਲੋਂ ਖੋਣਾ ਚਾਹੁੰਦੇ ਨੇ। ਤੁਸੀਂ ਬ੍ਰਿਜ ਭੂਸ਼ਣ ਦਾ ਬਿਆਨ ਸੁਣ ਲਓ, ਪੰਜਾਬ ਦਾ RSS ਦਾ ਜਿਹੜਾ ਮੁਖੀ ਸੀ ਜੀ, ਬ੍ਰਿਜ ਭੂਸ਼ਣ ਦਾ ਬਿਆਨ ਸੁਣਦੇ ਜੋ ਵੀ ਕਹਿੰਦਾ ਸਿੱਖ ਧਰਮ ਨਹੀਂ ਹੈ, RSS ਵੀ ਕਹਿੰਦੀ ਸਿੱਖ ਧਰਮ ਨਹੀਂ ਹੈ। ਹੁਣ ਦੱਸੋ ਜੇ ਉਹ ਵੀ ਕਹਿੰਦੀ ਹੈ ਸਿੱਖ ਧਰਮ ਨਹੀਂ, ਇਹ ਵੀ ਕਹਿੰਦਾ ਸਿੱਖ ਧਰਮ ਨਹੀਂ, ਤੇ ਇਹਨੂੰ ਹੁਣ ਕਿੱਧਰ ਜੋੜੀਏ ਅਸੀਂ? ਜੇ ਉਧਰ ਨਾ ਜੋੜੀਏ ਤੇ ਫਿਰ ਇਹ ਕਹਿੰਦਾ ਮੈਨੂੰ ਗਾਲਾਂ ਕੱਢ ਕੇ ਕਹਿੰਦਾ ਮੈਨੂੰ RSS ਦਾ ਬਣਾਉਂਦੇ ਨੇ। ਦੱਸ ਭਾਈ, ਜਦੋਂ ਤੇਰੀ RSS ਨੇ ਕੋਈ ਥੱਪਾ ਲਾਉਣਾ ਵਾ ਮੱਥੇ ਦੇ ਉੱਤੇ ਵੀ ਤੁਸੀਂ RSS ਦੇ ਜੇ ਜਾਂ ਨਹੀਂ? ਜਦੋਂ ਤੁਹਾਡੀ ਭਾਸ਼ਾ ਉਹਨਾਂ ਵਾਲੀ ਹੈ, ਤੁਹਾਡੀ ਅਪਰੋਚ ਉਹਨਾਂ ਵਾਲੀ ਹੈ, ਜੋ ਮੰਨਦੇ ਨੇ ਤੁਸੀਂ ਉਹ ਮੰਨਦੇ ਜੇ। ਕੌਮ ਦੇ ਅੰਦਰ ਕੁਝ ਹਲਚਲ ਹੋ ਜੇ, RSS ਵੀ ਚਾਹੁੰਦੀ ਵੀ ਸਿੱਖ ਡੀਫੇਮ ਹੋਵੇ, ਬਿਲਕੁਲ ਇਹ ਵੀ ਚਾਹੁੰਦਾ ਵਾ ਵੀ ਜਦੋਂ ਕੋਈ ਪੁੱਠਾ ਕੰਮ ਹੋਵੇ ਇਹਨੇ ਵੀ ਵੇਖਣਾ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹਾ ਕਮੈਂਟ ਕਰੋ ਜਿਹੜਾ ਸਾਨੂੰ ਸ਼ੇਮਫੁਲ, ਸ਼ਰਮਿੰਦਾ ਕਰੇ ਸਿੱਖਾਂ ਨੂੰ। ਹੁਣ ਉਹ ਵੀ ਇਹ ਚਾਹੁੰਦੀ ਤੇ ਇਹ ਵੀ ਇਹ ਚਾਹੁੰਦਾ, ਬਿਲਕੁਲ। ਨਿਹੰਗ ਸਿੰਘ RSS ਵੀ ਚਾਹੁੰਦੀ ਹੈ ਕਿ ਕੌਮੀ ਰਿਸੋਰਸਸ ਨੂੰ, ਪਰ ਪੰਜਾਬ ਤੋਂ ਜਾਂ ਫਿਰ ਸਿੱਖਾਂ ਤੋਂ ਇਲਾਵਾ ਹੋਰ ਕਿਤੇ ਜੇ ਕੁਝ ਹੋ ਜਾਂਦਾ ਤਾਂ ਉਹਦੇ ਬਾਰੇ ਕਦੇ ਵੀ ਗੱਲ ਨਹੀਂ ਕਰਦੇ ਆਪਣੀ ਸਟੇਜ ਤੋਂ। ਗੱਲ ਇਹੋ ਹੀ ਹੈ ਕਿਉਂਕਿ ਇਹ ਏਜੰਡਾ ਜਿਹੜਾ ਵਾ ਨਾ, ਜਿਹੜਾ ਇਹਨਾਂ ਦਾ ਏਜੰਡਾ ਹੈ, ਉਸ ਏਜੰਡੇ ਤੇ ਇਹ ਖਰਾ ਉਤਰਦਾ। ਵੇਖੋ RSS ਦੀ ਜਿਹੜੀ ਆਪਣੀ ਸਬ ਆਰਗੇਨਾਈਜੇਸ਼ਨ ਸੀ ਸਿੱਖ ਸੰਗਤ, ਜਿਹੜੀ ਇਹਨਾਂ ਦੀ ਵੈਬਸਾਈਟ ਸੀ, ਫਿਰ ਜਿਹੜਾ ਇੱਕ ਸਿੱਖਾਂ ਦਾ ਇਹਨਾਂ ਨੇ ਇੱਕ ਅਲੱਗ ਆਰਗੇਨਾਈਜੇਸ਼ਨ ਬਣਾਈ ਹੈ ਜਿਹੜੀ 1985 ਦੇ ਵਿੱਚ ਬਣਾਈ ਸੀ। ਉਹਦੇ ਵਿੱਚ ਉਹਦਾ ਏਜੰਡਾ ਇਹ ਸੀ
ਵੀ ਸਿੱਖਾਂ ਨੂੰ ਅਭੇਦ ਕਿਵੇਂ ਕਰਨਾ ਹੈ। ਉਹ ਤੁਹਾਡੇ ਗੁਰੂਆਂ ਨੂੰ ਪ੍ਰਚਾਰਦੇ ਨੇ ਜੀ, ਸਿੱਖੀ ਚਿਹਰੇ 'ਚ ਹੀ ਪ੍ਰਚਾਰਦੇ ਨੇ। ਬਿਲਕੁਲ। ਗੁਰੂ ਵਾਸਤੇ ਬਹੁਤ ਵੱਡੇ ਵੱਡੇ ਸ਼ਬਦ ਵਰਤਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੈਸਾ ਕੋਈ ਦੇਸ਼ ਭਗਤ ਨਹੀਂ ਹੋ ਸਕता। ਜੀ, गुरु गोबिंद सिंह इस भारत के देश के महान सपूत है। ਹੁਣ ਇਹ ਸ਼ਬਦ ਆਮ ਬੰਦਾ ਸੁਣਦਾ ਤੇ ਉਹਦੇ ਕਲੇਜੇ ਠੰਡ ਪੈਂਦੀ ਵੀ ਕਿਆ ਬਾਤ ਹੈ, ਮੇਰੇ ਗੁਰੂ ਦੀ ਕਿੰਨੀ ਤਾਰੀਫ ਹੋ ਰਹੀ, ਪਰ ਅਸੀਂ ਸਮਝਦੇ ਨਹੀਂ ਵੀ ਉਹ ਕੇਵਲ ਦੇਸ਼ ਤੱਕ ਸੰਬੰਧਿਤ ਕਰ ਗਏ ਤੁਹਾਡੇ ਗੁਰੂ ਨੂੰ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੀ, ਗੁਰੂ ਇਹ ਹਿੰਦ ਦੀ ਚਾਦਰ ਨੇ, ਅਸੀਂ ਕਹਿੰਦੇ ਮਨੁੱਖਤਾ ਦੀ ਚਾਦਰ ਨੇ। ਹੁਣ ਉਹ ਗੁਰੂ ਨੂੰ ਸੰਬੰਧਿਤ ਕਰਦੇ ਨੇ ਦੇਸ਼ੀ ਲੈਵਲ ਤੱਕ। ਦੂਸਰਾ, ਉਹ ਗੁਰੂ ਨੂੰ ਤੁਹਾਡੇ ਉਸ ਜਿਹੜਾ ਸਿੱਖ ਧਰਮ ਦਾ ਦਾਇਰਾ ਹੈ ਉਹਦੇ ਚੋਂ ਕੱਢ ਕੇ ਉਧਰਲੇ ਬੰਨੇ ਲੈ ਜਾਂਦੇ ਨੇ। ਜਿਵੇਂ ਇਹਨਾਂ ਨੇ ਬੁੱਧ ਨੂੰ ਅਵਤਾਰ ਘੋਸ਼ਿਤ ਕਰ ਦਿੱਤਾ। ਮਹਾਤਮਾ ਬੁੱਧ ਦੀ ਜਿਹੜੀ ਰੂਹਾਨੀ ਮੌਤ ਬ੍ਰਾਹਮਣ ਕਿਵੇਂ ਕਰਦਾ ਹੈ, ਉਹ ਅਵਤਾਰ ਬਣਾ ਲੈਂਦਾ ਆਪਣਾ। ਤੇ ਉਹਨਾਂ ਨੂੰ ਦੱਸੋ ਕੀ ਦੋਸ਼ ਹੈ? ਤੁਹਾਡੇ ਗੁਰੂ ਨੂੰ ਆਪਣੇ ਦੇਸ਼ ਦਾ ਮਹਾਨ ਸਪੂਤ ਨਹੀਂ ਬਣਾ ਸਕਦੇ? ਬਣਾਉਣਗੇ। ਕਿਉਂਕਿ ਤੁਹਾਨੂੰ ਉਹਨਾਂ ਨੇ ਜਜ਼ਬ ਕਰਨਾ। ਕੇਵਲ ਫਿਜ਼ੀਕਲ ਐਲੀਮੀਨੇਸ਼ਨ ਜਾਂ ਡਿਸਟਰਕਸ਼ਨ ਹੀ ਤੁਹਾਡਾ ਖਾਤਮਾ ਨਹੀਂ ਹੈ, ਕਿਉਂਕਿ ਤੁਸੀਂ ਵਿਚਾਰ ਚੋਂ ਨਿਕਲੇ ਜੇ, ਤੁਸੀਂ ਨਾਦ ਚੋਂ ਨਿਕਲੇ ਜੇ। ਜਿਹੜਾ ਨਾਦ ਚੋਂ ਨਿਕਲਿਆ ਏ, ਥਾਟ ਚੋਂ ਨਿਕਲਿਆ ਏ ਨਾ, ਉਹਦੀ ਡਿਸਟਰਕਸ਼ਨ ਉਦੋਂ ਹੁੰਦੀ ਹੈ ਜਿੱਦਣ ਉਹਦੇ ਦਿਮਾਗ ਦੇ ਵਿੱਚੋਂ ਉਹ ਨਾਦ ਕੱਢ ਲਿਆ ਜਾਂਦਾ ਹੈ। ਜੀ, ਉਹ ਆਵਾਜ਼ ਕੱਢ ਲਈ ਜਾਂਦੀ ਹੈ, ਜਿਹੜੀ ਆਵਾਜ਼ ਗੁਰੂ ਨਾਨਕ ਦਿੰਦੇ ਨੇ ਸਾਨੂੰ ਜਪਜੀ ਦੇ ਰੂਪ 'ਚ, ਆਸਾ ਦੀ ਵਾਰ ਦੇ ਰੂਪ ਦੇ ਵਿੱਚ, ਸਿੱਧ ਗੋਸ਼ਟ ਦੇ ਰੂਪ ਦੇ ਵਿੱਚ। ਉਹ ਨਾਦ ਖੋਹਦੇ ਨੇ ਸਾਡੇ। ਜੀ, ਜੀ। ਉਹੋ ਹੀ ਸ਼ਬਦਾਵਲੀ ਇਹਦੀ ਹੈ। ਹੁਣ ਦੱਸੋ ਵੀ ਇਹਨੂੰ ਕਿੱਥੇ ਰੱਖਣਾ? ਮੈਂ ਨਹੀਂ ਕਹਿੰਦਾ ਵੀ RSS ਦਾ, ਪਰ ਤੁਸੀਂ ਦੱਸ ਦਿਓ ਕਿੱਥੇ ਰੱਖਣਾ। ਮੈਂ ਤਾਂ ਤੁਹਾਨੂੰ ਕੰਪੈਰੇਟਿਵਲੀ ਸਾਰੀ ਗੱਲ ਤੁਹਾਡੇ ਸਾਹਮਣੇ ਰੱਖ ਦਿੱਤੀ। ਆਮ ਆਪਾਂ ਜਿਵੇਂ ਸੁਣਦੇ ਵੀ ਆਏ ਹਾਂ ਸ਼ੁਰੂ ਤੋਂ, ਤੇ ਚਲੋ ਗੱਲ ਹੈ ਵੀ ਇਹ ਸੱਚੀ ਹੈ ਕਿ ਬਹੁਤ ਸਾਰੀਆਂ ਐਸੀਆਂ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਵਿੱਚੋਂ ਜਿਵੇਂ ਭਾਈ ਸਾਹਿਬ ਲਹਿਰ ਕਹਿੰਦੇ ਨੇ, ਪੰਜਾਬ ਚੋਂ ਸਿੱਖਾਂ ਦੇ ਵਿੱਚੋਂ ਬੜੀਆਂ ਲਹਿਰਾਂ ਉੱਠੀਆਂ ਜਿਨ੍ਹਾਂ ਨੇ ਆਪਾਂ ਕਹਿ ਲਈਏ ਵੀ ਦੇਸ਼ ਦਾ ਮਾਹੌਲ, ਦੁਨੀਆ ਦਾ ਮਾਹੌਲ ਬਦਲ ਦਿੱਤਾ। ਜੇ ਆਪਾਂ ਗੁਰੂ ਸਾਹਿਬਾਂ ਦੇ ਵੇਲੇ ਦੀ ਗੱਲ ਕਰੀਏ, ਯੋਧਿਆਂ ਦੇ ਵੇਲੇ ਦੀ ਗੱਲ ਕਰੀਏ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਹੋ ਗਏ, ਜਾਂ ਅੱਜ ਦੀ ਵੀ ਗੱਲ ਕਰੀਏ ਕਿਸਾਨੀ ਮੋਰਚੇ ਦੀ ਵੀ, ਸੋ ਇਸ ਕਿਤੇ ਨਾ ਕਿਤੇ ਸਾਰਾ ਕੁਝ ਸਿੱਖੀ ਸਪਿਰਿਟ ਦੇ ਵਿੱਚੋਂ ਨਿਕਲਿਆ। ਤੇ ਜਿਵੇਂ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਨੇ ਵੀ ਇੱਕ ਲਹਿਰ ਹੈਗੀ ਆ, ਮੈਨੂੰ ਜੋ ਮੈਂ ਮਹਿਸੂਸ ਕਰਦਾ ਕਿਤੇ ਨਾ ਕਿਤੇ ਸਾਨੂੰ ਇਹ ਨਾਸਤਿਕਤਾ ਵਾਲੇ ਪਾਸੇ ਨੂੰ ਧੱਕ ਰਹੇ ਨੇ, ਜਾਂ ਫਿਰ ਉਹ ਕਾਮਰੇਡੀ ਸੋਚ ਜਿਹੜੀ ਇਸ ਵੇਲੇ ਆਪਾਂ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਹਾਵੀ ਵੀ ਰਹੀ ਹੈ। ਸੋ ਕਿਤੇ ਨਾ ਕਿਤੇ ਸਾਨੂੰ ਉਧਰ ਨਹੀਂ ਧੱਕਿਆ ਜਾ ਰਿਹਾ ਵੀ ਆਪਣੇ ਚੋਂ ਵੱਖਰਾਪਨ ਖਤਮ ਕਰਨਾ। ਮਤਲਬ ਕਿ ਸਿੱਖ ਵੀ ਆਮ ਹੀ ਨੇ, ਮਤਲਬ ਕਿ ਜਿਵੇਂ ਬਾਕੀ ਰਹਿ ਕੇ ਆਪਣਾ ਟਾਈਮ ਗੁਜ਼ਾਰ ਰਹੇ ਨੇ। ਜਿਵੇਂ ਹੁਣ ਅਣਖ ਦੀ ਗੱਲ ਕਰਦੇ ਆ, ਜੁਰਤ ਦੀ ਗੱਲ ਕਰਦੇ ਆ ਵੀ ਇੱਕ ਸਿੱਖ ਹੋ ਕੇ ਉਹਨੇ ਫਲਾਣੇ ਨਾਲ ਮੱਥਾ ਲਾ ਲਿਆ ਜਾਂ ਇਦਾਂ ਕਰ ਲਿਆ, ਆਹ ਚੀਜ਼ਾਂ। ਇਹ ਤਾਂ ਫਿਰ ਜਿਸ ਹਿਸਾਬ ਨਾਲ ਭਾਈ ਸਾਹਿਬ ਕਹਿ ਰਹੇ ਆ, ਨਾਸਤਿਕਤਾ ਜਾਂ ਫਿਰ ਕਾਮਰੇਡਾਂ ਵਾਲੇ ਪਾਸੇ ਨੂੰ ਸਾਨੂੰ ਤੋਰ ਰਹੇ ਆ। ਵੇਖੋ, ਜਿਹੜੀ ਉਹ ਰੂਸੀ ਵਿਚਾਰਧਾਰਾ ਹੈ ਨਾ ਜੀ, ਇਹ ਕਾਰਲ ਮਾਰਕਸ ਹੈ। ਕਾਰਲ ਮਾਰਕਸ ਕੇਵਲ ਆਈਡੀਓਲੋਜੀ ਦਿੰਦਾ ਹੈ, ਵਿਚਾਰ ਦਿੰਦਾ ਹੈ, ਕੇਵਲ ਲਿਖਦਾ ਹੈ। ਜ਼ਮੀਨੀ ਪੱਧਰ ਤੇ ਉਹ ਵਿਚਾਰ ਪਰਖੀ ਹੋਈ ਨਹੀਂ ਸੀ। ਜੀ, ਕਾਰਲ ਮਾਰਕਸ ਜਿੰਨਾ ਚਿਰ ਤੱਕ ਸਟੈਲਿਨ, ਟਰਸਕੀ, ਲੈਨਨ ਉਹਦੇ ਤੇ ਕੰਮ ਨਹੀਂ ਕਰਦੇ। ਜੇ ਸਟੈਲਿਨ ਕੰਮ ਕਰਦਾ ਹੈ ਤੇ ਉਹ ਉਸ ਵਿਚਾਰ ਨੂੰ ਮੋਲਡ ਕਰ ਲੈਂਦਾ, ਆਪਣੇ ਮੁਤਾਬਕ ਲਿਆਉਂਦਾ ਹੈ। ਜੀ, ਜੇ ਲੈਨਨ ਕੰਮ ਕਰਦਾ ਹੈ ਤੇ ਉਹ ਵੀ ਉਹਨੂੰ ਥੋੜਾ ਹੋਰ ਮੋਲਡ ਕਰ ਲੈਂਦਾ ਹੈ ਗਾਂ ਜਾ ਕੇ। ਲੈਨਨ ਤੋਂ ਬਾਅਦ ਅਸੀਂ ਸਟੈਲਿਨ ਦੀ ਗੱਲ ਕਰਦੇ ਹਾਂ। ਸੋ ਇਹ ਦੋਵੇਂ ਇਸ ਵਿਚਾਰ ਨੂੰ ਮੋਲਡ ਕਰਦੇ ਨੇ। ਕਿਉਂ ਕਰਨੀ ਪੈਂਦੀ? ਕਿਉਂਕਿ ਪਰਖੀ ਹੋਈ ਨਹੀਂ। ਜੀ, ਯਾਦ ਰੱਖਿਓ, ਜਦੋਂ ਸਾਡੇ ਕੁਝ ਲੋਕ ਇਹ ਕਹਿ ਦਿੰਦੇ ਨਾ ਵੀ ਵੇਖੋ ਕਮਿਊਨਿਜ਼ਮ ਤੇ ਸਿੱਖੀ ਦਾ ਆਪਸ ਇੰਨਾ ਸੰਬੰਧ ਹੈ, ਯਾਦ ਰੱਖਿਓ ਜਿਹੜੇ ਜਨੇਊ ਦਾ ਖੰਡਨ ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ 'ਚ ਕੀਤਾ ਸੀ ਨਾ, ਉਹਨੂੰ ਕਲਮਬੰਦ 35 ਸਾਲ 'ਚ ਕਰਦੇ ਨੇ ਜਾ ਕੇ। ਉਹ ਕਾਰਲ ਮਾਰਕਸ ਨੂੰ ਲਿਖੀ ਨਹੀਂ ਪਈ ਪਹਿਲਾਂ, ਵੀ ਉਹ ਐਕਸਰਸਾਈਜ਼ ਚੋਂ, ਉਹ ਅਭਿਆਸ ਚੋਂ, ਪ੍ਰੈਕਟਿਸ ਚੋਂ ਨਹੀਂ ਨਿਕਲੀ ਤੇ ਕੇਵਲ ਲਿਖ ਦਿੱਤੀ। ਉਹ ਦਰਜ ਕਰਦੇ ਨੇ 35 ਸਾਲ ਦੀ ਉਮਰ ਦੇ ਵਿੱਚ, ਦਇਆ, ਕਪਾ, ਸੰਤੋਖ, ਸੂਤ। ਪਰ ਉਹਦਾ ਜ਼ਮੀਨੀ ਪੱਧਰ ਤੇ ਖੰਡਨ 9 ਸਾਲ ਦੀ ਉਮਰ 'ਚ ਕਰ ਜਾਂਦੇ ਨੇ। ਬੁਨਿਆਦੀ ਫਰਕ ਇਹ ਹੈ ਵੀ ਗੁਰੂ ਨਾਨਕ ਸਾਹਿਬ ਇੱਕ ਰੂਹਾਨੀਅਤ ਦੇ ਤੌਰ ਤੇ ਉਹਨਾਂ ਦੇ ਅੰਦਰ ਰੂਹਾਨੀਅਤ ਇਨਕਲਾਬ ਸੀ, ਜਿਹੜਾ ਇਨਕਲਾਬ ਤੱਤੀ ਤਵੀ ਤੇ ਭਾਉਂਦਾ ਏ, ਪਰ ਫਿਰ ਵੀ ਕਹਿੰਦਾ ਤੇਰਾ ਕੀਆ ਮੀਠਾ ਲਾਗੇ। ਉਹਦੇ 'ਚ ਇਦਾਂ ਦਾ ਇਨਕਲਾਬ ਨਹੀਂ ਸੀ ਵੀ ਜੇ ਹੱਥ 'ਚ ਸ਼ਕਤੀ ਆ ਗਈ, ਜਦੋਂ ਤੁਸੀਂ ਸਟੈਲਿਨ ਦੀ ਗੱਲ ਕਰਦੇ ਜੇ ਹੱਥ 'ਚ ਸ਼ਕਤੀ ਆ ਗਈ ਤੇ ਸਿਰਫ ਜਿਹੜੇ ਖਾਸ ਕਰਕੇ ਜ਼ਿਮੀਂਦਾਰ ਕਲਾਸ ਹੈ, ਜ਼ਿਮੀਂਦਾਰ ਕਲਾਸ ਦੀ ਹੀ ਨਹੀਂ ਇਕੱਲੀ, ਜਿਹੜੇ ਜਿੰਨਾ ਵੀ ਨਿੱਜੀਕਰਨ ਵਾਲੇ, ਜਿਨ੍ਹਾਂ ਕੋਲ ਜ਼ਮੀਨਾਂ ਨੇ, ਥੋੜੀ ਵੀ ਜ਼ਮੀਨ ਹੈ,
ਉਹਨਾਂ ਦੀਆਂ ਜ਼ਮੀਨਾਂ ਖੋਹ ਲਿਓ, ਜਿਹੜਾ ਵਾ ਤਕਰੀਬਨ 500 ਮਿਲੀਅਨ ਦੇ ਲਾਗੇ ਬੰਦਾ ਮਾਰ ਦਿੱਤਾ ਗਿਆ। ਬਿਲਕੁਲ। ਜਾਂ ਮੈਂ ਅੱਗੇ ਵੀ ਕਿਹਾ ਕਈ ਵਾਰ ਵੀ ਸਟੈਲਿਨ ਤੇ ਹਿਟਲਰ ਜਾਂ ਤੁਸੀਂ ਉਧਰਲੇ ਬੰਨੇ ਮਾਓ ਰੱਖ ਲਓ ਜੀ, ਇਹਨਾਂ 'ਚ ਇੰਨਾ ਹੀ ਫਰਕ ਹੈ ਕਿ ਇੱਕ ਬਦਮਾਸ਼ ਪ੍ਰਗਟ ਹੋ ਗਿਆ, ਦੂਜੇ ਨੇ ਬਦਮਾਸ਼ੀ ਫੁੱਲ ਕੀਤੀ ਹੈ, ਉਹ ਗੁਪਤ ਰੂਪ ਦੇ ਵਿੱਚ, ਕਿਉਂਕਿ ਉਹ ਜਿੱਤ ਚੁੱਕਾ ਸੀ, ਉਹਦੀ ਬਦਮਾਸ਼ੀ ਜ਼ਾਹਰ ਨਹੀਂ ਹੋਈ। ਜਦੋਂ ਤੁਸੀਂ ਹਿਟਲਰ ਦੇ ਸੰਬੰਧ 'ਚ ਪੜ੍ਹਦੇ ਜੇ ਤੇ ਹਿਟਲਰ ਦੇ ਐਸੇ ਕੰਮ ਜਿਹਦੇ ਬਰਾਬਰ ਸਟੈਲਿਨ ਕਦੀ ਵੀ ਨਹੀਂ ਖੜ ਸਕਦਾ, ਜਿਹੜੇ ਜਦੋਂ ਪਾਵਰ 'ਚ ਆਉਂਦਾ ਹੈ। ਆਟੋਬਾਨ ਦੀ ਗੱਲ ਕਰੋ ਤੁਸੀਂ, ਆਟੋਬਾਨ ਜਿਹਨੂੰ ਜਰਮਨ ਦੇ ਵਿੱਚ ਮੋਟਰਵੇ ਦੀ ਗੱਲ ਕਰਦੇ ਆ, ਜੌਬਸ ਓਪਰਚੁਨਿਟੀ ਦੀ ਗੱਲ ਕਰੋ, ਈਵਨ ਆ ਇੰਡੀਆ ਵਾਲੇ ਜਿਹੜੇ ਕਹਿੰਦੇ ਨੇ ਸਾਡੇ ਆਪਣਾ ਖਾਸ ਕਰਕੇ ਰਾਸ਼ਟਰਵਾਦੀ ਜਿਹੜੇ ਕਹਿੰਦੇ ਹਿਟਲਰ ਨੂੰ ਸਭ ਤੋਂ ਜ਼ਿਆਦਾ ਜਿਹੜਾ ਭੰਡਦੇ ਨੇ, ਇਹ ਯਾਦ ਰੱਖਿਓ ਵੀ ਜਦੋਂ ਸੁਭਾਸ਼ ਚੰਦਰ ਬੋਸ ਗਿਆ ਸੀ ਤੇ ਉਹ ਆਜ਼ਾਦ ਹਿੰਦ ਦੀ ਫਾਰਮੇਸ਼ਨ ਦਾ ਰਾਹ ਹਿਟਲਰ ਖੋਲਦਾ ਹੈ। ਅੱਛਾ, ਉਹ ਪ੍ਰਿਜ਼ਨਰ ਆਫ ਵਾਰ ਛੱਡਦਾ ਹੈ, ਪਲੱਸ ਆਪਣੀ ਪਣਡੁੱਬੀ ਦੇ ਕੇ ਤੋਰਦਾ ਤੇ ਜਾਪਾਨ ਤੋਂ ਜਿਹਦੇ ਨਾਲ ਸੰਧੀ ਸੀ ਜਰਮਨ ਦੀ, ਉੱਥੋਂ ਉਹ ਜਿਹੜੇ ਪ੍ਰਿਜ਼ਨਰ ਆਫ ਵਾਰ ਸਨ ਉਹ ਛਡਾਉਂਦਾ ਹੈ ਤੇ ਉਹੋ ਜਾਂਦੇ ਨੇ ਭਾਰਤ ਦੀ ਆਜ਼ਾਦੀ ਦਾ ਰਾਹ ਖੋਲਣ ਵਾਸਤੇ। ਜੀ ਜੀ। ਸੋ ਕਾਰਨ ਕੀ ਹੈ? ਮੈਂ ਨਹੀਂ ਕਹਿੰਦਾ, ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ, ਮੈਂ ਕਹਿੰਦਾ ਵਾਂ ਵੀ ਜਿਹੜਾ ਪ੍ਰਗਟ ਹੋ ਗਿਆ ਉਹ ਗੁੰਡਾ ਹੋ ਗਿਆ ਤੇ ਜਿਹੜਾ ਗੁਪਤ ਰਹਿ ਗਿਆ ਉਹ ਸਾਧ ਬਣ ਗਿਆ। ਉਹਨੂੰ ਅਸੀਂ ਪੁੱਛਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਬਾਹਰੀ ਲੈਵਲ ਤੇ ਗੱਲ ਕਰਨੀ, ਫਿਰ ਸਾਨੂੰ ਦੋਵੇਂ ਬਰਾਬਰ ਤੇ ਰੱਖ ਕੇ ਵੇਖਣੇ ਪੈਣੇ ਆ ਵੀ ਉਹ ਕਿਵੇਂ ਵਿਚਰਿਆ, ਉਹਦੇ ਕੀ ਕੰਮ ਸਨ ਤੇ ਇਹਦੇ ਕੀ ਕੰਮ ਸਨ। ਜੀ ਜੀ ਜੀ। ਇਹ ਕਿਸੇ ਵੇਲੇ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ, ਜਿਹੜੀ ਇਹ ਖਾਸ ਕਰਕੇ ਵਰਲਡ ਵਾਰ 1 ਵਰਲਡ ਵਾਰ 2 ਜਾਂ ਉਹਦੇ ਪਿੱਛੇ ਹਿਟਲਰ ਦਾ ਕੀ ਰੋਲ ਸੀ, ਹਿਟਲਰ ਨੇ ਕੀ ਕੀਤਾ, ਇਹਨਾਂ ਨੇ ਕੀ ਕੀਤਾ ਜੀ, ਉਹਦੇ ਵਿੱਚ ਉਹ ਸਾਰਾ ਇੱਕ ਵੱਡਾ ਵਿਸ਼ਾ ਹੈ, ਉਹਦੇ ਤੇ ਕਿਤੇ ਆਉਣ ਵਾਲੇ ਸਮੇਂ 'ਚ ਅਸੀਂ ਗੱਲ ਕਰ ਸਕਦੇ ਹਾਂ। ਜਰੂਰ ਜਰੂਰ, ਬਿਲਕੁਲ ਜੀ ਬਿਲਕੁਲ। ਮੇਰੇ 2 ਸਵਾਲ ਨੇ ਜੀ ਹੁਣ, ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਸੰਕੋਚ ਲਵਾਂਗੇ ਪ੍ਰੋਗਰਾਮ ਨੂੰ। ਪਹਿਲਾ ਜਿਹੜਾ ਸਵਾਲ ਹੈਗਾ ਉਹ ਇਹ ਹੈ ਕਿ ਪਿਛਲੇ ਦਿਨੀ ਤੁਸੀਂ ਜਦੋਂ ਰਿਪਲਾਈ ਕੀਤਾ ਭਾਈ ਢੱਡਰੀਆਂ ਵਾਲਿਆਂ ਨੂੰ, ਉਹ ਵੀਡੀਓਜ਼ ਤੁਸੀਂ ਪਾਈਆਂ ਸੀ ਜਿਹਦੇ ਵਿੱਚੋਂ ਇੱਕ ਆਪਾਂ ਇਹ ਕਹਿੰਦੇ ਰੈਫਰੈਂਸ ਲੈਣਾ ਹੁੰਦਾ ਵੀ ਭਾਈ ਜੇ ਤੁਸੀਂ ਆਹ ਗੱਲ ਕਹੀ ਹੈ ਤੇ ਸਾਡਾ ਜਵਾਬ ਇਹ ਹੈਗਾ। ਸੋ ਉਹ ਤੁਹਾਡੀ ਕਾਪੀਰਾਈਟ ਜਿਹੜਾ ਇਸ਼ੂ ਕਰਕੇ ਮਤਲਬ ਤੁਹਾਡੇ ਤੇ ਉਹਨਾਂ ਨੇ ਸਟ੍ਰਾਈਕ ਕਰਵਾਈ ਹੈ, ਤੁਹਾਡੀਆਂ ਉਹ ਵੀਡੀਓਜ਼ ਡਿਲੀਟ ਕਰਵਾਈਆਂ। ਆਪਾਂ ਪਿੱਛੇ ਜੇ ਦੇਖਿਆ ਹੋਣਾ, ਸਾਲ 2 ਸਾਲ ਪਹਿਲਾਂ ਇੱਕ ਚੈਨਲ ਹੈਗਾ ਪੰਜਾਬ ਦਾ ਜਿਹਦੇ ਉੱਤੇ ਦਰਬਾਰ ਸਾਹਿਬ ਤੋਂ ਗੁਰਬਾਣੀ ਚੱਲਦੀ ਹੈ, ਸੋ ਉਹਨਾਂ ਦਾ ਉਹ ਹੁਕਮਨਾਮਾ ਕਿਸੇ ਸਿੱਖ ਵੈਬਸਾਈਟ ਨੇ ਯੂਜ਼ ਕੀਤਾ ਸੀ ਤੇ ਉਹਨਾਂ ਨੇ ਵੀ ਸਟ੍ਰਾਈਕ ਕਰਵਾਈ ਸੀ ਤੇ ਸਾਰੇ ਕੌਮ ਨੇ ਵਿਰੋਧ ਕੀਤਾ ਸੀ, ਭਾਈ ਵੀ ਇਹ ਤੁਹਾਡਾ ਸਾਂਝਾ ਹੈ, ਮਤਲਬ ਇਹ ਸਾਰਿਆਂ ਦਾ ਸਾਂਝਾ ਹੈਗਾ, ਤੇ ਆਪਾਂ ਉਹਨਾਂ ਨੂੰ ਭੰਡਿਆ ਵੀ ਸੀਗਾ। ਹੁਣ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਵੀ ਇਹਨਾਂ ਵੱਲੋਂ ਕੋਈ ਗੱਲ ਕਹੀ ਗਈ ਹੈ, ਉਹਦਾ ਜਵਾਬ ਤੁਸੀਂ ਦਿੱਤਾ ਹੈ ਤੇ ਕਾਪੀਰਾਈਟ ਸਟ੍ਰਾਈਕ ਵੀ ਆਈ ਹੈ ਤੇ ਉਹ ਡਿਲੀਟ ਵੀ ਕਰਵਾਈਆਂ ਗਈਆਂ, ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਵੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਆ ਦਲਜੀਤ ਜੀ, ਕਾਪੀਰਾਈਟ ਜਿਹੜੀ ਸਟ੍ਰਾਈਕ ਹੈ ਨਾ, ਉਹ ਬੜੀ ਮਜ਼ਾਹੀਆ ਜੀ ਕਿਸਮ ਦੀ ਆਈ ਹੈ ਵੀ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਹੈ ਉਹ ਵਾਇਓਲੇਟ ਹੋਈ ਹੈ। ਸਿੰਘਨਾਦ ਨੇ ਸਾਡੀ ਇੰਟੈਲੈਕਚੁਅਲ ਪ੍ਰਾਪਰਟੀ ਯੂਜ਼ ਕੀਤੀ ਹੈ ਜੀ। ਪਰ ਇਹ ਯਾਦ ਰੱਖੋ ਵੀ ਜਦੋਂ ਇਹਦੀ ਅਸੀਂ ਇੰਟੈਲੈਕਟ ਨੂੰ ਹੀ ਨਹੀਂ ਮੰਨਦੇ ਤੇ ਇਹਦੀ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਆ ਵਾਇਓਲੇਟ ਕਿਵੇਂ ਕਰ ਸਕਦੇ ਅਸੀਂ? ਇਹਦੀ ਇੰਟੈਲੈਕਟ ਨੂੰ ਹੀ ਚੈਲੰਜ ਕਰਨਾ ਆ ਜੀ। ਜਾਂ ਤੇ ਹੋਵੇ ਨਾ ਵੀ ਇਹਨੇ ਬੜੀ ਕੋਈ ਇੰਟੈਲੈਕਟ ਦੀ ਗੱਲ ਕੀਤੀ ਹੋਵੇ ਤੇ ਸਾਨੂੰ ਚੰਗੀ ਲੱਗੀ ਵੀ ਉਦਾਂ ਇਹਦੀ ਵੀਡੀਓ ਚੱਕੀ ਹੋਵੇ ਤੇ ਉਦਾਂ ਹੀ ਉਹਨੂੰ ਪਲੇ ਕਰ ਦਿੱਤਾ ਹੋਵੇ। ਬਿਲਕੁਲ ਵੀ ਆ ਬਹੁਤ ਵਧੀਆ ਵਿਚਾਰ ਨੇ, ਅਸੀਂ ਤੁਹਾਨੂੰ ਬੜੇ ਵਧੀਆ ਵਿਚਾਰ ਨੇ ਤੇ ਅਸੀਂ ਇਹਨੂੰ ਪਾ ਰਹੇ, ਅਸੀਂ ਉਹਦੀ ਸ਼ੇਅਰ ਨਹੀਂ ਕੀਤੀ, ਅਸੀਂ ਪਾ ਰਹੇ ਹਾਂ। ਪਹਿਲਾ ਸਵਾਲ। ਦੂਸਰਾ ਵੀ ਜਿਹੜੀ ਵੀਡੀਓ ਨੂੰ ਇਹ ਰਿਪੋਰਟ ਕਰ ਰਿਹਾ, ਇੱਕ ਕਾਇਰਤਾ ਤੇ ਬੁੱਝਦਿਲੀ ਦੀ ਨਿਸ਼ਾਨੀ, ਜਿਹਨੂੰ ਇਹ ਰਿਪੋਰਟ ਕਰ ਰਿਹਾ ਉਹ ਵੀਡੀਓ ਮੇਰੇ ਸੰਬੰਧਿਤ ਹੈ, ਜਿਹਦੇ 'ਚ ਮੇਰੇ ਸੰਬੰਧ 'ਚ ਬੋਲ ਰਿਹਾ। ਸਾਡੀ ਇਮਾਨਦਾਰੀ ਵੇਖੋ ਵੀ ਅਸੀਂ ਇਹਦੀ ਗੱਲ ਪਹਿਲਾਂ ਲਾਈ ਹੈ ਜੀ ਵੀ ਇਹ ਕੀ ਕਹਿ ਰਿਹਾ। ਉਹਦੇ 'ਚ ਇਹਨੇ ਕਿਹਾ ਵੀ ਸੁੱਚਾਨੰਦ ਜੀ, ਵੀ ਤੁਸੀਂ ਪ੍ਰਭਦੀਪ ਸੁੱਚਾਨੰਦ ਦੀ ਔਲਾਦ। ਮੈਂ ਇਹਦੀ ਉਹ ਕਲਿੱਪ ਭਾਵੇਂ ਕਿ ਗਲਤ ਬੋਲਿਆ ਫਿਰ ਵੀ ਲਾਈ ਪਹਿਲਾਂ। ਬਿਲਕੁਲ। ਉਸ ਤੋਂ ਬਾਅਦ ਮੈਂ ਸਾਬਤ ਕੀਤਾ ਵੀ ਸੁੱਚਾਨੰਦ ਕੌਣ ਹੁੰਦਾ ਹੈ। ਜੀ ਜੀ ਜੀ। ਉਸ ਤੋਂ ਬਾਅਦ ਦੂਸਰੀ ਵੀਡੀਓ ਜਿਹੜੀ ਇਹਨੇ ਕਰਾਈ ਉਹਦੇ 'ਚ ਸੀ ਵੀ ਮੈਂ ਭਾਵ ਅਰਥ ਤੁਹਾਡੇ ਤੋਂ ਹੀ ਸਿੱਖੇ ਨੇ। ਮੇਰੇ ਵੱਲ ਇਸ਼ਾਰਾ ਜਾਂ ਹੋਰ ਕੁਝ ਪ੍ਰਚਾਰਕਾਂ ਵੱਲ ਇਸ਼ਾਰਾ ਕਰਕੇ ਕਹਿੰਦਾ ਵਾ ਵੀ ਤੁਸੀਂ ਇਦਾਂ ਹੀ ਕਰਦੇ ਸੀ ਤੇ ਹੁਣ ਤੁਸੀਂ ਰੱਬ ਦਾ ਭਾਵ ਅਰਥ ਕਿਉਂ ਨਹੀਂ ਕਰਦੇ। ਮੈਂ ਉਹਦੀ ਪਹਿਲਾਂ ਲਾਈ ਹੈ, ਉਸ ਤੋਂ ਬਾਅਦ ਇਹ ਬਟਨ ਦਿੱਤਾ ਵੀ ਭਾਈ ਭਾਵ ਅਰਥ ਹੀ ਨਹੀਂ ਹੁੰਦੇ, ਭਾਵ ਅਰਥਾਂ ਤੋਂ ਗਾਂਹ ਵੀ ਕੰਮ ਹੁੰਦਾ ਹੈ। ਹਰ ਗੱਲ ਦਾ ਭਾਵ ਅਰਥ ਨਹੀਂ ਹੁੰਦਾ ਜੀ। ਤੇ ਇੰਨਾ ਡਰ ਗਿਆ, 2 ਵੀਡੀਓ ਇੰਨਾ ਡਰ ਗਿਆ, ਵਿਚਾਰਕ ਕਾਇਰਤਾ ਇਹਦੀ ਦਾ ਜਿਹੜਾ ਭਾਂਡਾ ਹੈ ਸ਼ਰੇ ਬਾਜ਼ਾਰ ਭੱਜਾ ਏ ਵੀ ਉਹ ਇੱਕ ਰਾਤ ਅਸੀਂ ਪਾਈ, ਅਗਲੇ ਰਾਤ ਕਿਉਂਕਿ
ਜਿਹੜੀ ਸਾਡੀ ਕੌਮ ਉਹਨੇ ਤੇ ਵੇਖਣੀਆਂ ਹੀ ਸੀ। ਲੱਖ ਲੱਖ ਬੰਦਾ ਰਾਤੋਂ ਰਾਤ ਹੀ ਵੇਖ ਚੁੱਕਾ। ਇਹਨੇ ਵੇਖਿਆ ਵੀ ਮੇਰਾ ਤੇ ਬਿਜ਼ਨਸ, ਮੇਰੀਆਂ ਤੇ ਜਿਹੜੀਆਂ ਫਾਲੋਅਰ ਨੇ, ਕਿਉਂਕਿ ਜਿਹੜੀਆਂ ਭੇਡਾਂ ਹੁੰਦੀਆਂ ਨਾ ਉਹਨਾਂ ਦਾ ਜਿਹੜਾ ਮੈਟਿਕ ਹੈ ਬੜਾ ਸਿੱਧਾ ਹੁੰਦਾ। ਉਹਨਾਂ ਨੂੰ ਜਦੋਂ ਤੁਸੀਂ ਪੁੱਛੋਗੇ 2 ਜਮਾ 2, ਉਹ ਕਹਿਣਗੇ 4 ਭੇਡਾਂ। ਜੀ ਜੀ। ਉਹਨਾਂ ਨੇ 2 ਜਮਾ 2 4 ਨਹੀਂ ਕਹਿਣਾ, ਜਿਵੇਂ ਭੁੱਖੇ ਨੂੰ ਪੁੱਛਿਆ ਜਾਂਦਾ ਨਾ 2 ਜਮਾ 2 ਕਹਿੰਦਾ 4 ਰੋਟੀਆਂ। ਜਿਹੜੇ ਭੇਡ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਵਿਰਤੀ ਭੇਡ ਵਾਲੀ ਹੈ, ਜੀ ਜੀ, ਉਹਨਾਂ ਦੀ ਜਿਹੜੀ ਮੈਥਮੈਟਿਕ ਬੜੀ ਸਿੱਧੀ ਹੈ ਵੀ 2 ਜਮਾ 2 4 ਭੇਡਾਂ। ਹੁਣ ਇਹਨੇ ਵੇਖਿਆ ਵੀ ਜਿਹੜੀਆਂ 2 ਜਮਾ 2 4 ਭੇਡਾਂ ਵਾ ਕਿਤੇ ਉਹੋ ਹੀ ਨਾ ਨਿਕਲ ਜਾਣ ਵਾੜੇ ਚੋਂ। ਉਹ ਇਹਨੇ ਰਿਪੋਰਟ ਕਰਾ ਕੇ ਤੇ ਉਹ ਵੀਡੀਓ ਜਿਹੜਾ ਕਾਪੀਰਾਈਟ ਪਾ ਕੇ ਡਿਲੀਟ ਕਰਵਾਤੀਆਂ। ਮਤਲਬ ਇੱਕ ਬੁੱਝਦਿਲੀ ਦੀ ਨਿਸ਼ਾਨੀ ਹੈ ਵੀ ਤੁਹਾਡੀ ਗੱਲ ਅਸੀਂ ਪਹਿਲਾਂ ਰੱਖ ਕੇ ਤੁਹਾਨੂੰ ਜਵਾਬ ਦੇ ਰਹੇ ਹਾਂ। ਤੁਹਾਡੇ ਕੋਲ ਤੁਸੀਂ ਉਹ ਲੋਕ ਜਿਹੜੇ ਕਹਿੰਦੇ ਜੇ ਡਾਇਲੌਗ ਕਰੋ, ਅੱਖਾਂ ਚੱਖਾਂ ਪਾਓ, ਪੈਰਾਂ ਤੇ ਖੜੇ ਹੋ, ਮੈਂ ਪੈਰਾਂ ਤੇ ਖੜੇ ਕਰਨਾ, ਮੈਂ ਡਾਇਲੌਗ ਕਰਦਾ ਵਾਂ, ਅੱਖਾਂ ਚੱਖਾਂ ਪਾਉਣਾ ਵਾਂ। ਜਿਹੜੇ ਟਕਸਾਲ ਵਾਲੇ ਨੇ ਇਹ ਡਾਂਗ ਸੋਟਾ ਚੁੱਕ ਲੈਂਦੇ ਨੇ, ਇਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ। ਠੀਕ ਹੈ, ਤੁਹਾਡਾ ਉਹਨਾਂ ਨਾਲ ਗੱਲਬਾਤ ਹੈ, ਪਰ ਅਸੀਂ ਤਾਂ ਤੁਹਾਡੇ ਤੇ ਕੋਈ ਡਾਂਗ ਸੋਟਾ ਨਹੀਂ ਚੱਕਿਆ, ਅਸੀਂ ਤਾਂ ਗੱਲ ਕਰ ਰਹੇ ਹਾਂ। ਭਾਈ ਸਾਹਿਬ ਤਾਂ ਬਹੁਤ ਕਹਿੰਦੇ ਨੇ ਸੰਵਾਦ ਜਿਹੜਾ ਮੇਰੇ ਨਾਲ ਕਰੋ, ਉਹ ਤਾਂ ਆਮ ਇਹ ਗੱਲਾਂ ਕਹਿੰਦੇ ਰਹਿੰਦੇ ਜੀ। ਸੋ ਇਹ ਸਾਰਾ ਜੀ ਵੀਡੀਓ ਦੇ ਸੰਬੰਧ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਸਾਰਾ ਮਸਲਾ ਹੈ। ਬਿਲਕੁਲ ਬਿਲਕੁਲ ਜੀ। ਆਮ ਆਪਾਂ ਦੇਖਦੇ ਹਾਂ ਵੀ ਅੱਜ ਕੱਲ ਪੰਜਾਬ ਦੇ ਵਿੱਚ ਹੀ, ਵਿਦੇਸ਼ਾਂ ਦੇ ਵਿੱਚ ਵੀ ਇੱਕ YouTube ਚੈਨਲਸ ਦੀ ਜਿਹੜੀ ਭਰਮਾਰ ਹੈਗੀ ਹੈ। ਸੋ ਆਪਣਾ ਕੰਟੈਂਟ ਉਹਦੇ ਉੱਤੇ ਪਾਇਆ ਜਾਂਦਾ ਹੈ ਤੇ ਲੋਕਾਂ ਨੂੰ ਪਸੰਦ ਆਉਂਦਾ ਹੈ, ਫਿਰ ਉਹਦੇ ਉੱਤੋਂ ਪੈਸੇ ਆਉਂਦੇ ਨੇ। ਚਲੋ ਇਹ ਵੱਖਰਾ ਪ੍ਰੋਸੈਸ ਹੈ, ਪਰ ਕਾਪੀਰਾਈਟ ਸਟ੍ਰਾਈਕ ਵੀ ਉਹਦੇ ਵਿੱਚੋਂ ਹੀ ਨਿਕਲਦੀ ਹੈ, ਜਿਵੇਂ ਆਮ ਲੋਕ ਸਮਝਦੇ ਹੋਣਗੇ ਸਾਡੇ ਨੌਜਵਾਨ। ਸੋ ਇੱਕ ਪਾਸੇ ਸਿੱਖ ਕੌਮ ਦਾ ਆਪਣੇ ਆਪ ਨੂੰ ਪ੍ਰਚਾਰਕ ਕਹਿਣਾ, ਉਸ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਕਰਨੇ ਕਿ ਸਟ੍ਰਾਈਕ ਕਰ ਦੇਣੀ ਜਾਂ ਫਿਰ ਆਹ ਕਰ ਦੇਣਾ ਕਿਤੇ ਸ਼ੋਭਦਾ ਨਹੀਂ ਹੈਗਾ। ਅਗਲਾ ਸਵਾਲ ਸਰਦਾਰ ਪ੍ਰਭਦੀਪ ਸਿੰਘ ਜੀ, ਮੇਰਾ ਅਖੀਰਲਾ ਸਵਾਲ ਹੈਗਾ ਵੀ ਕਿਵੇਂ ਵੇਖਦੇ ਹੋ, ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ ਸੀਗਾ, ਮੈਂ ਚਾਹੁੰਦਾ ਸੰਖੇਪ ਦੇ ਵਿੱਚ ਤੁਸੀਂ ਦੱਸ ਦਿਓ ਕਿ ਜੋ ਉਹ ਪ੍ਰਚਾਰ ਕਰ ਰਹੇ ਨੇ ਕਿੰਨਾ ਕੁ ਖਰਾ ਉਤਰਦੇ ਆ ਤੇ ਕਿਹੋ ਜਿਹੇ ਸਿੱਖ ਉਹ ਬਣਾ ਰਹੇ ਨੇ, ਮਤਲਬ ਕਿ ਕੀ ਉਹਨਾਂ ਦਾ ਜਿਹੜਾ ਹੈ ਆਪਾਂ ਰਿਐਕਸ਼ਨ ਕਹਿ ਲੈਂਦੇ ਆ ਜਾਂ ਇਫੈਕਟ ਕਹਿ ਲਈਏ ਕਿ ਕਿਹੋ ਜਿਹਾ ਜਿਹੜਾ ਹੈਗਾ ਅੱਗੋਂ ਵਾਤਾਵਰਨ ਉਹ ਸਿਰਜਣਾ ਚਾਹੁੰਦੇ ਨੇ ਜਾਂ ਸਿਰਜ ਰਹੇ ਨੇ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਦਲਜੀਤ ਜੀ ਵੀ ਜਿਹੋ ਜਿਹਾ ਗੁਰੂ ਹੋਵੇ ਉਹੋ ਜਿਹਾ ਚੇਲਾ ਹੁੰਦਾ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਾਪ। ਵੀ ਜਿਹੋ ਜਿਹੇ ਗੁਰੂ ਹੋਣ ਉਹੋ ਜਿਹੇ ਗਾਂ ਚੇਲੇ ਹੋ ਜਾਂਦੇ ਨੇ। ਸਾਹਿਬ ਜਿਸ ਕਾ ਗੁਰਬਾਣੀ ਦਾ ਫੈਸਲਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਵੇ। ਜੀ। ਪ੍ਰਭ ਤੇ ਜਨ ਜਨੀਜੇ, ਜਨ ਤੇ ਸੁਆਮੀ। ਮਤਲਬ ਪ੍ਰਭ ਤੋਂ ਉਹਦਾ ਜਨ ਜਾਣਿਆ ਜਾਂਦਾ ਹੈ ਤੇ ਜਨ ਤੋਂ ਹੀ ਉਹਦੇ ਸੁਆਮੀ ਦਾ ਪਤਾ ਲੱਗਦਾ ਵੀ ਕਿੱਦਾਂ ਦਾ ਹੋਏਗਾ। ਬਿਲਕੁਲ। ਇਹ ਹੁਣ ਇਸੇ ਜਿਹੜਾ ਤਰਕ ਨੂੰ ਆਪਣੇ ਧਿਆਨ ਦੇ ਵਿੱਚ, ਦਲੀਲ ਨੂੰ ਆਪਣੇ ਧਿਆਨ 'ਚ ਰੱਖ ਕੇ ਸੋਚਿਓ ਵੀ ਇੱਧਰ ਗਾਲਾਂ ਇਹ ਕੱਢਦਾ ਹੈ, ਉਹ ਕੁੱਤਿਓ ਵੱਡੀਆਂ ਵੱਡੀਆਂ ਗਾਲਾਂ। ਮੈਂ ਹੁਣ ਉਹ ਗਾਲਾਂ ਨਹੀਂ ਕੱਢਣੀਆਂ ਜਿਹੜੀਆਂ ਪਿੱਛੇ ਜਾਂਦੀਆਂ ਨੇ ਸਾਰੀਆਂ, ਗਾਲਾਂ ਹੀ ਇਹ ਕੱਢਦਾ ਹੈ ਤੇ ਗਾਲਾਂ ਹੀ ਇਹਦੇ ਚੇਲੇ ਕੱਢਦੇ ਨੇ। ਬਿਲਕੁਲ। ਗੁਰਬਾਣੀ ਦਾ ਇੱਕੋ ਹੀ ਫੈਸਲਾ ਹੈ। ਮੈਂ ਜਿਆਦਾ ਲੰਮੀ ਨਾ ਗੱਲ ਪਾਵਾਂ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ। ਬਿਲਕੁਲ। ਜਿਹੜਾ ਵਿਗਾੜ ਪੁਣੇ ਦੀ ਬੋਲੀ, ਜਿਹੜਾ ਬੋਲ ਵਿਗਾੜ ਕਰੇ, ਭਾਵੇਂ ਉਹ ਧਰਮ ਦੀ ਦੁਨੀਆ ਅੰਦਰ ਹੱਥ ਕਥਨੀ ਕਰੇ, ਭਾਵੇਂ ਉਹ ਬੋਲੀ ਦੇ ਰੂਪ ਦੇ ਵਿੱਚ ਵਿਗਾੜ ਪੁਣਾ ਕਰੇ, ਉਹਦੇ ਤੋਂ ਵੱਡਾ ਗਵਾਰ ਕੋਈ ਨਹੀਂ। ਪ੍ਰਚਾਰਕ, ਵਿਦਵਾਨ, ਭਾਈ ਜੀ, ਸੰਤ ਜੀ ਤੇ ਬਹੁਤ ਦੂਰ ਦੀਆਂ ਗੱਲਾਂ, ਉਹਦੇ ਤੋਂ ਵੱਡਾ ਗਵਾਰ ਕੋਈ ਨਹੀਂ। ਫਿੱਕਾ ਸੱਭੀ ਹੈ, ਫਿੱਕੇ ਫਿੱਕੀ ਸੋਏ। ਜਿਹੜਾ ਫਿੱਕਾ ਹੁੰਦਾ ਹੈ ਨਾ ਉਹਦੀ ਸੱਦ ਵੀ ਫਿੱਕੀ ਪੈ ਜਾਂਦੀ ਹੈ ਵੀ ਇਹ ਗਾਲੀ ਗਲੋਚ ਵਾਲਾ ਹੈ। ਕਿਸੇ ਨੂੰ ਕੁੱਤੇ ਦਾ ਅੱਡ ਕਹਿਣਾ, ਕਿਸੇ ਨੂੰ ਕੁਛ ਕਹਿਣਾ। ਇਹ ਜਦੋਂ ਤੁਸੀਂ ਦੇਖਦੇ ਜੇ ਵੀ ਧਰਮ ਦੀ ਜਿਹੜੀ ਧਾਰਮਿਕ ਸਟੇਜ ਹੈ ਉਹਦੇ ਉੱਤੋਂ ਐਸੀ ਭਾਸ਼ਾ ਪਹਿਲੀ ਵਾਰ ਸਾਨੂੰ ਮਾਰਕੀਟ 'ਚ ਸੁਣਨ ਨੂੰ ਮਿਲੀ ਹੈ। ਨਹੀਂ ਤੇ ਭਾਵੇਂ ਜਿੰਨੇ ਅਖੌਤੀ ਬਾਬੇ ਸੰਤ ਨੇ ਉਹਨਾਂ ਦਾ ਸਾਡਾ ਉਹਨਾਂ ਨਾਲ ਸਿਧਾਂਤਕ ਵਿਰੋਧ ਹੈ, ਉਹਨਾਂ ਦੇ ਮੂੰਹ ਚੋਂ ਗਾਲਾਂ ਨਹੀਂ ਸੁਣੀਆਂ ਸੀ। ਤੁਸੀਂ ਜਿੰਨੇ ਵੀ ਪ੍ਰਚਾਰਕ ਬੋਲਦੇ ਨੇ ਅੱਜ ਤੱਕ ਧਰਮ ਦੀ ਦੁਨੀਆ ਅੰਦਰ, ਤੁਸੀਂ ਨਹੀਂ ਵੇਖੋਗੇ ਵੀ ਏਦਾਂ ਸਿੱਧੀਆਂ ਗਾਲਾਂ ਕੋਈ ਕੱਢਦਾ ਹੋਊਗਾ। ਉਹ ਸਿੱਧੀਆਂ ਗਾਲਾਂ ਤੇ ਆ ਗਿਆ। ਇਹਦੇ ਤੋਂ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਜੀ ਵੀ ਬੁਖਲਾਇਆ ਹੈ। ਇਹਦਾ ਰੱਬ ਜਿਹੜਾ ਵਿਚਾਰਾ, ਉਹ ਰੱਬ ਇਹਦੇ ਹੱਥੋਂ ਨਿਕਲ ਗਿਆ। ਕੁਦਰਤ ਵਾਲੇ ਰੱਬ ਨੇ ਜਿਹੜਾ ਨਾ, ਉਹਨੇ ਵੀ ਕਹਿਤਾ ਵੀ ਭਾਈ ਮੈਂ ਮੇਰੇ ਤੋਂ ਨਹੀਂ ਚੱਲਿਆ ਜਾਂਦਾ, ਤੂੰ ਰੋਜ਼ ਨਵਾਂ ਪੰਗਾ ਸ਼ੁਰੂ ਕਰ ਲੈਂਦਾ। ਤੂੰ ਕਦੀ ਕਹਿੰਦਾ ਵੀ ਕੁਦਰਤ ਹੀ ਰੱਬ ਹੈ, ਜਦੋਂ ਅਸੀਂ ਬਦਲਦੇ ਨੇ ਫਿਰ ਕਹਿੰਦਾ ਕੁਦਰਤ ਵੀ ਰੱਬ ਹੈ। ਇਹ ਕਹਿੰਦਾ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ। ਅਗਲੀ ਵੀਡੀਓ 'ਚ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਧਰਮ ਚਲਾਇਆ। ਕੁਦਰਤ ਵਾਲਾ ਰੱਬ ਆਪ ਕਨਫਿਊਜ਼ ਹੈ
ਜੀ। ਉਹ ਕਹਿੰਦੇ ਹੱਥ ਜੁੜੇ ਇਹਦੇ ਗਾੜੀ ਵੀ ਸਾਡਾ ਭਾਊ ਪੱਲਾ ਛੱਡ, ਅਸੀਂ ਹਵਾਵਾਂ ਕਹਿੰਦੀਆਂ ਵੀ ਅਸੀਂ ਵਗਣਾ ਏ, ਅਸੀਂ ਭੈ 'ਚ ਵਗਣਾ ਏ, ਉਹਦੇ 'ਚ ਜੀ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਤੇ ਦਰਿਆ ਕਹਿੰਦੇ ਵੀ ਅਸੀਂ ਉਹਦੇ ਭੈ 'ਚ ਚੱਲਣਾ ਏ, ਅਸੀਂ ਤਾਂ ਉਹਦੇ ਭੈ 'ਚ ਰਹਿੰਦੇ ਆ। ਬਿਲਕੁਲ। ਤੇ ਤੂੰ ਸਾਡੇ ਆਧਾਰ ਤੇ ਰੱਬ ਖੜਾ ਕਰੀ ਜਾਂਦਾ ਵਾ, ਸਾਡਾ ਵਾਸਤਾ ਹੀ, ਸਾਨੂੰ ਛੱਡ ਦੇ। ਸੋ ਇਹ ਹਾਲਾਤ ਨੇ ਇਹਦੇ, ਇਤੋਂ ਇਹਦਾ ਰੱਬ ਹੁਣ ਇਸ ਵੇਲੇ ਇਹਨੂੰ ਅਸਤੀਫਾ ਦੇ ਚੁੱਕਾ ਹੈ। ਇਹ ਹੁਣ ਇਕੱਲਾ ਹੀ ਆ ਵਿਚਾਰਾ, ਬੁਖਲਾਇਆ ਪਿਆ ਹੈ, ਗਾਲਾਂ ਹੀ ਰਹਿ ਗਈਆਂ ਕੋਲ। ਜੀ ਜੀ ਜੀ, ਬਿਲਕੁਲ ਜੀ ਬਿਲਕੁਲ। ਸਰਦਾਰ ਪ੍ਰਭਜੀਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਦਰਸ਼ਕਾਂ ਵਾਸਤੇ, ਤੇ ਆਮ ਆਪਾਂ ਇਸ ਜਿਹੜਾ ਵਿਸ਼ਾ ਹੈਗਾ, ਮਤਲਬ ਕਿ ਇਹਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਾਂਗੇ, ਪਰ ਫਿਰ ਵੀ ਅੱਜ ਕਾਫੀ ਕੁਝ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਜਿਹੜਾ ਜ਼ਿਕਰ ਕੀਤਾ ਹੈਗਾ, ਹੁਣ A to Z ਜਿਹੜੇ ਸਾਰੀ ਗੱਲਬਾਤ ਆਪਾਂ ਕੀਤੀ ਹੈ, ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਬਾਕੀ ਭਾਈ ਢੱਡਰੀਆਂ ਵਾਲਿਆਂ ਨੂੰ ਵੀ ਆਪਾਂ ਸੱਦਾ ਦਿੰਦੇ ਹਾਂ ਵੀ ਜੇਕਰ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਤਾਂ ਤੁਸੀਂ ਆ ਸਕਦੇ ਹੋ ਚੈਨਲ ਦੇ ਉੱਤੇ, ਆਪਾਂ ਇੱਕ ਆਪਾਂ ਪ੍ਰੋਗਰਾਮ ਰੱਖ ਸਕਦੇ ਹਾਂ ਕਿਸ ਤਰ੍ਹਾਂ ਦਾ, ਵੀ ਤੁਸੀਂ ਆਪਣੀ ਗੱਲ ਰੱਖੋ, ਸਰਦਾਰ ਪ੍ਰਭਜੀਤ ਸਿੰਘ ਹੋਰੀ ਆਪਣੀ ਗੱਲ ਰੱਖਣਗੇ। ਤੇ ਇੱਥੇ ਖਾਸ ਤੌਰ ਤੇ ਮੈਂ ਤੁਹਾਨੂੰ ਪਹਿਲਾਂ ਕਹਿ ਦੇਣਾ ਵੀ ਅਸੀਂ ਕਾਪੀਰਾਈਟ ਸਟ੍ਰਾਈਕ ਵਗੈਰਾ ਨਹੀਂ ਕਰਾਂਗੇ, ਇਹ ਤੁਹਾਨੂੰ ਪਹਿਲਾਂ ਕਹਿ ਦੇਣਾ ਵੀ ਕਿਤੇ ਤੁਹਾਡੇ ਮਨ ਦੇ ਵਿੱਚ ਹੋਵੇ। ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ। ਸੋ ਤੁਹਾਨੂੰ ਵੀ ਸੱਦਾ ਹੈਗਾ ਸਾਡੇ ਵੱਲੋਂ। ਫਤਿਹ ਦੀ ਸਾਂਝ ਪਾਉਂਦੇ ਆ ਜੀ, ਜੀਆਂ ਨੂੰ ਆਪਾਂ ਕਰਦੇ ਆ ਤੁਹਾਨੂੰ ਅਖੀਰ ਦੇ ਵਿੱਚ ਜਿਹੜਾ ਧੰਨਵਾਦ ਕਰਦੇ ਆ ਤੁਹਾਡਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।